ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। हाँ जी प्यारे दर्शकों जी आया ਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਵਿੱਚ ਉਹ ਮਸਲੇ ਲੈਂਦੇ ਹਾਂ ਜਿਹੜੇ ਮਸਲੇ ਬਿਲਕੁਲ ਪੱਕਦੇ ਨੇ, ਚਾਹੇ ਉਹ ਪੰਜਾਬ ਦੇ ਨੇ ਚਾਹੇ ਬਾਹਰਲੇ ਦੇਸ਼ਾਂ ਦੇ। ਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ ਨੂੰ ਕਿ ਖੰਨਾ ਜੀ ਉਹ ਮਸਲਾ ਲਾਓ ਉਸ ਤੇ ਝਾਤ ਪਾਈ ਆਪਣੇ ਦਰਸ਼ਕਾਂ ਨੂੰ ਜਿਹੜਾ ਇਸ ਵੇਲੇ ਬਿਲਕੁਲ ਗਰਮ ਤੇ ਪੱਕਦਾ ਹੈ। ਬਿਲਕੁਲ ਪੱਕਦਾ ਪਿਆ ਹੈ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪੰਜਾਬ ਦੇ ਹਾਲਾਤਾਂ ਦੀ, ਜੀ। ਤਾਂ ਅਸੀਂ ਕਹਿੰਦੇ ਹਾਂ ਕਿ ਇੱਕ ਸਾਡੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਖੇਤਰੀ ਪਾਰਟੀ ਤੋਂ ਭਾਵ ਇਹ ਹੈ ਕਿ ਜਿਹੜੀ ਪੰਜਾਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ। ਬੀਜੇਪੀ ਹੈ ਨੈਸ਼ਨਲ ਪਾਰਟੀ ਹੈ, ਕਾਂਗਰਸ ਨੈਸ਼ਨਲ ਪਾਰਟੀ ਹੈ, ਆਮ ਆਦਮੀ ਪਾਰਟੀ ਨੂੰ ਵੀ ਉਹ ਨੈਸ਼ਨਲ ਪਾਰਟੀ ਦਾ ਅਹੁਦਾ ਮਿਲ ਚੁੱਕਾ ਹੈ। ਪਰ ਜੋ ਅਕਾਲੀ ਦਲ ਹੈ ਸਾਡਾ, ਉਹ ਹੈ ਖੇਤਰੀ ਪਾਰਟੀ। ਪਰ ਜਿੱਦਾਂ ਜ਼ਮੀਨ ਛੱਡ ਗਏ ਨੇ, ਅੱਜ ਉਹ ਸਥਿਤੀ ਨਹੀਂ ਰਹਿ ਗਈ। ਉਹਦੇ ਉੱਤੇ ਕਈ ਵਾਰ ਚਰਚਾ ਆਪਾਂ ਕਰ ਵੀ ਚੁੱਕੇ ਆਪਣੇ ਪਲੇਟਫਾਰਮ ਤੋਂ। ਤਾਂ ਹੁਣ ਇੱਕ ਨਵੀਂ ਗੱਲ ਆਈ ਹੈ ਕਿ ਹੁਣ ਵੱਡੇ ਬਾਦਲ ਸਾਹਿਬ ਜਦੋਂ ਤੱਕ ਬੈਠੇ ਸੀ ਉਦੋਂ ਤੱਕ ਦਿਖਦਾ ਸੀਗਾ ਕਿ ਅਕਾਲੀ ਦਲ ਦੀ ਇਹ ਪਛਾਣ ਹੈਗੇ ਨੇ, ਇੱਕ ਬ੍ਰਾਂਡ ਅੰਬੈਸਡਰ ਵਜੋਂ ਆਪਾਂ ਲੈ ਸਕਦੇ ਹਾਂ ਵੱਡੇ ਬਾਦਲ ਸਾਹਿਬ ਨੂੰ। ਪਰ ਵੱਡੇ ਬਾਦਲ ਸਾਹਿਬ ਅਕਾਲ ਚਲਾਣਾ ਕਰ ਗਏ, 3-4 ਦਿਨ ਹੋ ਚੁੱਕੇ ਨੇ। ਤੇ ਇਸ ਵਕਤ ਸਥਿਤੀ ਕੀ ਹੈ? ਕਿਉਂਕਿ ਪ੍ਰਧਾਨ ਤੇ ਹੈਗੇ ਨੇ ਸੁਖਬੀਰ ਬਾਦਲ ਜੀ, ਪਰ ਅਕਾਲੀ ਦਲ ਦੀ ਆਪਣੀ ਸਥਿਤੀ ਕੀ ਹੈ ਇਸ ਵਕਤ ਪੰਜਾਬ ਦੀ ਸਿਆਸਤ ਦੇ ਵਿੱਚ ਵੀ, ਤੇ ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਵੀ, ਜਿਹੜੀ ਆਪਾਂ ਕਹਿੰਦੇ ਹਾਂ ਕਿ ਜ਼ਮੀਨ ਗਵਾ ਚੁੱਕੀ ਹੈ ਇਸ ਵਕਤ, ਮੁੜ ਤੋਂ ਕਿੱਦਾਂ ਬਾਉਂਸ ਬੈਕ ਕਰ ਸਕਦੀ ਹੈ? ਹਾਂ, ਜਿਸ ਤਰ੍ਹਾਂ ਸਾਡੇ ਦਰਸ਼ਕ ਜਾਣਦੇ ਨੇ ਕਿ ਅਕਾਲੀ ਦਲ ਜਿਹੜਾ ਪਾਰਟੀ ਹੈ ਪੰਜਾਬ ਦੀ ਬੜੀ ਪੁਰਾਣੀ ਪਾਰਟੀ ਆ ਔਰ ਇਹਦਾ ਬੜਾ ਅਸਰ ਸੁੱਕ ਰਿਹਾ ਪੰਜਾਬ ਵਿੱਚ। ਬੀਜੇਪੀ ਨਾਲ ਵੱਡਾ ਗੱਠਜੋੜ ਰਿਹਾ ਔਰ ਇਹ ਪਤਾ ਹੀ ਹੈ ਕਿ 5 ਵਾਰ ਸਰਦਾਰ ਵੱਡੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਰਹੇ ਆ ਔਰ ਇਹਨਾਂ ਨੇ ਬਿਲਕੁਲ ਡੋਮੀਨੇਟ ਕੀਤਾ ਸੀ ਬਾਕੀ ਪਾਰਟੀਆਂ ਨੂੰ, ਇੱਥੋਂ ਤੱਕ ਕਿ ਪਿੰਡਾਂ 'ਚ ਇਹਨਾਂ ਦਾ ਬਹੁਤ ਵੱਡਾ ਵੋਟ ਬੈਂਕ ਸੀਗਾ ਖਾਸ ਕਰਕੇ। ਤੇ ਬਾਕੀ ਇਹਨਾਂ ਨੂੰ ਪਤਾ ਸੀਗਾ ਵੀ ਸ਼ਹਿਰਾਂ ਦੇ ਵਿੱਚ ਜਿਹੜੇ ਹੈਗੇ ਆ ਅਰਬਨ ਏਰੀਆ ਜਿਹੜਾ ਹੈਗਾ ਉੱਥੇ ਬੀਜੇਪੀ ਨਹੀਂ ਸੀ ਛੱਡਦੀ। ਇਸੇ ਕਰਕੇ ਇਹ ਕਈ ਵਾਰ ਬਹੁਮਤ ਲੈ ਜਾਂਦੇ ਸੀਗੇ ਔਰ ਕਾਂਗਰਸ ਨੂੰ ਇਹਨਾਂ ਪਿੱਛੇ ਧਕੇਲ ਦਿੱਤਾ ਸੀ। ਦੋ ਪਾਰਟੀਆਂ ਦੀ ਆਪਸੀ ਟੱਕਰ ਚੱਲਦੀ ਰਹੀ ਹੈ ਔਰ ਉਸ ਤੋਂ ਬਾਅਦ ਕਿਉਂਕਿ ਬਾਦਲ ਸਾਹਿਬ ਦਾ ਪਿੰਡਾਂ 'ਚ ਸੰਗਤ ਦਰਸ਼ਨ ਤੇ ਲੋਕਾਂ ਦਾ ਰੂਬਰੂ ਮਿਲਣਾ ਇਹ ਬੜੀ ਵੱਡੀ ਸਾਂਝ ਸੀ ਉਹਨਾਂ ਦੀ ਸਾਰੇ ਪੰਜਾਬ ਦੇ ਲੋਕਾਂ ਨਾਲ। ਔਰ ਉਹਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਜਿਹੜੇ ਸੀ ਇਹਨਾਂ ਨੂੰ ਬਹੁਤ ਸਤਿਕਾਰ ਇੱਜ਼ਤ ਕਰਦੇ ਸੀਗੇ ਔਰ ਇਹਦੇ ਨਾਲ ਜਿਹੜੀ SGPC ਸ਼੍ਰੋਮਣੀ ਅਕਾਲੀ ਕਮੇਟੀ ਦਾ ਹੈਗੀ ਜਿਹੜੀ SGPC, ਉਹਦੇ ਵੀ ਇਹ ਵੱਡੇ ਪੈਰੋਕਾਰ ਰਹੇ ਆ। ਇਹਨਾਂ ਨੇ ਫਾਊਂਡੇਸ਼ਨ ਰੱਖੀ ਸੀ 1925 ਤੋਂ, ਉਹ ਚੱਲਦੀ ਰਹੀ ਧਾਰਮਿਕ ਸੰਸਥਾ ਔਰ ਉਹਦੇ 'ਚ ਪਹਿਲਾਂ ਹਰਿਆਣਾ ਵੀ ਇਹਦੇ ਨਾਲ ਇਨਕਲੂਡ ਸੀਗਾ ਔਰ ਹਿਮਾਚਲ ਨਾਲ ਦੇ ਜਿਹੜੇ ਪ੍ਰਦੇਸ਼ ਹੈ ਸਾਰੇ ਇਹ SGPC ਦੇ ਅੰਡਰ ਆਉਂਦੇ ਸੀ। ਇੱਥੋਂ ਤੱਕ ਕਿ ਦਿੱਲੀ ਦੀ ਜਿਹੜੀ ਪ੍ਰਬੰਧਕ ਕਮੇਟੀ ਸੀ ਉਹ ਵੀ ਇਹਨਾਂ ਦੇ ਨਾਲ ਰਹੀ ਆ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਥੋੜ੍ਹੀ ਜਿਹੀ ਖਿੱਚੋਤਾਣੀ ਰਹੀ ਅਤੇ ਬੜਾ ਕੁਝ ਬਦਲ ਗਿਆ। ਫਿਰ ਹੁਣ ਇਹ ਕਿਆਸਾਂ ਚੱਲ ਰਹੀਆਂ ਕਿ ਬਾਦਲ ਸਾਹਿਬ ਜੀ ਦਾ ਇੱਥੋਂ ਇਸ ਦੁਨੀਆ ਤੋਂ ਚਲੇ ਜਾਣਾ, ਉਹਨਾਂ ਦਾ ਵਿਛੋੜਾ ਜਿਹੜਾ ਸੀ ਉਹਦੇ ਨਾਲ ਬਹੁਤ ਪਾਰਟੀ ਪ੍ਰਭਾਵਿਤ ਹੋਏਗੀ। ਇਸ ਤਰ੍ਹਾਂ ਹੋਏਗੀ ਕਿ ਅਕਾਲੀ ਦਲ ਦੇ ਜਿਹੜੇ ਨੇਤਾ ਨੇ ਪੁਰਾਣੇ ਦੇਰ ਤੋਂ ਹੀ ਸੁਖਬੀਰ ਬਾਦਲ ਜੀ ਚੱਲ ਰਹੇ, ਉਹਨਾਂ ਦੀ ਅਗਵਾਈ ਨਾਲ ਥੋੜ੍ਹੀ ਜਿਹੀ ਭੰਨ ਤੋੜ ਹੋਈ, ਇਹਦੇ ਵਿੱਚ ਖਿੱਚਾਤੂਈ ਰਹੀ ਆ ਪਾਰਟੀ 'ਚ ਬਾਦਲ ਸਾਹਿਬ ਦੇ ਜੀਂਦਿਆਂ ਹੀ। ਇਹਦੇ ਵਿੱਚੋਂ ਵੈਟਰਨ ਜਿਹੜੇ ਸੀਗੇ ਪੁਰਾਣੇ ਸੁਲਝੇ ਨੇਤਾ, ਜਿਹਦੇ 'ਚ ਬ੍ਰਹਮਪੁਰਾ ਸਾਹਿਬ ਸੀਗੇ, ਸੇਵਾ ਸਿੰਘ ਸੇਖਵਾਂ ਸੀਗੇ ਔਰ ਉਹਦੇ 'ਚ ਢੀਂਡਸਾ ਸਾਹਿਬ ਸੀਗੇ, ਬੜੇ ਦਿਗਜ ਨੇਤਾ, ਉਹ ਇਹਨੂੰ ਇੱਥੋਂ ਕਿਨਾਰਾ ਕਰ ਗਏ ਪਾਰਟੀ ਤੋਂ ਕਿਉਂਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਆਪਣੇ ਜੰਗ ਜਿਹੜੇ ਯੂਥ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਸੁਖਬੀਰ ਬਾਦਲ ਨੂੰ ਇਸ ਪਾਰਟੀ ਦਾ ਮੋਹਰੀ ਬਣਾ ਦਿੱਤਾ। ਉਹ ਨਾਰਾਜ਼ ਹੋ ਕੇ ਦੂਸਰੀ ਸਾਈਡ 'ਤੇ ਚਲੇ ਗਏ। ਫਿਰ ਉਸ ਤੋਂ ਬਾਅਦ ਵੀ ਬਾਦਲ ਸਾਹਿਬ ਨੇ ਮਨ ਮੁਟਾਓ ਕੀਤਾ ਔਰ ਬਹੁਤ ਲੋਕਾਂ ਨੂੰ ਵਾਪਸ ਮੋੜਿਆ ਵੀ। ਪਾਰਟੀ ਥੋੜ੍ਹੀ ਬਹੁਤ ਅੱਛੀ ਬਣਤਰ 'ਚ ਰਹਿ ਗਈ। ਪਰ ਇੱਕ ਇਹਨਾਂ ਦੇ ਚਲੇ ਜਾਣ ਦਾ, ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀਗਾ ਉਹ ਲੋਕਾਂ ਦੇ ਮਨ 'ਚ ਵਸ ਗਿਆ। ਉਸ ਤੋਂ ਬਾਅਦ ਇਲੈਕਸ਼ਨ ਹੋਈ 2019, ਉਹਦੇ ਵਿੱਚ ਜਿਹੜੀ ਆਪ ਪਾਰਟੀ ਆ ਉਹ ਅੱਗੇ ਨਿਕਲ ਗਈ। ਇਸ ਕਰਕੇ ਨਿਕਲ ਗਈ ਕਿ ਇਹਨਾਂ ਨੂੰ ਸਿਰਫ ਅਤੇ ਸਿਰਫ 3 ਸੀਟਾਂ ਮਿਲੀਆਂ 117 ਵਿਧਾਨ ਸਭਾ ਸੀਟਾਂ 'ਚੋਂ। ਇਹ ਬਿਲਕੁਲ ਇਹਦਾ ਸਫਾਇਆ ਹੋ ਗਿਆ। ਕਾਂਗਰਸ ਵੀ ਦਾ ਕਲੇਸ਼, ਕਾਂਗਰਸ ਦੀ ਆਪਸੀ ਫੁੱਟ ਹੈ ਨਾ, ਉਹਦੇ ਵਿੱਚ ਦਲ ਬਦਲੂ ਨੀਤੀ, ਉਹ ਚੀਜ਼ਾਂ ਜਿਹੜੀਆਂ ਉਹਨੂੰ ਵੀ ਪਿੱਛੇ ਧਕੇਲ ਦਿੱਤਾ। ਦੋ ਪਾਰਟੀਆਂ ਜਿਹੜੀਆਂ ਬਹੁਤ ਰਾਜਨੀਤਿਕ ਪਾਰਟੀਆਂ ਵੱਡੀਆਂ ਸੀ ਪੰਜਾਬ ਦੀਆਂ, ਖੇਤਰੀ ਪਾਰਟੀਆਂ ਜਿੱਦਾਂ ਤੁਸੀਂ ਜ਼ਿਕਰ ਕੀਤਾ, ਉਹ ਦੋਵੇਂ ਪਿੱਛੇ ਚਲ ਗਈਆਂ। ਜਿਸ ਪਾਰਟੀ ਦਾ ਕਿਸੇ ਨੂੰ ਪਤਾ ਨਹੀਂ ਸੀ, ਜਿਹਦਾ ਨਾਂ ਨਿਸ਼ਾਨ ਨਹੀਂ ਸੀਗਾ, ਉਹ ਪਾਰਟੀ ਜਦੋਂ ਆਈ ਤਾਂ ਉਹ ਅੱਗੇ ਨਿਕਲ ਗਈ। ਉਹ ਇਸੇ ਕਰਕੇ ਨਿਕਲ ਗਈ ਕਿ ਲੋਕ ਇਸ ਪਾਰਟੀ ਤੋਂ, ਦੋਵਾਂ ਪਾਰਟੀਆਂ ਤੋਂ ਅਕਤਾ ਚੁੱਕੇ ਸੀਗੇ। ਪਰ ਇਸ ਵੇਲੇ ਸਥਿਤੀ ਜਿਹੜੀ ਹੈਗੀ ਆ ਅਕਾਲੀ ਦਲ ਦੀ, ਉਹ ਸਮਝਣ ਵਾਲੀ ਹੈਗੀ ਆ ਕਿ ਇਹ ਪਾਰਟੀ ਜਿਹੜੀ ਹੈਗੀ ਆ ਉਹਦਾ ਸਟੇਟਸ, ਉਹਦਾ ਪੱਧਰ ਥੋੜ੍ਹਾ ਪਿਛਾਂਹ ਨੂੰ ਆ ਰਿਹਾ।
ਹੁਣ ਇਹਦੇ ਲਈ ਲੋਕ ਕਹਿ ਰਹੇ ਕਿ ਅੱਗੇ ਇਹਨਾਂ ਨੇ ਇਹਦੀ ਸਾਰੀ ਚੋਣ ਕਰਨ ਲੱਗਿਆ ਸੁਖਬੀਰ ਬਾਦਲ ਨੇ ਕੋਰ ਕਮੇਟੀ ਬਣਾਈ ਸੀ, ਉਹ 'ਚ ਲੋਕਾਂ ਨਾਲ ਡੋਰ ਟੂ ਡੋਰ ਸੰਪਰਕ ਕੀਤਾ ਸੀਗਾ। ਉਹਦੇ ਤੋਂ ਬਾਅਦ ਪਤਾ ਲੱਗਾ ਕਿ ਇਹ ਸ਼ਾਇਦ ਆਪਣੀ ਪਾਰਟੀ ਦੇ ਨੇਤਾ ਦੇ ਵਜੋਂ ਤਿਆਗ ਪੱਤਰ ਦੇ ਦੇਣਗੇ ਤੇ ਹੋਰ ਕਿਸੇ ਨੂੰ ਬਣਾਉਣਗੇ, ਪਰ ਬਾਅਦ 'ਚ ਕੋਰ ਕਮੇਟੀ ਦੇ ਲਿਹਾਜ਼ ਨਾਲ ਇਹਨਾਂ ਨੂੰ ਫਿਰ ਉਹਦਾ ਨੇਤਾ ਬਣਾ ਦਿੱਤਾ ਗਿਆ। ਬਾਦਲ ਸਾਹਿਬ ਜਿੰਦੇ ਸੀਗੇ, ਉਹਨਾਂ ਦੀਆਂ ਸੁਝਾਅ ਨਾਲ, ਉਹਨਾਂ ਦੀ ਸਲਾਹ ਨਾਲ ਬੜਾ ਕੁਝ ਹੋਇਆ ਔਰ ਫਿਰ ਇਹ ਤਾਣਾ ਬਾਣਾ ਜੁੜ ਗਿਆ। ਔਰ ਇਹਦੇ ਜੁੜਨ ਨਾਲ ਬੜਾ ਕੁਝ ਹੋਇਆ ਕਿਉਂਕਿ ਬਾਅਦ 'ਚ ਫਿਰ ਹਰਿਆਣੇ 'ਚ ਰੌਲਾ ਪੈ ਗਿਆ। ਉਹ ਇਸ ਕਰਕੇ ਰੌਲਾ ਪੈ ਗਿਆ, ਧਾਰਮਿਕ ਸਥਾਨ ਜਿਹੜੇ ਸੀ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਏ, ਉਹਨਾਂ ਨੇ ਉੱਥੇ ਆਪਣਾ ਪ੍ਰਧਾਨ ਚੁਣ ਲਿਆ। ਉਹ ਵੀ ਇਹਨਾਂ ਨੂੰ ਇੱਕ ਬਹੁਤ ਵੱਡੀ ਸੈਟਬੈਕ ਲੱਗੀ। ਦੂਜੀ ਸੈਟਬੈਕ ਸੀਗਾ ਜਿਹਦੇ ਵਿੱਚ ਇਹਨਾਂ ਨੇ ਪ੍ਰਧਾਨ ਬਣਾਉਣਾ ਸੀਗਾ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ, ਉਹਦੇ ਵਿੱਚ ਬੀਬੀ ਜਗੀਰ ਕੌਰ ਨੇ ਵੀ ਕਿਹਾ ਕਿ ਲਿਫਾਫਾ ਬੰਦ ਜਿਹੜਾ ਪ੍ਰਧਾਨ ਨਹੀਂ ਬਣ ਦੇਵਾਂਗੇ। ਉਹਦੇ 'ਚ ਹੋਰ ਵੀ ਜਿਹੜੇ ਨੇਤਾ ਸੀ ਉਹਨਾਂ ਨੇ ਵੀ ਸਿਰ ਚੁੱਕਿਆ, ਬੜਾ ਕੁਝ ਹੋਇਆ। ਪਰ ਉਦੋਂ ਬਾਅਦ ਇਹਨਾਂ ਨੇ ਫਿਰ ਧਾਮੀ ਸਾਹਿਬ ਹਰਜਿੰਦਰ ਸਿੰਘ ਧਾਮੀ ਜੀ ਨੂੰ ਦੁਬਾਰਾ ਨੋਮੀਨੇਟ ਕਰ ਦਿੱਤਾ ਔਰ ਅਕਾਲ ਤਖਤ ਦੇ ਜਥੇਦਾਰ ਨੇ ਹਰਪ੍ਰੀਤ ਜੀ, ਉਹਨਾਂ ਜਥੇਦਾਰੀ ਦੇ ਵਿੱਚ ਵੀ ਇਹ ਰਿਹਾ ਕਿ ਉਦੋਂ ਬਾਅਦ ਇਮੀਡੀਏਟ ਉਹਨਾਂ ਨੇ ਹਰਪ੍ਰੀਤ ਜੀ ਦਾ ਨਾਮ ਅਨਾਉਂਸ ਕਰ ਦਿੱਤਾ, ਕਾਰਜਕਾਰੀ ਜਥੇਦਾਰ ਬਣਾਇਆ ਸੀਗਾ। ਉਹ ਵੀ ਅਜੇ ਫਿਲਹਾਲ ਪੱਕੇ ਤੌਰ 'ਤੇ ਨਹੀਂ ਹੈਗੇ ਕਿਉਂਕਿ ਅਕਾਲੀ ਦਲ ਦੇ ਦੀਆਂ ਜਿਹੜੀਆਂ ਜੜ੍ਹਾਂ ਥੋੜ੍ਹੀਆਂ ਖੋਖਲੀਆਂ ਹੁੰਦੀਆਂ ਗਈਆਂ। ਇਸ ਕਰਕੇ ਧਾਰਮਿਕ ਤੌਰ 'ਤੇ ਵੀ, ਰਾਜਨੀਤਿਕ ਤੌਰ 'ਤੇ ਵੀ ਔਰ ਬਾਦਲ ਸਾਹਿਬ ਦੇ ਇਸ ਜਹਾਨ ਤੋਂ ਚਲੇ ਜਾਣ ਨਾਲ ਹੋਰ ਬੜਾ ਵੱਡਾ ਘਾਟਾ ਪਿਆ ਨੇ, ਖੋਰਾ ਲੱਗਾ ਹੋਇਆ ਜੀ। ਬਿਲਕੁਲ ਅੰਦਰੋਂ ਅੰਦਰ ਹੀ ਖਾਂਦੇ ਪਏ ਨੇ। ਸਹੀ ਗੱਲ। ਉੱਤੋਂ ਇੱਕ ਦੂਜੇ ਦੇ ਦੋਸਤ ਬਣੇ ਹੋਏ ਨੇ ਪਰ ਆਪਸ 'ਚ ਹੀ ਬਣਦੀ ਨਹੀਂ। ਤੁਸੀਂ ਸੱਚੀ ਗੱਲ ਕਹਿ ਰਹੇ ਆਪਸ 'ਚ ਇੱਕ ਦੂਜੇ ਨੂੰ ਖਾਂਦੇ ਨੇ। ਤੁਸੀਂ ਡਾਇਰੈਕਟ ਤੇ ਸਿੱਧੇ ਤੌਰ 'ਤੇ ਸਿੱਧੀ ਗੱਲ ਕਰਨੀ ਪੈਂਦੀ ਹੈ। ਕਿਉਂਕਿ ਪੰਜਾਬ ਵਾਸੀਆਂ ਨੂੰ ਉਮੀਦਾਂ ਬੜੀਆਂ ਨੇ ਅਕਾਲੀ ਦਲ ਤੋਂ। ਖੇਤਰੀ ਪਾਰਟੀ ਹੈ ਔਰ ਜਿੰਨੀ ਗਹਿਰਾਈ ਦੇ ਵਿੱਚ ਖੇਤਰੀ ਪਾਰਟੀ ਸਮਝਦੀ ਹੁੰਦੀ ਹੈ ਸੂਬੇ ਦੇ ਮਸਲਿਆਂ ਨੂੰ, ਉਹ ਰਾਸ਼ਟਰੀ ਪਾਰਟੀਆਂ ਨਹੀਂ ਸਮਝਦੀ। ਉਹਨਾਂ ਨੂੰ ਬਹੁਤ ਦੇਖਣਾ ਪੈਂਦਾ, ਬਾਕੀ ਸੂਬੇ ਸਾਰੇ ਦੇਖਣੇ ਪੈਂਦੇ ਨੇ। ਇਹਨਾਂ ਨੇ ਸਿਰਫ ਪੰਜਾਬ ਦੇਖਣਾ ਹੈ ਕਿ ਥੋੜਾ ਬਹੁਤ ਦਿੱਲੀ ਦੀਆਂ ਜਿਹੜੀਆਂ ਚੋਣਾਂ ਸੀ, ਜਿਹੜੀਆਂ ਗੁਰਦੁਆਰਾ ਸਾਹਿਬ ਦੇ ਪੱਧਰ ਦੀਆਂ ਚੋਣਾਂ ਨੇ, ਉਹਨਾਂ ਨੂੰ ਦੇਖ ਲੈਂਦੇ ਨੇ। ਮੇਨਲੀ ਇਹਨਾਂ ਨੇ ਪੰਜਾਬ ਨੂੰ ਹੀ ਦੇਖਣਾ ਹੈ। ਸਹੀ ਗੱਲ। ਤਾਂ ਇਸ ਕਰਕੇ ਉਮੀਦਾਂ ਬੜੀਆਂ ਨੇ ਪਰ ਆਪਸ 'ਚ ਜਿਹੜੀ ਇਹ ਲਾਗਤਬਾਜ਼ੀ ਹੈ ਨਾ, ਇੱਕ ਉਰਦੂ ਦਾ ਸ਼ੇਰ ਹੈ कि मिटा दे अपनी हस्ती अगर कुछ मर्तबा चाहे कि दाना खाक में मिलकर गुले गुलजार होता है। ਇੱਥੇ ਆਪਣੀ ਹਸਤੀ ਮਿਟਾਉਣ ਨੂੰ ਕੋਈ ਤਿਆਰ ਹੀ ਨਹੀਂ। ਮੈਂ ਦਿਖਣਾ ਚਾਹੀਦਾ, ਮੈਂ ਦਿਖਣਾ ਚਾਹੀਦਾ। ਓਏ ਅਕਾਲੀ ਦਲ ਦਿਖਣਾ ਚਾਹੀਦਾ ਜੀ, ਉਹ ਨਹੀਂ ਦੇਖਣਾ। ਜਦੋਂ ਤੱਕ ਬ੍ਰਾਂਡ ਜਿਉਂਦਾ ਰਹੇਗਾ ਉਦੋਂ ਤੱਕ ਤੁਸੀਂ ਜਿਉਂਦੇ ਰਹੋਗੇ। ਜੇ ਬ੍ਰਾਂਡ ਹੀ ਮਰ ਗਿਆ ਤੇ ਤੁਸੀਂ ਜਿਉਂਦੇ ਰਹੋ ਨਾ ਰਹੋ ਕੋਈ ਫਰਕ ਨਹੀਂ ਪੈਂਦਾ। ਬ੍ਰਾਂਡ ਤੁਹਾਡਾ ਅਕਾਲੀ ਦਲ ਹੈ, ਜਿਹੜਾ ਇੰਨਾ 100 ਸਾਲ ਪੁਰਾਣਾ ਕੁਰਬਾਨੀਆਂ ਤੋਂ ਬਾਅਦ ਖੜਾ ਕੀਤਾ ਗਿਆ ਬ੍ਰਾਂਡ ਹੈ, ਉਸ ਨੂੰ ਖੜਾ ਕਰੋ। ਬਾਦਲ ਸਾਹਿਬ ਬ੍ਰਾਂਡ ਅੰਬੈਸਡਰ ਸੀ। ਹੁਣ ਅੱਜ ਇਹ ਦੁੱਖ ਨਾਲ ਕਹਿਣਾ ਪੈਂਦਾ ਪਿਆ ਕਿ ਅਕਾਲੀ ਦਲ 'ਚ ਕੋਈ ਬ੍ਰਾਂਡ ਅੰਬੈਸਡਰ ਨਹੀਂ ਹੈ। ਉਹ ਇੱਜ਼ਤ ਕਿਸੇ ਦੀ ਨਹੀਂ ਜੋ ਇੱਜ਼ਤ ਵੱਡੇ ਬਾਦਲ ਸਾਹਿਬ ਦੀ ਸੀ। ਜਿੱਦਾਂ ਆਪਾਂ 1-2 ਦਿਨ ਪਹਿਲਾਂ ਪ੍ਰੋਗਰਾਮ ਕੀਤਾ ਉਦੋਂ ਵੀ ਕਿਹਾ ਕਿ ਬਾਦਲ ਸਾਹਿਬ ਤੋਂ, ਵੱਡੇ ਬਾਦਲ ਸਾਹਿਬ ਤੋਂ ਕੀ ਸਿੱਖ ਸਕਦਾ ਇੱਕ ਨੌਜਵਾਨ ਜੋ ਰਾਜਨੀਤੀ ਵਿੱਚ ਆਉਣਾ ਚਾਹੁੰਦਾ ਹੈ? ਉਹਨਾਂ ਕੋਲੋਂ ਸਿੱਖ ਸਕਦਾ ਤਮੀਜ਼ ਕੀ ਹੁੰਦੀ ਹੈ। ਤਮੀਜ਼ ਦੇ ਵਿੱਚ ਸਭ ਕੁਝ ਆ ਜਾਏਗਾ। ਵਿਰੋਧੀਆਂ ਨੂੰ ਨਾਲ ਲੈ ਕੇ ਕਿਵੇਂ ਤੁਰਨਾ, ਸੰਗਤ ਨੂੰ ਨਾਲ ਲੈ ਕੇ ਕਿਵੇਂ ਤੁਰਨਾ, ਕਿਉਂਕਿ ਇਹ ਸੰਗਤ ਹੈ। ਇਹ ਜਿਹੜੀ ਪੰਜਾਬ ਦੇ ਸੂਬੇ ਦੇ ਲੋਕ ਨੇ ਜਿਹੜੇ ਵੋਟਾਂ ਪਾਉਂਦੇ ਨੇ, ਇਹ ਸੰਗਤ ਹੈ। ਸੰਗਤ ਨੂੰ ਕਿਵੇਂ ਜੋੜਨਾ, ਕਿਉਂਕਿ ਅਸੀਂ ਜਿਹੜੀ ਅਕਾਲੀ ਦਲ ਨੂੰ ਆਪਾਂ ਦੇਖਦੇ ਹਾਂ, 100 ਸਾਲ ਪੁਰਾਣਾ ਅਕਾਲੀ ਦਲ ਆਪਾਂ ਦੇਖਦੇ ਹਾਂ, ਉਹ ਪੰਥ ਦੀਆਂ ਲੀਹਾਂ ਤੇ ਤੁਰਨ ਵਾਲਾ ਅਕਾਲੀ ਦਲ ਹੈ। ਉਹ ਨਹੀਂ ਜੋ ਕੁਝ ਹੁਣ ਚੱਲਦਾ ਪਿਆ, ਇਹ ਤੇ ਕਿਤੇ ਨੇੜੇ ਤੇੜੇ ਨਹੀਂ ਹੈਗਾ ਅਕਾਲੀ ਦਲ ਦੀ ਹੋਂਦ ਦੇ, ਅਕਾਲੀ ਦਲ ਦੀਆਂ ਜੜ੍ਹਾਂ ਦੇ। ਮੁੜ ਤੋਂ ਹੀ ਉਹ ਚੀਜ਼ਾਂ ਕਿੱਦਾਂ ਕਾਇਮ ਕਰਨੀਆਂ ਨੇ, ਲੋਕਾਂ ਦੇ ਵਿੱਚ ਵਿਸ਼ਵਾਸ ਕਿਵੇਂ ਪੈਦਾ ਕਰਨਾ ਹੈ, ਇਹਦੇ ਉੱਤੇ ਬਹੁਤ ਹੋਮਵਰਕ ਕਰਨ ਦੀ ਲੋੜ ਹੈ। ਸੁਖਬੀਰ ਬਾਦਲ ਜੀ ਨੂੰ ਬਹੁਤ ਜ਼ਿਆਦਾ ਡਟ ਕੇ ਕੰਮ ਕਰਨ ਦੀ ਲੋੜ ਹੈ। ਹੁਣ ਗੱਲਾਂ ਨਾਲ ਕੰਮ ਨਹੀਂ ਚੱਲਣਾ, ਹੁਣ ਕੰਮ ਕਰਕੇ ਦਿਖਾਉਣਾ ਪੈਣਾ। ਵੈਸੇ ਸ਼ਾਹ ਮੁਹੰਮਦ ਹੋਏ ਨੇ, ਉਹਨਾਂ ਨੇ ਕਿੱਸਾ ਲਿਖਿਆ ਇੱਕ, ਉਹਦੇ 'ਚ ਕਿੱਸਾ ਹੈਗਾ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ। ਉਹਦੇ 'ਚ ਕਿਹਾ ਅੱਜ ਹੋਏ ਸਰਕਾਰ ਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਉਹਨਾਂ ਨੇ ਕਿਹਾ ਕਿ ਇਹਦੇ 'ਚ ਇਹ ਵੀ ਹੈਗਾ ਕਿ ਰੁਤਬਾ ਜੋ ਬਾਦਲ ਸਾਹਿਬ ਦਾ ਸੀਗਾ, ਜੋ ਉਹਨਾਂ ਨੇ ਕਿਹਾ ਸੀਗਾ, ਉਦੋਂ ਉਹਨਾਂ ਨੇ ਬਹੁਤ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਨੇ ਰੱਜ ਕੇ ਰਾਜ ਕੀਤਾ ਹੈ ਨਾ। ਉਹਨਾਂ ਨੇ ਜੋ ਕੁਝ ਚਾਹੁੰਦੇ ਸੀਗੇ ਬਹੁਤ ਵਧੀਆ ਕੰਮ ਕੀਤੇ। ਪਰ ਇਹ ਪਾਰਟੀ ਦਾ ਜਿਹੜਾ ਨਖੇੜਾ ਜਾਂ ਟੁੱਟ ਭੰਨ, ਉਹ ਸਾਰਾ ਉਸ ਤੋਂ ਬਾਅਦ ਸੁਖਬੀਰ ਬਾਦਲ ਦੀ ਜਦੋਂ ਵਾਗਡੋਰ ਹੱਥ 'ਚ ਆਈ ਆ, ਉਹ ਉਪ ਮੁੱਖ ਮੰਤਰੀ ਵੀ ਰਹੇ ਆ ਔਰ ਗ੍ਰਹਿ ਮੰਤਰੀ ਵੀ ਰਹੇ ਆ। ਉਹਦੇ ਬਾਅਦ ਥੋੜ੍ਹਾ ਇਸ ਕਰਕੇ ਜਿਹੜੇ ਇਹਨਾਂ ਦੇ ਦਿਗਜ ਨੇਤਾ ਸੀ, ਵੱਡੇ ਸੀ, ਉਹ ਇਸ ਕਰਕੇ ਰੁੱਸੇ ਗਏ। ਅਸੀਂ ਤਾਂ ਬਹੁਤ ਪੁਰਾਣੇ ਪਾਰਟੀ ਨਾਲ ਜੁੜੇ ਪਏ ਹਾਂ ਅਤੇ ਇਹਨਾਂ ਨੇ ਆਪਣਾ ਮੁੰਡਾ ਅੱਗੇ ਲਾ ਦਿੱਤਾ। ਉਹ ਇਹ ਗੱਲਾਂ ਜਿਹੜੀਆਂ ਉਹਨਾਂ ਨੂੰ ਨਹੀਂ ਰਾਸ ਆਈਆਂ ਔਰ ਉਹ ਦਫਾੜ ਹੋ ਗਿਆ ਅਕਾਲੀ ਦਲ। ਔਰ ਇਸ ਕਰਕੇ ਜਿਹੜੀ ਸਾਡੇ ਦਰਸ਼ਕ ਜਾਣਦੇ ਆ, ਬਾਦਲ ਸਾਹਿਬ ਦਾ ਸਤਿਕਾਰ ਇੱਜ਼ਤ ਬਹੁਤ ਦੂਰ ਤੱਕ ਸੀਗਾ। ਸੈਂਟਰ ਗੌਰਮੈਂਟ ਸਾਰੀ ਜਦੋਂ ਹੁਣ ਆਏ ਸੀਗੇ ਮੋਦੀ ਸਾਹਿਬ, ਉਹ ਇਹਨਾਂ ਦੇ ਪੈਰੀਂ ਹੱਥ ਲਾਉਂਦੇ ਸੀ। ਉਹ ਕਹਿੰਦੇ ਮੇਰੇ ਬਾਪ ਵਰਗਾ, ਮੈਂ ਵਰਗੇ ਸੀਗੇ, ਮੈਂ ਇਹਨਾਂ ਦਾ ਬਹੁਤ ਇੱਜ਼ਤ ਕਰਦਾ ਸੀਗਾ। ਅਟਲ ਬਿਹਾਰੀ ਵਾਜਪਾਈ ਹੈ ਨਾ, ਜਸਵੰਤ ਸਿੰਘ ਸਿਨਹਾ ਔਰ ਇਹਦੇ ਨਾਲ ਅਡਵਾਨੀ ਸਾਹਿਬ, ਸਾਰੇ ਇਹਨਾਂ ਦੇ ਸੀ। ਤੇ ਦੇਵੀ ਲਾਲ ਹਰਿਆਣੇ ਦੇ
ਜਿਹੜੇ ਦਿਗਜ ਨੇਤਾ ਸੀ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ। ਕਈ ਜਿਹੜੇ ਪੁਰਾਣੇ ਰਾਜਨੀਤੀ ਕਰਨ ਵਾਲੇ ਨੇ ਉਹ ਇੱਥੋਂ ਤੱਕ ਦੱਸਦੇ ਨੇ ਕਿ ਬਾਦਲ ਸਾਹਿਬ ਜਿਹੜੇ ਵੱਡੇ ਬਾਦਲ ਸਾਹਿਬ ਨੇ ਉਹਨਾਂ ਨੂੰ ਜਾ ਕੇ ਕੋਈ ਹੱਥ ਮਿਲਾਉਂਦਾ ਸੀ ਨਾ, ਉਹ ਹੱਥ ਮਿਲਾਉਣ ਤੋਂ ਸਮਝ ਜਾਂਦੇ ਸੀ ਕਿ ਇਹ ਬੰਦਾ ਕਿੱਧਰ ਦਾ ਹੈ, ਇਹਦਾ ਸੁਰ ਕੀ ਹੈ। ਨਹੀਂ ਪਤਾ ਸੀ ਉਹਨੂੰ, ਉਹ ਇੰਨੇ ਤੇਜ਼ ਦਿਮਾਗ ਦੇ ਕਿ ਬੰਦੇ ਨੂੰ ਇਦਾਂ ਫੌਰਨ ਤਾੜ ਲੈਂਦੇ ਸੀ ਇਹ ਬੰਦਾ ਕਿਸ ਸੁਰ ਚ ਆਇਆ ਤੇ ਕਰਨਾ ਕੀ ਚਾਹੁੰਦਾ ਹੈ। ਤਦੇ ਤਾਂ ਵਧੀਆ ਰਾਜ ਸੋ ਕੀਤਾ। ਇਹ ਜਿਵੇਂ ਅਤਕਥਨੀ ਨਾ ਹੋਵੇ ਤਾਂ ਇਹ ਉਹੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਰਹੇ ਤਾਂ ਪੰਜਾਬ ਦਾ ਕੀ ਬਣੂ, ਉਵੇਂ ਅੱਜ ਵੱਡੇ ਬਾਦਲ ਸਾਹਿਬ ਨਹੀਂ ਰਹੇ ਤੇ ਅਕਾਲੀ ਦਲ ਦਾ ਕੀ ਬਣੂ। ਸੇਮ ਸਿਚੁਏਸ਼ਨ ਹੈ ਜਿਹੜਾ ਤੁਸੀਂ ਕਹਿਣਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਇੱਕ ਸਰਕਾਰ ਬਾਝੋਂ ਇਹ ਸਰਕਾਰ ਹੁਣ ਨਹੀਂ ਰਹੀ, ਸਰਕਾਰ ਇਹ ਸੀ, ਇਹੀ ਸਰਕਾਰ ਸੀਗੇ। ਹਾਂ ਹੁਣ ਇਹ ਬਹੁਤ ਕੁਝ ਕਰਨਾ ਪੈਣਾ ਔਰ ਬਹੁਤ ਕੁਝ ਕਰਨ ਦਾ ਮਤਲਬ ਇਹ ਹੈ ਕਿ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਨੀ ਪੈਣੀ ਹੈ ਤਾਂ ਕਿਤੇ ਨਤੀਜੇ ਆ ਸਕਦੇ ਨੇ, ਕਿਉਂਕਿ ਇਸ ਵਕਤ ਅਕਾਲੀ ਦਲ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਰਹਿ ਗਿਆ, ਕਿਉਂਕਿ ਲੋਕਾਂ ਕੋਲ ਹੋਰ ਆਲਟਰਨੇਟਿਵ ਆ ਚੁੱਕੇ ਨੇ। ਲੋਕ ਬਾਕੀ ਪਾਰਟੀਆਂ ਬਾਰੇ ਸੋਚਣਾ ਸ਼ੁਰੂ ਕਰ ਚੁੱਕੇ ਨੇ ਔਰ ਉਹਦਾ ਨਤੀਜਾ ਆਪਾਂ ਦੇਖ ਚੁੱਕੇ ਹਾਂ ਚੋਣਾਂ ਦੇ ਵਿੱਚ। ਅਲਟਰਨੇਟਿਵ ਦੀ ਗੱਲ ਕੀਤੀ ਨਾ ਤੁਸੀਂ, ਇਹ ਕਦੋਂ ਦੀ ਪੁਰਾਣੀ ਪਾਰਟੀ ਆ, ਇਹ ਦੇਖੋ ਨੈਸ਼ਨਲ ਪਾਰਟੀ ਕੌਮੀ ਪਾਰਟੀ ਨਹੀਂ ਬਣ ਸਕੀ, ਉਹ ਅੱਜ ਆਈ ਆ ਪਾਰਟੀ। ਅੱਜ ਦਾ ਮਤਲਬ ਤਾਂ ਇੱਕੋ ਹੀ ਟਰਮ ਦੇ ਵਿੱਚ ਉਹ ਨੈਸ਼ਨਲ ਪਾਰਟੀ ਬਣ ਗਈ ਹੈ, ਜਦੋਂ ਕਿ ਅਜੇ 2-3 ਰਾਜਾਂ 'ਚ ਹੀ ਉਹਨਾਂ ਨੇ ਆਪਣੇ ਮੁੱਖ ਮੰਤਰੀ ਬਣਾਏ ਆ, ਪੂਰੇ ਹਿੰਦੁਸਤਾਨ 'ਚ ਨਹੀਂ। ਪਰਫਾਰਮੈਂਸ ਅੱਛੀ ਹੋ ਗਈ ਉਹਨਾਂ ਦੀ, ਉਹਦੇ ਅਕੋਰਡਿੰਗ ਜਿਹੜਾ ਚੋਣ ਕਮਿਸ਼ਨਰ ਨੇ ਵੇਖਿਆ ਕਿ ਇਹ ਕੰਮ ਚੰਗਾ ਕਰ ਰਿਹਾ ਜਾਂ ਲੋਕ ਇਹਨਾਂ ਨੂੰ ਰਿਐਕਟ ਅੱਛਾ ਕਰ ਰਹੇ ਆ, ਇਹਨਾਂ ਦੀ ਪਰਫਾਰਮੈਂਸ ਅੱਛੀ ਆ, ਉਹਦੇ ਅਕੋਰਡਿੰਗ ਜਿਹੜਾ ਨੈਸ਼ਨਲ ਪਾਰਟੀ ਬਣਾ ਦਿੱਤੀ ਉਹਨਾਂ ਨੇ। ਇਹ ਪਾਰਟੀ ਜਦੋਂ ਦੀ ਹੈ ਖੇਤਰੀ ਰਹੀ, ਰੀਜਨਲ ਪਾਰਟੀ ਰਹੀ, ਅੱਗੇ ਨਹੀਂ ਵੱਧ ਸਕੀ। ਇਸ ਕਰਕੇ ਨਹੀਂ ਵੱਧ ਸਕੀ ਕਿ ਤੋੜ ਫੋੜ ਵਿਅਕਤੀਗਤ ਜਿਹੜਾ ਹੈਗਾ ਭੰਨ ਤੋੜ, ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਨੀਤੀਆਂ ਨੇ ਇਹਨਾਂ ਨੂੰ ਪਿੱਛੇ ਧਕੇਲ ਦਿੱਤਾ। ਐਕਚੁਅਲੀ ਬਲਕਾਰ ਜੀ ਅਕਾਲੀ ਦਲ ਨੂੰ ਅਸੀਂ ਨੈਸ਼ਨਲ ਪਾਰਟੀ ਵਜੋਂ ਦੇਖ ਵੀ ਨਹੀਂ ਸਕਦੇ ਕਿਉਂਕਿ ਲੋਕਾਂ ਨੇ ਸਵੀਕਾਰ ਵੀ ਨਹੀਂ ਕਰਨਾ। ਜੀ ਜੀ ਕਿਉਂਕਿ ਕਿਤੇ ਨਾ ਕਿਤੇ ਇਹ ਚੀਜ਼ ਆਉਂਦੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਹੈ ਨਾ, ਸਿੱਖ ਸੰਗਤ, ਇਹ ਚੀਜ਼ਾਂ ਆਉਂਦੀਆਂ ਨੇ। ਸਹੀ ਗੱਲ ਹੈ ਔਰ ਇਹ ਕੋਈ ਮਾੜੀ ਗੱਲ ਨਹੀਂ, ਇਹ ਵਧੀਆ ਗੱਲ ਹੈ ਔਰ ਇਹੀ ਸਾਡੀ ਪਛਾਣ ਹੈ, ਕਿਉਂਕਿ ਪੰਜਾਬ ਦੀ ਪਛਾਣ ਗੁਰੂ ਸਾਹਿਬਾਨ ਦੇ ਨਾਂ ਤੋਂ ਹੈ, ਪੰਜਾਬ ਦੀ ਪਛਾਣ ਸ਼੍ਰੀ ਹਰਿਮੰਦਰ ਸਾਹਿਬ ਨੇ। ਸੋ ਜਦੋਂ ਅਸੀਂ ਦੇਖਦੇ ਹਾਂ ਸ਼੍ਰੋਮਣੀ ਅਕਾਲੀ ਦਲ, ਜਦੋਂ ਅਸੀਂ ਦੇਖਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਇੱਕੋ ਚੀਜ਼ ਲੱਗਦੀ ਹੈ। ਪਰ ਇਹਦੇ 'ਚ ਮੈਂ ਨਿਖੇੜਾ ਪਾਉਂਗਾ ਇਸ ਕਰਕੇ ਜਿੱਦਾਂ ਇਸ ਵੇਲੇ ਸੈਂਟਰ 'ਚ ਬੈਠਿਆ ਤਾਂ ਉਹਦੇ 'ਚ ਉਹਨਾਂ ਹਿੰਦੂ ਆਦ ਦੀ ਗੱਲ ਕੀਤੀ ਹੈ, RSS ਦੀ ਗੱਲ ਕੀਤੀ ਆ, ਉਹ ਵੀ ਇੱਕ ਧਰਮ ਨਾਲ ਜੋੜਦੇ ਆ। ਜੇ ਅਕਾਲੀ ਦਲ ਜੇ ਸਿੱਖਾਂ ਦੀ ਗੱਲ ਕਰ ਰਿਹਾ ਜਾਂ ਸਰਬੱਤ ਦੇ ਭਲੇ ਦੀ ਗੱਲ ਕਰ ਰਿਹਾ ਜਾਂ SGPC ਦੀ ਗੱਲ ਕਰ ਰਿਹਾ ਤਾਂ ਉਹ ਇੱਕ ਧਰਮ ਨਾਲ ਨਹੀਂ ਜੋੜਦਾ, ਧਰਮ ਨਾਲ ਨਹੀਂ ਜੋੜਦਾ। ਕਿਉਂਕਿ ਫਰਕ ਇਹ ਹੈ ਕਿ ਜਿਹੜੀ ਇਹ ਆਪਾਂ ਕਹਿੰਦੇ ਆ ਨਾ ਕਿ ਹਿੰਦੂ ਰਾਸ਼ਟਰਵਾਦ ਦੀ ਗੱਲ ਹੋ ਰਹੀ ਹੈ ਜਾਂ ਭਗਵਾ ਕਰਨ ਦੀ ਗੱਲ ਹੋ ਰਹੀ ਹੈ, ਉਹ ਉੱਥੇ ਕਿਤੇ ਨਾ ਕਿਤੇ ਟਕਰਾਓ ਦੀ ਰਾਜਨੀਤੀ ਹੈ ਹੁੰਦਾ। ਪਰ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਇਹ ਟਕਰਾਓ ਦੀ ਰਾਜਨੀਤੀ ਨਹੀਂ ਹੈ, ਇਹ ਇਨਕਲੂਸਿਵ ਪੋਲਿਟਿਕਸ ਹੈ, ਸਭ ਨੂੰ ਇਕੱਠੇ ਲੈ ਕੇ ਤੁਰਨ ਦੀ ਰਾਜਨੀਤੀ ਹੈ। ਸਭ ਤੋਂ ਵੱਡੀ ਪਾਰਟੀ ਜਿਹੜੀ ਰਹੀ ਹੈ ਜਿਨ੍ਹਾਂ ਨੇ ਰਾਜ ਕੀਤਾ ਨਹਿਰੂ ਤੋਂ ਲੈ ਕੇ ਹੁਣ ਤੱਕ ਸਰਦਾਰ ਪਟੇਲ ਤੱਕ ਕੀਤਾ, ਉਹ ਸੈਕੂਲਰ ਪਾਰਟੀ, ਧਰਮ ਨਿਰਪੱਖ ਪਾਰਟੀ ਕਾਂਗਰਸ ਰਹੀ ਹੈ। ਬਿਲਕੁਲ ਕਾਂਗਰਸ ਦਾ ਇਸ ਪਾਸੇ ਨਹੀਂ ਸੀ ਝੁਕਾ ਕਿਸੇ ਧਰਮ ਨਾਲ। ਬਾਕੀ ਪਾਰਟੀਆਂ ਜਿਹੜੀਆਂ ਧਰਮਾਂ ਨਾਲ ਜੁੜ ਗਈਆਂ, ਉਹਦੇ ਨਾਲ ਫਿਰ ਦੂਜੇ ਲੋਕਾਂ ਨੂੰ ਉਹਨਾਂ ਨਾਲ ਜੋੜ ਲਿਆ, ਉਹਦੇ ਨਾਲ ਬਾਕੀ ਲੋਕਾਂ ਨੂੰ ਦੱਸਿਆ ਵੀ ਆਹ ਝੰਡਾ ਭਗਵਾਪਣ RSS ਆ, ਇਹ ਕਹਿੰਦੇ ਆ ਆ ਤੱਕੜੀ ਆ, ਬੜਾ ਕੁਛ। ਉਸ ਹਿਸਾਬ ਨਾਲ ਧਰਮ ਨਾਲ ਜੋੜਨ ਨਾਲ ਲੋਕਾਂ ਦਾ ਵਿੱਚ ਜਿਹੜੀ ਹੈ ਨਾ ਉਹ ਇਸ ਕਰਕੇ ਬਹੁਮਤ ਘਟ ਜਾਂਦਾ, ਬਹੁਮਤ ਘਟਦਾ ਹੈ। ਔਰ ਦੂਜੀ ਗੱਲ ਇਹ ਹੈ ਕਿ ਜੋ ਅਕਾਲੀ ਦਲ ਹੈ ਨਾ ਉਹ ਸ਼ੁਰੂ ਤੋਂ ਰਿਹਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਹੈ, ਡੈਮੋਕ੍ਰੇਸੀ ਨਾਲ ਜੁੜਿਆ ਹੋਇਆ, ਪਰ ਹੌਲੀ ਹੌਲੀ ਇਹਦੇ ਉੱਤੇ ਵੀ ਕੁਐਸਚਨ ਮਾਰਕ ਲੱਗਣ ਲੱਗ ਪਿਆ ਕਿ ਇਹ ਐਲੀਟ ਪੋਲਿਟਿਕਸ ਖੇਡਦੇ ਪਏ ਨੇ, ਕਿਉਂਕਿ ਪਰਿਵਾਰਵਾਦ ਵੱਲ ਆ ਗਏ। ਜਿੱਥੇ ਪਰਿਵਾਰਵਾਦ ਸ਼ੁਰੂ ਹੋ ਜਾਏਗਾ ਉੱਥੇ ਐਲੀਟ ਪੋਲਿਟਿਕਸ ਸ਼ੁਰੂ ਹੋ ਜਾਏਗੀ ਕਿ ਆਪਣੇ ਆਪ ਨੂੰ ਕਿੱਦਾਂ ਸਥਾਪਿਤ ਕਰਨਾ ਸੱਤਾ ਦੇ ਵਿੱਚ। ਪਰ ਜਦੋਂ ਤੱਕ ਡੈਮੋਕ੍ਰੈਟਿਕ ਰਹੇਗਾ ਉਦੋਂ ਤੱਕ ਇਹ ਹੈ ਕਿ ਪਾਰਟੀ ਨੂੰ ਕਿੱਦਾਂ ਸਥਾਪਿਤ ਕਰਨਾ ਹੈ, ਉਹ ਵੈਲਿਊਜ਼ ਨੂੰ ਕਿੱਦਾਂ ਸਥਾਪਿਤ ਕਰਨਾ, ਸੰਸਕਾਰਾਂ ਨੂੰ ਕਿੱਦਾਂ ਸਥਾਪਿਤ ਕਰਨਾ, ਕਿਉਂਕਿ ਅਸੀਂ ਪੰਜਾਬ ਦੇ ਭਵਿੱਖ ਵਾਸਤੇ ਵਿਜ਼ਨਰੀ ਹਾਂ, ਅਸੀਂ ਉਹਨਾਂ ਵਾਸਤੇ ਕੁਝ ਕਰਨਾ ਚਾਹੁੰਦੇ ਹਾਂ। ਕਰਨਾ ਤਾਂ ਸਭ ਨੇ ਮਿਲ ਕੇ ਜਨਤਾ ਦੇ ਸਾਥ ਦੇ ਨਾਲ ਹੀ ਮਿਲ ਕੇ ਕਰਨਾ ਹੈ ਸਭ ਕੁਝ, ਪਰ ਇੱਕ ਵਿਜ਼ਨ ਤਾਂ ਚਾਹੀਦਾ ਨਾ ਲੀਡਰ ਕੋਲ। ਅੱਜ ਉਹ ਵਿਜ਼ਨ ਨਹੀਂ ਹੈਗਾ, ਅੱਜ ਉਹ ਲੀਡਰਸ਼ਿਪ ਨਹੀਂ ਹੈ। ਉਹਨਾਂ ਦੇ ਜਾਣ ਤੋਂ ਬਾਅਦ, ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਮੇਰੇ ਖਿਆਲ ਤੇ ਪੂਰੀ ਸੋਚ ਲੜਾਉਣਗੇ ਔਰ ਸਲਾਹ ਵੀ ਲੈਣਗੇ, ਬੋਰਡ ਵੀ ਬਣਾਉਣਗੇ ਔਰ ਬੜਾ ਕੁਝ ਕਰਨਗੇ। ਉਹਨਾਂ ਨੂੰ ਦੁਬਾਰਾ ਇਹਨੂੰ ਰਿਵਾਈਵ ਕਰਨ ਲਈ, ਦੁਬਾਰਾ ਇਹਨੂੰ ਖੜੇ ਕਰਨ ਲਈ ਪਾਰਟੀ ਦੇ ਮਿਹਨਤ ਮਸ਼ੱਕਤ ਕਰਨੀ ਪਊਗੀ, ਬਹੁਤ ਜ਼ਿਆਦਾ ਮੇਲ ਜੋਲ ਰੱਖਣਾ ਪਊਗਾ। ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਦੁਬਾਰਾ 1 to all ਭਾਰਤ ਜੋੜੋ ਯਾਤਰਾ ਕੀਤੀ ਆ, ਲੋਕਾਂ ਨਾਲ ਮਿਲੇ ਆ, ਲੋਕਾਂ ਦੀਆਂ ਗੱਲਾਂ ਸੁਣੀਆਂ ਹੈਗੀਆਂ। ਉਹ ਹੁਣ ਜਾ ਕੇ ਕਰਨਾਟਕ 'ਚ ਵੀ ਉਹ ਬੋਲਦੇ ਆ, ਹਰ ਜਗ੍ਹਾ ਬੋਲਦੇ ਆ, ਚਾਹੇ ਉਹਨਾਂ ਨੂੰ MP ਨਹੀਂ ਰਹਿਣਤਾ, ਚਾਹੇ ਉਹਨਾਂ ਦੀ ਰਿਹਾਇਸ਼ ਵੀ ਖੋਲੀ ਹੈ, ਪਰ ਐਜ਼ ਏ ਲੀਡਰ ਤੋਂ ਅਜੇ ਖੜੇ ਸਟੈਂਡ ਕਰਦੇ। ਬਿਲਕੁਲ ਤੁਸੀਂ ਠੀਕ ਫੜੀ ਹੈ ਨਬਜ਼ ਇਸ ਵਕਤ ਸੁਖਬੀਰ ਜੀ ਦੀ, ਕਿਉਂਕਿ ਪਹਿਲਾਂ ਵੀ ਗੱਲ ਹੋਈ ਸੀ ਸੁਖਬੀਰ ਜੀ ਦੀ ਜੇ ਯਾਤਰਾ ਹੋ ਜਾਏ ਨਾ, ਪੰਜਾਬ ਜੋੜੋ ਯਾਤਰਾ, ਇਹ ਸਾਰੇ ਜੋ ਆਪਾਂ ਅੱਗੇ ਵੀ ਕਿਹਾ ਸੀ, ਬਿਲਕੁਲ ਪਹਿਲਾਂ ਵੀ ਕਿਹਾ ਸੀ, ਥੋੜੇ ਜਿਹੇ ਮੋਟੇ ਆ, ਥੋੜੇ ਠੀਕ ਹੋ ਜਾਣਗੇ। ਚਲੋ ਉਹ ਤਾਂ ਉਸ ਵਕਤ ਆਪਾਂ ਮਜ਼ਾਕ ਕੀਤਾ ਸੀ ਕਿ ਫਿਟਨੈਸ ਹੋ ਜਾਏਗੀ, ਤੁਰਨਗੇ ਨਾ ਜਾ ਕੇ। ਰਾਹੁਲ ਗਾਂਧੀ ਵੀ ਨੰਗੇ ਪੈਰੀ ਤੁਰਦੇ ਰਹੇ, ਦਾੜਾ ਵੀ ਵਧਾ ਲਿਆ ਉਹਨਾਂ ਨੇ, ਹੈ ਨਾ। ਟੀ-ਸ਼ਰਟ ਹੀ ਸਰਦੀਆਂ ਦੇ ਵਿੱਚ, ਪੋਹ ਮਾਘ ਦੇ ਮਹੀਨੇ 'ਚ ਸਰਦੀਆਂ ਵਿੱਚ ਟੀ-ਸ਼ਰਟ ਨਾਲ ਤੁਰੇ ਫਿਰਦੇ। ਇਸ ਵਕਤ ਪੂਰਾ ਮਾਹੌਲ ਹੈ, ਲੋਕਾਂ ਦੀ ਸਿੰਪਥੀ ਹੈ। ਸਹੀ ਗੱਲ। ਇਸ ਵਕਤ ਜੇ ਸੁਖਬੀਰ ਬਾਦਲ ਆਪਣੇ ਸਾਰੇ ਲੋਕਾਂ ਨੂੰ ਲੈ ਕੇ ਜਿਹੜੀ ਉਹਨਾਂ ਦੀ ਟੀਮ ਹੈ ਉਹਦੇ ਨਾਲ ਮਿਲ ਕੇ ਜੇ ਪੰਜਾਬ ਜੋੜੋ ਯਾਤਰਾ ਸ਼ੁਰੂ ਕਰਨ
ਤਾਂ ਮੁੜ ਤੋਂ ਬਾਉਂਸ ਬੈਕ ਕਰ ਸਕਦੀ ਹੈ ਪਾਰਟੀ। ਰੀਸੈਂਟਲੀ ਹੁਣੇ ਹੈ, ਹੁਣ ਬਹੁਤ ਸਿੰਪਥੀ ਹੈ, ਹਮਦਰਦੀ ਹੈ। ਬਿਲਕੁਲ। ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਲੋਕ ਝੁਕੇ ਆ ਪੂਰੇ, ਇਸ ਮਾਹੌਲ ਬਣਿਆ ਹੋਇਆ ਹੈ। ਬਾਦਲ ਸਾਹਿਬ ਤਾਂ ਲੋਕਾਂ ਲਈ ਇਸ ਤਰ੍ਹਾਂ ਚੱਲਦੇ ਸੀਗੇ ਵੀ ਜਿਸ ਤਰ੍ਹਾਂ ਆਪ ਹੀ ਸਰਕਾਰ ਹੈ, ਜਿਸ ਤਰ੍ਹਾਂ ਉਹਨਾਂ ਨੂੰ ਨਿਸਬਤ ਕੀਤੀ ਹੋਈ ਮਹਾਰਾਜਾ ਰਣਜੀਤ ਸਿੰਘ ਨਾਲ, ਕਿਉਂਕਿ ਵੱਧ ਤੋਂ ਵੱਧ ਇਹਨਾਂ ਮਿਆਦ ਨਾਲ ਰਾਜ ਕਮਾਇਆ, ਇੱਥੇ ਰਾਜ ਕੀਤਾ ਵਾ, ਤਾਂ ਇਸ ਕਰਕੇ ਲੋਕ ਬਹੁਤ ਪਿਆਰ ਕਰਦੇ ਆ। ਆਪੋਜੀਸ਼ਨ ਸਾਰੀ ਆਈ ਆ, ਜਦੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਏ ਆ, ਅੰਤਮ ਸੰਸਕਾਰ 'ਤੇ ਆਏ ਆ, ਸਾਰੀ ਆਪੋਜੀਸ਼ਨ, ਸਾਰੇ ਮੁੱਖ ਮੰਤਰੀ, ਸਾਰੀ ਦੁਨੀਆ, ਸਾਰੇ ਲੀਡਰ, ਟੋਟਲ ਪਬਲਿਕ ਪਹੁੰਚੀ ਹੈ। ਇਹ ਬਹੁਤ ਵੱਡੀ ਗੱਲ ਹੈ। ਇੱਕ ਨੇਤਾ ਨਹੀਂ ਇੰਨਾ ਕੁਛ ਆਉਣਾ, ਹਵਾਈ ਜਹਾਜ਼, ਹੈਲੀਕਾਪਟਰ, ਪਤਾ ਨਹੀਂ ਲੱਗਦਾ, ਔਰ ਕਿੰਨੇ 100 ਏਕੜ ਜ਼ਮੀਨ ਦੇ ਵਿੱਚ ਜਿਹਨਾਂ ਨੇ ਆਪਣਾ ਬਾਗ ਲਾਇਆ ਸੀ, ਉਹਦੇ ਵਿੱਚ ਇਹਨਾਂ ਦਾ ਸੰਸਕਾਰ ਕੀਤਾ, ਔਰ ਉਹਦੇ ਵਿੱਚ ਦੁਨੀਆ ਵੇਖਣ ਦੇ ਯੋਗ ਸੀ। ਕਿੰਨੀ ਦੁਨੀਆ, ਦਿਲ ਮਾਰਿਆ ਪੁੰਜੇ ਨਹੀਂ ਸੀ ਪੈਂਦਾ, ਇੰਨਾ ਤਾਦਾਦ 'ਚ ਲੋਕ ਬੈਠੇ ਸੀ। ਇਹ ਹੈਗਾ ਪਿਆਰ, ਇਹ ਹੈਗਾ ਸਤਿਕਾਰ, ਇਹ ਹੈਗਾ ਮਾਣ ਉਹਨਾਂ ਦੀ ਜਾਂਦੀ ਜਿਹੜੀ ਚਲੇ ਗਈ ਸ਼ਖਸੀਅਤ ਪੰਜਾਬ। ਬਿਲਕੁਲ ਸਹੀ ਗੱਲ ਹੈ। ਔਰ ਅਸੀਂ ਆਪਣੇ ਇਸ ਪਲੇਟਫਾਰਮ ਤੋਂ ਨਾ ਸਿਰਫ ਅਕਾਲੀ ਦਲ ਨੂੰ ਨਹੀਂ, ਬਾਕੀ ਸਾਰੀਆਂ ਪਾਰਟੀਆਂ ਨੂੰ ਵੀ ਕਹਿੰਦੇ ਆ, ਭਾਵੇਂ ਉਹ ਕੌਮੀ ਪਾਰਟੀਆਂ ਨੇ, ਭਾਵੇਂ ਉਹ ਜਿਹੜੀਆਂ ਨੇ ਓਰੀਜਨਲ ਪਾਰਟੀਆਂ ਨੇ। ਕਾਂਗਰਸ ਪਾਰਟੀ ਵੀ ਮੂੰਹ ਤੇ ਮੂੰਹ ਡਿੱਗੀ ਹੈ, ਕਿੰਨਾ ਕੁਝ ਹੋਇਆ ਇਹਨਾਂ ਦਾ। ਭਾਵੇਂ ਕੌਮੀ ਪਾਰਟੀਆਂ ਨੇ, ਭਾਵੇਂ ਖੇਤਰੀ ਪਾਰਟੀਆਂ ਨੇ, ਅਸੀਂ ਸਭ ਨੂੰ ਇਹੀ ਕਹਿੰਦੇ ਆਪਣੇ ਪਲੇਟਫਾਰਮ ਤੋਂ ਕਿ ਜਿਹੜੇ ਵੀ ਤੁਹਾਡੇ ਕੰਫਰਟ ਜ਼ੋਨ ਨੇ ਨਾ, ਉਹਨਾਂ ਚੋਂ ਬਾਹਰ ਨਿਕਲੋ ਔਰ ਲੋਕਾਂ ਵਾਸਤੇ ਕੰਮ ਕਰੋ। ਇਸ ਵਕਤ ਸੂਬੇ ਨੂੰ ਵੀ ਲੋੜ ਹੈ ਤੇ ਪੂਰੇ ਭਾਰਤ ਦੇਸ਼ ਨੂੰ ਵੀ ਲੋੜ ਹੈ ਕੰਮ ਕਰਨ ਦੀ। ਜੋ ਸਾਡੀ ਹਾਲਤ ਹੋਈ ਪਈ ਹੈ ਨਾ, ਉਹ ਹਾਲਤ ਸਾਡੀ ਹੋਣੀ ਨਹੀਂ ਚਾਹੀਦੀ ਸੀ, ਪਰ ਹੋ ਗਈ ਹੈ, ਤੇ ਹੁਣ ਇਹਨੂੰ ਸੰਭਾਲੀਏ। ਇਹ ਨਹੀਂ ਕਿ ਸਾਡੇ ਪੁਰਖਿਆਂ ਨੇ ਗਲਤੀਆਂ ਕੀਤੀਆਂ, ਠੀਕ ਹੈ, ਜੇ ਸਾਨੂੰ ਇੱਕ ਖੁਸ਼ਹਾਲ ਮਾਹੌਲ ਨਹੀਂ ਮਿਲਿਆ, ਕਾਮਯਾਬ ਮਾਹੌਲ ਨਹੀਂ ਮਿਲਿਆ, ਤੇ ਉਹਨੂੰ ਖੁਸ਼ਹਾਲ ਬਣਾਈਏ, ਉਹਨੂੰ ਕਾਮਯਾਬ ਬਣਾਈਏ, ਕੋਸ਼ਿਸ਼ ਕਰੀਏ। ਜੋ ਪੁਰਖਿਆਂ ਨੇ ਗਲਤੀਆਂ ਕੀਤੀਆਂ, ਅਸੀਂ ਉਹ ਗਲਤੀਆਂ ਨਾ ਕਰੀਏ, ਅਸੀਂ ਸਿਆਣਪ ਨਾਲ ਕੰਮ ਲੈ ਲਈਏ। ਇਸ ਵਕਤ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲੋ ਤੇ ਉੱਠ ਕੇ ਕੰਮ ਕਰੋ। ਲੋਕਾਂ ਨੂੰ ਅੱਜ ਜ਼ਰੂਰਤ ਹੈ ਕੰਮ ਦੀ, ਔਰ ਸੂਬੇ ਨੂੰ ਵੀ, ਦੇਸ਼ ਨੂੰ ਵੀ ਜ਼ਰੂਰਤ ਹੈ ਅੱਜ ਕੰਮ ਦੀ। ਵੈਸੇ ਜੇ ਹਿਸਟਰੀ ਪੜ੍ਹੀਏ ਨਾ, ਇਤਿਹਾਸ ਪੜ੍ਹੀਏ ਹਿੰਦੁਸਤਾਨ ਦਾ, ਜਦੋਂ ਪਤਨ ਹੁੰਦਾ ਕਿਸੇ ਪਾਰਟੀ ਦਾ, ਸਰਕਾਰ ਦਾ, ਮਹਾਰਾਜੇ ਦਾ, ਉਹਦੇ ਵਿੱਚ ਪਤਾ ਕੀ ਹੁੰਦਾ, ਡਾਊਨਫਾਲ ਜਿਹੜਾ ਹੁੰਦਾ, ਪਤਨ ਹੋਣ ਨਾਲ ਉਹਦੀਆਂ ਕੁਝ ਆਪਣੇ ਅੰਦਰੂਨੀ ਜਿਹੜੀਆਂ ਭੇਦਭਾਵ ਹੁੰਦੇ ਆ, ਉਹ ਮਰਵਾਉਂਦੇ ਆ। ਜਿਸ ਤਰ੍ਹਾਂ ਪਠਾਨ, ਮੁਗਲ, ਜਿਸ ਤਰ੍ਹਾਂ ਮਰਾਠੇ, ਜਿਸ ਤਰ੍ਹਾਂ ਜਿਹੜੇ ਹੈਗੇ ਡੋਗਰੇ, ਔਰ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਕਿ ਇਹ ਥੱਲੇ ਨੂੰ ਗਏ ਆ, ਇਹਦੇ ਵਿੱਚ ਬੜਾ ਕੁਝ ਅੰਦਰ ਆ ਗਿਆ। ਅੰਦਰ ਆਉਣ ਨਾਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਅੰਗਰੇਜ਼ ਆ ਵੜੇ, ਅਤੇ ਉਸ ਤੋਂ ਬਾਅਦ ਡੋਗਰੇ ਆ ਵੜੇ, ਉਹਨਾਂ ਨੇ ਪੂਰੀ ਤੋੜ ਭੰਨ ਲਾਈ, ਔਰ ਉਹਨਾਂ ਦੇ ਸ਼ਹਿਜ਼ਾਦੇ, ਉਹਨਾਂ ਦੇ ਬੱਚਿਆਂ ਨੂੰ ਮਰਵਾ ਦਿੱਤਾ ਗਿਆ। ਇਸੇ ਤਰ੍ਹਾਂ ਪਠਾਨ, ਇਸੇ ਤਰ੍ਹਾਂ ਮੁਗਲ। ਪਰ ਇਸ ਤੋਂ ਜਿਹੜੀਆਂ ਪਾਰਟੀਆਂ ਨੂੰ ਚੁਕੰਨੇ ਰਹਿਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਦੇ ਅੰਦਰ ਕੀ ਗੜਬੜ ਚੱਲ ਰਹੀ ਹੈ, ਕਿਉਂਕਿ ਲੋਕਾਂ ਵੱਲ ਨਹੀਂ ਵੇਖਦੇ, ਫਿਰ ਉਹ ਵਿਅਕਤੀਗਤ ਤੌਰ 'ਤੇ ਆਪਣੇ ਮਨਸੂਬੇ, ਆਪਣੇ ਬੈਨੀਫਿਟ ਤੇ ਆਪਣੇ ਜਿਹੜੇ ਲੋਕਾਂ ਤੱਕ ਜਿਹੜਾ ਲਾਭ ਪਹੁੰਚਾਉਂਦੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਚਾਅ ਕਰਨਾ ਚਾਹੀਦਾ, ਨਹੀਂ ਤਾਂ ਲੋਕ ਉਲਟ ਚੱਲਦੇ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਜਦੋਂ ਕੋਈ ਰਾਜਾ, ਰਾਜਨੀਤੀ ਇਹ ਕਹਿੰਦੀ ਹੈ ਕਿ ਜਦੋਂ ਕੋਈ ਰਾਜਾ ਕੰਫਰਟ ਜ਼ੋਨ 'ਚ ਆ ਜਾਂਦਾ ਨਾ, ਆਰਾਮ ਪ੍ਰਸਤ ਹੋ ਜਾਂਦਾ, ਅਯਾਸ਼ ਕਹਿ ਲਓ, ਆਰਾਮ ਪ੍ਰਸਤ ਕਹਿ ਲਓ, ਕਿਉਂਕਿ ਤੁਸੀਂ ਬੜਾ ਡਾਇਰੈਕਟ ਹਿੱਟ ਮਾਰ ਦਿੱਤੀ ਹੈ। ਮੈਂ ਉਹਨੂੰ ਥੋੜਾ ਡੈਲੀਕੇਟ ਕਹਿ ਰਿਹਾ ਸੀ। ਜੋ ਬੰਦਾ ਆਰਾਮ 'ਚ ਆ ਜਾਏਗਾ ਨਾ, ਜੋ ਬੰਦਾ ਕੰਫਰਟ ਜ਼ੋਨ 'ਚ ਆ ਜਾਏਗਾ, ਸਮਝੋ ਗਿਆ ਖਤਮ। ਜਦੋਂ ਤੱਕ ਉਹ ਐਕਟਿਵ ਹੈ, ਕੰਫਰਟ ਜ਼ੋਨ 'ਚ ਨਹੀਂ, ਆਰਾਮ ਨਹੀਂ ਕਰਦਾ, ਉਦੋਂ ਤੱਕ ਉਹ ਬੰਦਾ ਸਹੀ ਰਹੇਗਾ। ਔਰ ਇਹ ਜਿਹੜਾ ਆਪਾਂ ਬਜ਼ੁਰਗਾਂ ਤੋਂ ਸੁਣਦੇ ਆ ਨਾ, ਆਰਾਮ ਹੈ ਹਰਾਮ, ਬਿਲਕੁਲ, ਜੇ ਉਹਨੂੰ ਅਪਲਾਈ ਕਰੋ, ਆਰਾਮ ਨਹੀਂ ਕਰਨਾ, ਕੰਮ ਕਰਦੇ ਰਹਿਣਾ, ਤਾਂ ਉੱਥੇ ਕੋਈ ਵੀ ਗਲਤੀਆਂ ਨਹੀਂ ਹੋਣਗੀਆਂ, ਉੱਥੇ ਆਰਾਮ ਪ੍ਰਸਤੀ ਨਹੀਂ ਹੋਏਗੀ, ਉੱਥੇ ਅਯਾਸ਼ੀ ਨਹੀਂ ਹੋਏਗੀ, ਉੱਥੇ ਤੁਹਾਡੇ ਵਿਰੋਧੀ ਨਹੀਂ ਹੋਣਗੇ, ਕਿਉਂਕਿ ਤੁਹਾਨੂੰ ਪਤਾ ਹੈ ਐਕਟਿਵ ਹੈਗੇ ਹੋ, ਹਰ ਚੀਜ਼ ਦਾ ਪਤਾ ਹੈ, ਔਰ ਅਗਲੇ ਨੂੰ ਵੀ ਪਤਾ ਹੈ ਕਿ ਸਾਹਮਣੇ ਵਾਲਾ ਡੰਡਾ ਲਈ ਬੈਠਾ ਹੈ। ਇਸ ਕਰਕੇ ਜੇ ਅਸੀਂ ਡੰਡਾ ਚੁੱਕਿਆ ਤਾਂ ਉਹਨੇ ਸੇਵਾ ਕਰ ਦੇਣੀ ਹੈ, ਪੂਰਾ ਐਕਟਿਵ ਹੈ, ਤੇ ਸਾਰੀ ਜਨਤਾ ਉਹਦੇ ਨਾਲ ਹੈਗੀ ਹੈ। ਵੈਸੇ ਅੰਗਰੇਜ਼ਾਂ ਨੇ ਰਾਜ ਕਿਉਂ ਕੀਤਾ ਪੂਰੇ ਵਰਲਡ ਤੇ? ਇਸੇ ਕਰਕੇ ਕੀਤਾ, ਐਕਟਿਵ ਨੇ, ਐਕਟਿਵ, ਡਿਸਪਲਿਨ, ਬਿਲਕੁਲ ਅਨੁਸ਼ਾਸਨ 'ਚ ਰਹਿੰਦੇ ਰਹੇ ਹੋ। ਜੋ ਉਹਨਾਂ ਨੇ ਖਾਧਾ ਪੀਤੇ ਵੀ ਸਾਰਾ ਕੁਝ ਹੈ, ਪਰ ਕੰਮ ਕੀਤਾ ਲੋਕਾਂ ਲਈ, ਲੋਕਾਂ ਨੂੰ ਵੇਖਿਆ। ਇੰਡੀਵਿਜੂਅਲ ਜਦੋਂ ਲਾਰਡ ਡਲਹੌਜੀ ਆਏ ਇੱਥੇ, ਜਾਂ ਵਾਇਸਰਾਏ ਆਏ ਆ, ਤਾਂ ਉਹਨਾਂ ਲੋਕਾਂ ਤੱਕ ਗਏ, ਉਹ ਘੋੜੇ 'ਤੇ ਚੜ੍ਹ ਕੇ ਪਿੰਡਾਂ 'ਚ ਜਾਂਦੇ ਸੀ, ਤੁਰੇ ਫਿਰਦੇ ਸੀ, ਲੋਕਾਂ ਨਾਲ ਮਿਲਦੇ ਸੀਗੇ। ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਸੁਣਦੇ ਹੀ ਹਾਂ ਕਿ ਘੋੜੇ ਦੀ ਪਿੱਠ ਦੇ ਉੱਤੇ ਹੀ ਸੌਂ ਜਾਂਦੇ ਸੀ, ਸਾਰੀ ਰਾਤ ਯਾਤਰਾ ਕਰਨੀ ਤੇ ਘੋੜੇ ਦੀ ਪਿੱਠ ਦੇ ਉੱਤੇ ਸੌਂ ਜਾਣਾ। ਮਤਲਬ ਘੋੜੇ ਵੀ ਇੰਨੇ ਟ੍ਰੇਨਡ ਨੇ ਜੀ, ਔਰ ਸਾਰੀ ਯਾਤਰਾ ਕਰਕੇ ਸਵੇਰੇ ਪਹੁੰਚ ਜਾਣਾ। ਹੁਣ ਜੇ ਸ਼ਾਮ ਨੂੰ ਆ ਕੇ ਜੀ ਇਹੀ ਯਾਰ ਦੋਸਤ ਬਹਿ ਗਏ ਨੇ, ਅੱਜ ਜੀ ਕਿਹੜਾ ਚਿਕਨ ਖਾਣਾ, ਅੱਜ ਰੋਸਟਡ ਆਵੇ ਕਿ ਗ੍ਰਿਲ ਆਵੇ, ਤੇ ਅੱਜ ਕਿਹੜੀ ਪੀਣੀ ਹੈ, ਕਿਹੜਾ ਬ੍ਰਾਂਡ ਆਵੇ, ਜੇ ਆਹ ਕੁਝ ਸ਼ਾਮ ਨੂੰ ਕਰਨਾ ਤੇ ਫਿਰ ਸਿਆਸਤ ਹੋ ਚੁੱਕੀ, ਤੇ ਫਿਰ ਸੂਬੇ ਚੱਲ ਚੁੱਕੇ, ਫਿਰ ਡਾਊਨਫਾਲ ਹੋਣੀ ਹੈ। ਇਸ ਕਰਕੇ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੀਏ। ਜੋ ਵੀ ਇਹ ਕਰਦੇ ਨੇ, ਅਸੀਂ ਇਹ ਨਹੀਂ ਕਰਦੇ ਕਹਿੰਦੇ ਕਿ ਸਾਰੇ ਕਰਦੇ ਨੇ, ਜੋ ਵੀ ਇਹ ਕਰਦੇ ਨੇ ਨਾ, ਇਹ ਸ਼ਾਮ ਨੂੰ ਜਿਹੜੀ ਮਹਿਫਿਲ ਲੱਗਦੀ ਹੈ, ਉਸ ਮਹਿਫਿਲ ਤੋਂ ਬਾਹਰ ਨਿਕਲੋ। ਬਹੁਤ ਕੁਝ ਕਰਨ ਵਾਸਤੇ ਹੈ, ਜ਼ਿੰਦਗੀ ਇੱਕ ਮਹਿਫਿਲ ਹੈ, ਔਰ ਲੋਕਾਂ ਵਾਸਤੇ, ਸੂਬੇ ਵਾਸਤੇ, ਦੇਸ਼ ਵਾਸਤੇ ਕੰਮ ਕਰੋ। ਸਹੀ ਗੱਲ। ਸੋ ਆਪਾਂ ਅੱਗੇ ਵਧੀਏ। ਅੱਗੇ ਇਹ ਹੈ ਜੀ ਕਿ ਸੂਬੇ ਦੀ ਤਰੱਕੀ ਲਈ ਪੰਜਾਬ ਸਰਕਾਰ ਪੱਬਾਂ ਭਾਰ, ਇਹ ਮਾਨ ਸਾਹਿਬ ਕਹਿੰਦੇ ਨੇ, CM ਮਾਨ ਇਹ ਕਹਿ ਰਹੇ ਨੇ। ਵੈਸੇ ਇਹ ਖਾਸ ਬਹੁਤ ਇਹਨਾਂ ਨੇ
ਵਿਧਾਨ ਸਭਾ ਦੀਆਂ ਮੀਟਿੰਗ ਕੀਤੀਆਂ, ਵਿਸ਼ੇਸ਼ ਮੀਟਿੰਗਾਂ ਬੁਲਾਈਆਂ ਉਹਦੇ ਵਿੱਚ, ਔਰ ਉਹਨਾਂ ਵਿੱਚ ਇਹਨਾਂ ਨੇ ਆਪਣੇ ਵਿਕਾਸ ਦੀ ਗੱਲ ਕੀਤੀ, ਆਪਣੇ ਮੂਲ ਮੁੱਦਿਆਂ ਦੀ ਗੱਲ ਕੀਤੀ, ਉਹਨਾਂ ਵਿੱਚ ਜੋ ਜੋ ਕਰ ਚੁੱਕੇ ਉਹ ਗੱਲ ਕੀਤੀ ਉਹਨਾਂ ਨੇ। ਇਹਦੇ ਕਾਊਂਟਡਾਊਨ ਕੀਤੀ ਕਿ ਇਹਨਾਂ ਦਿਨਾਂ ਵਿੱਚ ਅਸੀਂ ਕੀ ਕੁਝ ਕਰ ਦਿੱਤਾ ਤਾਂ ਅੱਗੇ ਕੀ ਕਰਨਾ ਫਿਊਚਰ ਦੇ ਵਿੱਚ। ਔਰ ਇਹਨਾਂ ਨੇ ਵੀ ਮਸਲਾ ਕਰ ਦਿੱਤਾ ਕਿ ਅਸੀਂ ਹੁਣ ਪਿੰਡੋਂ ਪਿੰਡ ਵੀ ਜਾਵਾਂਗੇ, ਉਸ ਵਿਧਾਨ ਸਭਾ 'ਚ ਨਹੀਂ ਡਿਸਕਸ ਹੋਊਗਾ, ਲੋਕਾਂ ਤੱਕ ਜਾਵਾਂਗੇ। ਜਿਹੜੀ ਸਰਕਾਰ ਆਪ ਦੀ ਸਰਕਾਰ ਲੋਕਾਂ ਦੇ ਦੁਆਰ, ਇਹਨਾਂ ਨੇ ਇੱਕ ਨਾਅਰਾ ਵੀ ਦਿੱਤਾ। ਅੱਛੀ ਗੱਲ ਹੈਗੀ ਹੈ, ਪਰ ਇਹਦੇ ਵਿੱਚ ਜਿੰਨੇ ਲੋਕ ਨੇ, ਕੁਝ ਤਾਂ ਲੋਕ ਖੁਸ਼ ਹੁੰਦੇ ਆ, ਕੁਝ ਨੁਕਤਾਚੀਨੀ ਵੀ ਕਰਦੇ ਆ। ਇਹ ਤਾਂ ਗੱਲ ਰਹਿੰਦੀ ਹੈ ਘਰ ਤੋਂ ਹੀ ਸ਼ੁਰੂ ਹੁੰਦੀ ਹੈ। ਘਰ ਦੇ ਪਰਿਵਾਰ ਦੇ ਵਿੱਚ ਜੇ ਬਾਪੂ ਕੰਮ ਕਰਦਾ ਹੈਗਾ ਤਾਂ ਉਹਦੇ ਵਿੱਚ 2 ਮੁੰਡੇ ਤਾਂ ਉਹਦੇ ਉਲਟ ਚੱਲਦੇ ਆ, 4 ਮੁੰਡੇ ਉਹਦੇ ਨਾਲ ਚੱਲਦੇ ਆ। ਇਹ ਹਿਊਮਨ ਸਾਈਕੀ ਆ। ਕਦੀ ਕਦੀ ਪੂਰਾ 100% ਨਹੀਂ ਤੁਸੀਂ ਵੇਖੋਗੇ ਕਿ 100% ਹੀ ਲੋਕ ਖੁਸ਼ ਨੇ, ਕਦੀ ਖੁਸ਼ ਨਹੀਂ ਕਰ ਪਾਓਗੇ। ਡਿਮਾਂਡ ਲੋਕਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ। ਅਸੀਂ ਵੀ ਥੋੜ੍ਹਾ ਜਿਹਾ ਇਸ ਗੱਲ 'ਤੇ ਚੱਲ ਪਏ ਹਾਂ, ਪਬਲਿਕ ਇਸ ਪਾਸੇ ਚੱਲ ਗਈ ਹੈ ਕਿ ਕੀ ਫ੍ਰੀ ਮਿਲਦਾ, ਕੀ ਚੱਲਦਾ, ਉਸੇ ਤਰ੍ਹਾਂ ਮੰਗਣ ਵਾਲੇ ਪਾਸੇ ਆ ਗਏ ਹਾਂ। ਇਹ ਨਹੀਂ ਹੈਗਾ ਕਿ ਅਸੀਂ ਆਪ ਹੀ ਕਮਾਈ ਕਰੀਏ, ਆਪ ਹੀ ਕੰਮ ਕਰੀਏ, ਜੋ ਕੁਝ ਸਰਕਾਰ ਵੱਲੋਂ ਮਿਲਦਾ ਠੀਕ ਹੈਗਾ। ਸਰਕਾਰ ਵੀ ਝੁਕ ਜਾਂਦੀ ਹੈ ਕਿ ਅਸੀਂ ਜਿਹੜੇ ਲੋਕ ਮੰਗਦੇ ਆ ਅਸੀਂ ਦਈਏ ਉਹਨਾਂ ਨੂੰ, ਕਿਉਂਕਿ ਪ੍ਰਦਰਸ਼ਨੀਆਂ ਹੁੰਦੀਆਂ, ਸੜਕਾਂ ਜਾਮ ਹੋ ਜਾਂਦੀਆਂ, ਉਹਦੇ ਵਿੱਚ ਕਿਸਾਨਾਂ ਦੀਆਂ ਪ੍ਰਦਰਸ਼ਨੀਆਂ ਹੋ ਜਾਂਦੀਆਂ, ਉਹਦੇ ਵਿੱਚ ਬਿਮਾਰ ਵਿਚਾਰੇ ਲੋਕ ਵਹਿੰਦੇ ਰਹਿੰਦੇ ਵੀ ਕਿੱਧਰ ਦੀ ਲੰਘੀਏ ਕਿੱਧਰ ਦੀ ਨਾ ਲੰਘੀਏ। ਇਹ ਸਾਰੀਆਂ ਪੰਜਾਬ ਵਿੱਚ ਹੁਣ ਹੋਣ ਲੱਗੀਆਂ, ਪਿਛਲੇ ਦਹਾਕਿਆਂ ਤੋਂ ਨਹੀਂ ਸੀ ਇਹ ਹੁੰਦਾ। ਹੁਣ ਲੋਕਾਂ ਦੀ ਸੋਚ ਜਿਹੜੀ ਆ ਬੜੀ ਨੈਰੋਲੀ ਚੱਲ ਰਹੀ ਆ ਕਿ ਅਸੀਂ ਕੰਮ ਆਪਣਾ ਕਰ ਲਈਏ, ਵਿਅਕਤੀਗਤ ਤੌਰ 'ਤੇ ਚੱਲਦੇ ਰਿਹਾ। ਪਰ ਜਿਹੜੀ ਪੰਜਾਬ ਸਰਕਾਰ ਹੈ, ਇਸ ਵੇਲੇ ਹਕੂਮਤ ਆ, ਉਹਨਾਂ ਨੇ ਜੋ ਕੁਝ ਮੰਗਾਂ ਸੀਗੀਆਂ ਉਹਦੇ ਵਿੱਚੋਂ ਕੁਝ ਤਾਂ ਕੁਝ ਪੂਰੀਆਂ ਕੀਤੀਆਂ, ਪਰ ਉਹਨਾਂ ਦਾ ਜੇ ਸਮਾਂ ਬਚਦਾ ਹੈ ਉਹ ਜਿਹੜੀਆਂ ਉਹ ਵੀ ਪੂਰੀਆਂ ਕਰ ਦੇਣਗੇ। ਪਰ ਲੋਕਾਂ ਨੂੰ ਇਹ ਨਹੀਂ ਚਾਹੀਦਾ ਕਿ ਆਹ ਦੇ ਦੇ ਤਾਂ ਉਹ ਦੇ ਦਿਓ, ਉਹ ਕਰੋ, ਆਪ ਵੀ ਕੰਮ ਕਰੋ, ਸਰਕਾਰ ਦਾ ਸਹਿਯੋਗ ਵੀ ਦਿਓ, ਉਹਨਾਂ ਦਾ ਖਜ਼ਾਨੇ ਦਾ ਵੀ ਪਤਾ ਕਿੱਥੇ ਕਿੱਥੇ ਖਜ਼ਾਨੇ 'ਚ ਕੀ ਕੁਛ ਹੈਗਾ ਵਾ, ਔਰ ਉਹਦੇ ਨਾਲ ਚੱਲੋ। ਟੈਕਸ ਰਹਿਤ ਉਹਨਾਂ ਦਾ ਬਜਟ ਆਇਆ, ਟੈਕਸ ਨਹੀਂ ਕੋਈ ਵੀ ਲੱਗਿਆ, ਇਹਦੇ ਨਾਲ ਵੀ ਠੀਕ ਹੈਗਾ। ਪਰ ਐਜੂਕੇਸ਼ਨ ਨੂੰ ਵੀ ਉਹਨਾਂ ਥੋੜ੍ਹਾ ਬਹੁਤ ਅੱਗੇ ਲੈ ਕੇ ਗਏ ਆ। ਸਿਹਤ ਦੇ ਲਈ ਵੀ ਉਹਨਾਂ ਨੇ ਕੰਮ ਕੀਤਾ, ਮਹੱਲੇ ਦੇ ਵਿੱਚ ਜਿਹੜੇ ਕਲੀਨਿਕ ਬਣਾਏ ਉਹਨਾਂ ਦੇ ਵਿੱਚ ਵੀ ਆ। ਡਾਕਟਰਾਂ ਦੇ ਮੁਆਇਨੇ ਕਰਨ ਲਈ ਵੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ। ਬੜਾ ਕੁਝ ਕੰਮ ਤਾਂ ਹੋਇਆ ਨਿਸਬਤ ਦੂਜੀਆਂ ਸਰਕਾਰਾਂ ਦੇ। ਜਿਹੜੀਆਂ ਸਰਕਾਰਾਂ ਪਹਿਲੀਆਂ ਗਈਆਂ ਉਹਨਾਂ ਤੋਂ ਇਹਨਾਂ ਦਾ ਬਿਹਤਰ ਪਰਫਾਰਮੈਂਸ ਹੈਗੀ ਆ, ਕਿਉਂਕਿ ਫੇਸਬੁੱਕ ਪੜ੍ਹੋ, ਟਵਿੱਟਰਸ 'ਤੇ ਪੜ੍ਹੋ, ਜਾ ਕੇ ਤੁਸੀਂ ਜਿਹੜੀ YouTube ਹੈ ਉੱਤੇ ਵੇਖੋ, ਲੋਕ ਨੁਕਤਾਚੀਨੀ ਘੱਟ ਕਰਦੇ ਆ। ਜੇ ਕੋਈ ਇੱਕ ਦੋ ਨੁਕਤਾਚੀਨੀ ਕਰਦਾ ਤਾਂ ਉਹਨੂੰ ਬੜੀ ਬੁਰੀ ਤਰ੍ਹਾਂ ਰੋਕਦੇ ਆ। ਇਹਦੇ ਵਿੱਚ ਹੈਗਾ, ਪਰ ਸਰਕਾਰ ਨੂੰ ਸਤਰਕ ਰਹਿਣਾ ਚਾਹੀਦਾ, ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ, ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਪਰ ਜਿੰਨਾ ਕਿ ਇਹਨਾਂ ਨੇ ਕੰਮ ਕੀਤਾ ਉਹ ਥੋੜ੍ਹਾ ਜਿਹਾ ਸਰਾਹਨਾ ਨਾਲ ਆਇਆ, ਲੋਕਾਂ ਦੀ ਅੱਖ ਦੇ ਵਿੱਚ ਨਜ਼ਰ ਆਇਆ ਕਿ ਲੋਕ ਚਾਹ ਰਹੇ ਨੇ ਕਿ ਅੱਛਾ ਕੰਮ ਹੋਇਆ। ਪਰ ਫਰਜ਼ ਇਹ ਨਾ ਕਹਿਣ ਕਿ ਇੱਥੇ ਢਹਿ ਢੇਰੀ ਕਰ ਦੇਣ ਕਿ ਬੜਾ ਕੰਮ ਹੋ ਗਿਆ, ਹੁਣ ਬਸ ਹੁਣ ਸਾਹ ਲੈ ਲਈ ਤੇ ਸੌਂ ਜਾਈਏ। ਇਹ ਗੱਲ ਗਲਤ ਹੋ ਜੂਗੀ। ਇਸ ਨਾਲ ਫਿਰ ਉਹ ਖਰਗੋਸ਼ ਵਾਲੀ ਗੱਲ ਹੋ ਜਾਏਗੀ ਨਾ, ਕਛੂਆ ਜਿੱਤ ਜੂਗਾ ਤੇ ਦੌੜ ਬੜੀ ਸਾਡੀ। ਹਾਂ ਵੀ ਦੌੜ ਅਸੀਂ ਸਾਹ ਸਾਈ ਹੋ ਗਏ ਹਾਂ, ਜਿੱਦਾਂ ਤੁਸੀਂ ਪੱਬਾਂ ਭਰ ਕੇ ਸਾਹ ਸਾਈ ਹੋ ਗਏ, ਪੱਬਾਂ ਭਰ ਹੋ ਗਏ ਆ। ਔਰ ਇਹ ਉਹੀ ਗੱਲਾਂ ਨੇ ਜਿਹੜੀਆਂ ਆਪਾਂ ਪਹਿਲਾਂ ਕੀਤੀਆਂ ਸੀ ਬਾਦਲ ਸਾਹਿਬ ਦੇ ਕੇਸ ਦੇ ਵਿੱਚ। ਸੇਮ ਗੱਲਾਂ ਨੇ ਕਿ ਸੂਬੇ ਨੂੰ ਖੜਾ ਕਿਵੇਂ ਕਰਨਾ। ਬਿਲਕੁਲ ਬਿਲਕੁਲ। ਇਹ ਕੋਈ ਅਹਿਸਾਨ ਨਹੀਂ ਹੈ ਸੂਬੇ ਤੇ, ਇਹ ਅਹਿਸਾਨ ਨਹੀਂ ਲੋਕਾਂ ਦੇ ਸਿਰ ਤੇ ਉੱਤੇ। ਕਾਹਦੇ ਵਾਸਤੇ ਆਏ ਹੋ, ਕਾਹਦੇ ਵਾਸਤੇ ਚੁਣੇ ਗਏ ਹੋ, ਕੰਮ ਕਰਨ ਵਾਸਤੇ ਚੁਣੇ ਗਏ ਹੋ। ਇਸ ਕਰਕੇ ਰੌਲਾ ਪਾਉਣ ਦੀ ਲੋੜ ਨਹੀਂ ਕਿ ਅਸੀਂ ਕੰਮ ਕਰਦੇ ਪਏ ਹਾਂ। ਚੁੱਪਚਾਪ ਕੰਮ ਕਰੀ ਜਾਓ, ਲੋਕਾਂ ਨੂੰ ਦਿਖਦਾ ਪਿਆ ਕਿ ਤੁਸੀਂ ਕੰਮ ਕਰਦੇ ਪਏ ਹੋ। ਜਦੋਂ ਕੰਮ ਕਰੋਗੇ ਲੋਕੀ ਆਪੇ ਪਬਲਿਸਿਟੀ ਤੁਹਾਡੇ ਕਰਨਗੇ। ਇਹ ਨਹੀਂ ਕਿ ਵੱਡੇ ਵੱਡੇ ਪੋਸਟਰ ਲਗਾਉਣੇ ਨੇ, ਉਹ ਕੱਛਾਂ 'ਚ ਹੱਥ ਦੇ ਕੇ ਖੜੇ ਹੋ ਜਾਓ ਜੀ, ਅੱਜ ਅਸੀਂ ਆਹ ਕੀਤਾ ਤੇ ਅੱਜ ਅਸੀਂ ਉਹ ਕੀਤਾ। ਵੱਡੇ ਵੱਡੇ ਪੋਸਟਰ ਬॉय ਬਣੇ ਹੋਏ, ਉਹਦੀ ਲੋੜ ਨਹੀਂ ਹੈਗੀ। ਲੋਕਾਂ ਨੂੰ ਪਤਾ ਜੀ ਕੰਮ ਤਾਂ ਕੰਮ ਹੀ ਆ, ਕੰਮ ਕਰਕੇ ਦਿਖਾਓ ਤੇ ਆਪੇ ਲੋਕੀ ਤੁਹਾਡੀ ਪਬਲਿਸਿਟੀ ਕਰਨਗੇ। ਤੇ ਹੋ ਸਕਦਾ ਫਿਰ ਦੁਬਾਰਾ ਆ ਜਾਓ, ਫਿਰ ਦੁਬਾਰਾ ਚੁਣੇ ਜਾਓ, ਕਿਉਂਕਿ ਲੋਕਾਂ ਨੂੰ ਕੰਮ ਕਰਨ ਵਾਲੇ ਬੰਦੇ ਚਾਹੀਦੇ ਨੇ, ਗੱਲਾਂ ਕਰਨ ਵਾਲੇ, ਐਡਵਰਟਾਈਜ਼ਮੈਂਟ ਕਰਨ ਵਾਲੇ ਨਹੀਂ ਚਾਹੀਦੇ ਹੈਗੇ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਆਮ ਗੱਲਾਂ ਨੇ, ਆਮ ਲੋਕਾਂ ਦੀਆਂ ਜ਼ਰੂਰਤਾਂ ਨੇ। ਜੇ ਆਮ ਆਦਮੀ ਪਾਰਟੀ ਹੈਗੇ ਤਾਂ ਆਮ ਲੋਕਾਂ ਨੂੰ ਤੁਸੀਂ ਸਮਝਦੇ ਹੋ, ਤਾਂ ਆਮ ਆਦਮੀ ਨੂੰ ਸਮਝੋ, ਉਹਨੂੰ ਕੀ ਚਾਹੀਦਾ ਉਹ ਦਿਓ, ਤੇ ਲੋਕੀ ਆਪੇ ਤੁਹਾਡੀ ਬੱਲੇ ਬੱਲੇ ਕਰਵਾ ਦਿੰਦੇ ਹੁੰਦੇ ਨੇ। ਬੱਲੇ ਬੱਲੇ ਹੋ ਜੇ ਪੰਜਾਬ ਦੀ ਕਿ ਬਾਕੀ ਲੋਕੀ ਆਪੇ ਬੱਲੇ ਬੱਲੇ ਕਰਵਾਉਣਗੇ। ਜਿਹੜਾ ਬੰਦਾ ਕੰਮ ਕਰਕੇ ਦਿਖਾਉਂਦਾ, ਕਿਉਂ ਨਹੀਂ ਉਹਦੇ ਬੱਲੇ ਬੱਲੇ ਲੋਕੀ ਕਰਦੇ, ਸਾਰੇ ਆਮ ਕਰਦੇ ਨੇ। ਨਹੀਂ, ਕੰਮ ਤਾਂ ਸਾਹਮਣੇ ਆਉਂਦਾ ਨਾ ਲੋਕਾਂ ਦੇ। ਜਦੋਂ ਕੰਮ ਕਰਨਗੇ ਤਾਂ ਪਤਾ ਤਾਂ ਲੱਗਦਾ ਹੀ ਹੈ ਵੀ ਇਹਨਾਂ ਨੇ ਕਿਹੜੇ ਪੁਲ ਬਣਾਉਂਦੇ ਆ, ਕਿਹੜੀਆਂ ਸੜਕਾਂ ਬਣਾਉਂਦੀਆਂ, ਕਿੱਥੇ ਕਿੱਥੇ ਇਹਨਾਂ ਨੇ ਐਜੂਕੇਸ਼ਨ ਉੱਚਾ ਚੁੱਕਿਆ। ਹੁਣ ਜੇ ਗੱਲ ਹੁੰਦੀ ਆ ਪ੍ਰਾਪਤੀਆਂ ਦੀ, ਅਚੀਵਮੈਂਟ ਦੀ, ਤੇ ਬਾਦਲ ਸਾਹਿਬ ਦਾ ਨਾਮ ਮੂਹਰ ਲਿਖਤਾ ਬਿਲਕੁਲ ਆਉਂਦਾ ਹੈ। ਉਹਨਾਂ ਨੇ ਕੰਮ ਕੀਤਾ, ਚਾਹੇ ਉਹਨਾਂ ਨੇ 25 ਜਾਂ 30 ਸਾਲ ਕੰਮ ਕੀਤਾ, ਕੇਂਦਰ 'ਚ ਵੀ ਰਹੇ, ਸਾਰਾ ਕੁਝ ਉਹਨਾਂ ਦਾ ਨਾਮ ਇਸ ਵੇਲੇ ਗੂੰਜਦਾ ਪੰਜਾਬ 'ਚ। ਇਸੇ ਤਰ੍ਹਾਂ ਦਾ ਕਿਉਂਕਿ ਲੰਬੇ ਅਰਸੇ 'ਚ ਪੰਜਾਬ ਦੀ ਸੇਵਾ ਕਰਦੇ ਰਹੇ। ਉਹਨਾਂ ਦੀ ਜ਼ੁਬਾਨ ਕਿੰਨੀ ਮਿੱਠੀ, ਬਹੁਤ ਮਿੱਠੀ, ਹਲੀਮੀ, ਨਿਮਰਤਾ, ਆਹ ਚੀਜ਼ ਸਿੱਖੋ। ਬਹੁਤ ਇਨਕਲੂਸਿਵ ਪੋਲਿਟਿਕਸ ਉਹਨਾਂ ਨੂੰ ਮਿਲੋਗੇ ਨਾ ਤਾਂ ਤੁਹਾਡਾ ਦਿਲ ਕਰਦਾ ਸਭ ਨੂੰ ਨਾਲ ਲੈ ਕੇ ਚੱਲਣਾ। ਤੁਹਾਨੂੰ ਪਿਆਰ ਕਰਦੇ ਆ, ਮੁਹੱਬਤ ਕਰਦੇ ਆ, ਬੜਾ ਕੁਛ ਆਉਂਦੇ ਆ, ਕਹਿੰਦੇ ਇਹਨਾਂ ਨੂੰ ਖਵਾਓ ਯਾਰ, ਪਿਆਓ ਇਹਨਾਂ ਨੂੰ, ਜਿੱਦਾਂ ਪੰਜਾਬੀ ਬੋਲਦੇ ਆ। ਟੇਕਿੰਗ ਐਵਰੀਬਾਡੀ ਟੁਗੇਦਰ, ਸਭ ਨੂੰ ਇਕੱਠੇ ਲੈ ਕੇ ਕਿਵੇਂ ਤੁਰਨਾ, ਇਹ ਕਲਾ ਹੈ, ਇਹ ਆਰਟ ਹੈ। ਉਹਨਾਂ ਨੇ ਵੈਸੇ ਜ਼ਮਾਨਾ ਪੁਰਾਣਾ ਵੇਖਿਆ ਸੀਗਾ, ਬਹੁਤ ਪੁਰਾਣੀ ਦੁਨੀਆ ਤੋਂ ਚੱਲਿਆ। 1927 ਤੋਂ ਤਾਂ ਉਹਨਾਂ ਦਾ ਜਨਮ, ਤੇ ਕਦੋਂ ਤੱਕ ਉਹਨਾਂ ਪੰਜਾਬ ਵੇਖਿਆ, ਪੰਜਾਬ ਦੀਆਂ ਸਾਰੀਆਂ ਨੀਆਂ ਵੇਖੀ ਉਹਨਾਂ ਨੇ, ਨੁੱਕਰਾਂ ਵੇਖੀਆਂ ਵੀ ਪੰਜਾਬ ਉਦੋਂ ਕੀ ਸੀਗਾ, ਤੈਨੂੰ ਬਣਾਉਣਾ ਕੀ ਹੈਗਾ। ਹੁਣ ਦੇ ਮੁੰਡੇ ਜਿਹੜੇ ਹੈਗਾ ਇਹਨਾਂ ਨੇ ਪੰਜਾਬ ਨੂੰ ਖੁਸ਼ਹਾਲ ਹੀ ਵੇਖਿਆ, ਪੰਜਾਬ ਦੀ ਤਰੱਕੀ ਵੇਖੀ ਆ। ਉਦੋਂ ਪੰਜਾਬ ਹੈ ਹੀ ਕੁਛ ਨਹੀਂ ਸੀਗਾ, ਬਟਵਾਰਾ ਤੇ ਵੇਖਿਆ ਉਹਨਾਂ ਨੇ, ਕੱਟ ਵੱਟ ਵੇਖੀ ਆ, ਸਾਰਾ ਕੁਝ ਵੇਖਿਆ। ਇਸ ਕਰਕੇ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਨੂੰ ਜਿਉਂਦੇ ਜੀ ਕਿੱਦਾਂ ਕਰਨਾ ਹੈ ਨਾ। ਅਸੀਂ ਤੇ ਜਿਹੜੇ ਮੁੰਡੇ ਕਹਿੰਦੇ ਸੀ ਕਿ
ਤੇਰੀ ਮੇਰੀ ਪਾਰਟੀ ਅਲੱਗ ਗੱਲ ਹੈ, ਪਰ ਆਪਸ ਦੇ ਰਿਲੇਸ਼ਨਸ ਵਧੀਆ ਹੋਣੇ ਚਾਹੀਦੇ ਨੇ, ਸੁਖਾਵੇਂ ਹੋਣੇ ਚਾਹੀਦੇ ਨੇ। ਜੇ ਨਾਰਾਜ਼ਗੀ ਹੈ ਭਾਈ, ਚਾਹ ਪੀ ਕੇ ਜਾਈਓ, ਰੋਟੀ ਖਾ ਕੇ ਜਾਈਓ। ਕਈ ਵਾਰ ਮੈਂ ਤੁਹਾਡੇ ਘਰ ਰੋਟੀ ਖਾਣ ਆਇਆ, ਕਈ ਵਾਰ ਤੁਹਾਡੇ ਨਾਲ ਬਹਿ ਕੇ ਤੁਹਾਡੇ ਬਜ਼ੁਰਗਾਂ ਨਾਲ ਰੋਟੀ ਖਾਧੀ, ਤਾਂ ਆ ਪਿਆਰ ਮੁਹੱਬਤ ਇਹ ਕਿੱਥੇ ਚਲਾ ਗਿਆ? ਇਹ ਸਾਡਾ ਪੰਜਾਬ ਦਾ ਭਾਈਚਾਰਾ, ਇਹ ਸਾਡੀ ਪੰਜਾਬ ਦੀ ਪਛਾਣ ਕਿੱਥੇ ਚਲੀ ਗਈ? ਆਪਸ ਓਏ ਤੂੰ ਤੜਕ, ਇਹ ਲੀਡਰਸ ਦੀ ਭਾਸ਼ਾ ਹੈ। ਇਹ ਜਿਵੇਂ ਗਲੀਆਂ ਚੌਰਾਹਿਆਂ 'ਚ ਖੜੇ ਹੋ ਕੇ ਤੁਸੀਂ ਲੜਦੇ ਪਏ ਹੋ, ਤੁਹਾਡੀ ਇਹ ਭਾਸ਼ਾ ਬਣ ਗਈ। ਲੋਕਾਂ ਨੇ ਕੀ ਸਿੱਖਣਾ ਤੁਹਾਡੇ ਕੋਲ? ਲੜਨਾ ਪੰਜਾਬੀਆਂ ਦੀ ਆਦਤ ਹੈ, ਪਰ ਅੰਦਰੋਂ ਨਾ ਨੀਤੀ ਖਰਾਬ ਹੋਵੇ, ਅੰਦਰ ਨਾ ਜਿਹੜਾ ਨੈਰੋ ਹੋ ਜਾਵੇ। ਲੜਨ ਦਾ ਇੱਕ ਤਰੀਕਾ ਹੈ, ਲੜਦਾ ਝਗੜਨਾ ਉੱਚੀ ਬੋਲਦੇ ਆ। ਦੇਖੋ ਨਾ, ਇੱਕ ਬੰਦਾ ਜਿਹੜੇ ਆਮ ਤੁਸੀਂ ਦੇਖੋ ਲੜਦੇ ਆਪਸ 'ਚ, ਉਹ ਇੱਕ ਵੱਖਰੀ ਗੱਲ ਹੈ। ਤੁਸੀਂ ਲੀਡਰਸ ਹੋ, ਲੀਡਰਸ ਦੀ ਭਾਸ਼ਾ ਕਮਾਲ ਹੋ ਗਈ। ਕੋਈ ਮਿਆਰ ਤੇ ਹੋਣਾ ਚਾਹੀਦਾ। ਆਹ ਕਿੱਦਾਂ ਦੀ ਭਾਸ਼ਾ ਹੈ? ਸੋ ਇਹ ਚੀਜ਼ਾਂ ਸਾਨੂੰ ਬਾਦਲ ਸਾਹਿਬ ਤੋਂ ਸਿੱਖਣ ਨੂੰ ਮਿਲ ਸਕਦੀਆਂ ਨੇ, ਜਿਹਨੂੰ ਆਪਾਂ ਬਾਰ-ਬਾਰ ਕਹਿੰਦੇ ਹਾਂ ਬਾਟਮ ਲਾਈਨ, ਤਮੀਜ਼ ਕੀ ਹੁੰਦੀ ਹੈ, ਇਹ ਆਪਾਂ ਸਿੱਖ ਸਕਦੇ ਹਾਂ ਵੱਡੇ ਬਾਦਲ ਸਾਹਿਬ ਤੋਂ। ਸੋ ਆਪਾਂ ਅੱਗੇ ਚੱਲੀਏ ਜੀ। ਖੇਤ ਮਜ਼ਦੂਰਾਂ ਨੂੰ ਵੀ ਮਿਲੇਗਾ ਨੁਕਸਾਨੀ ਫਸਲ ਦਾ ਮੁਆਵਜ਼ਾ, ਇਹ ਵੀ ਪੰਜਾਬ ਸਰਕਾਰ ਨੇ ਕਿਹਾ, ਕਿਉਂਕਿ ਫਸਲਾਂ ਦੀ ਤਬਾਹੀ ਹੋਈ ਹੈ, ਗੜੇਮਾਰੀ ਹੋਈ ਹੈ ਔਰ ਬੇਮੌਸਮੀਆਂ ਬਰਸਾਤਾਂ ਕਰਕੇ। ਹਾਂਜੀ ਬਲਕਾਰ ਜੀ, ਇਹ ਤੁਸੀਂ ਬਹੁਤ ਵਧੀਆ ਖੁਸ਼ਖਬਰੀ ਲੈ ਕੇ ਆਏ ਸਾਡੇ ਦਰਸ਼ਕਾਂ ਲਈ। ਔਰ ਇਹ ਪਹਿਲੀ ਸਰਕਾਰ ਹੈ ਜਿਹਨੇ ਖੇਤ ਮਜ਼ਦੂਰਾਂ ਦਾ ਪੱਲਾ ਫੜਿਆ। ਔਰ ਇਹ ਹੰਗਾਮੀ ਮੀਟਿੰਗ ਕੀਤੀ ਸੀ ਇਹਨਾਂ ਨੇ ਲੁਧਿਆਣੇ ਸਰਕਟ ਹਾਊਸ। ਉਹਦੇ ਵਿੱਚ ਮੂਲ ਮੁੱਦਾ ਇਹ ਰੱਖਿਆ ਉਹਨਾਂ ਨੇ ਕਿ ਜੇਕਰ ਕਿਸਾਨ ਦੀ ਫਸਲ ਤਬਾਹ ਹੋ ਗਈ ਆ, ਜੇ ਕਿਸਾਨ ਕੋ ਤੂੜੀ ਨਹੀਂ, ਉਹਦੇ ਡੰਗਰ ਕੀ ਖਾਣਗੇ? ਤੇ ਜੇ ਕਣਕ ਨਹੀਂ ਗਿਆ ਤਾਂ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕ ਕੀ ਖਾਣਗੇ? ਫਿਰ ਉਹ ਕਿਸੇ ਮੰਤਰੀ ਨੇ ਲਿਆ ਕਿ ਜਿਹੜੇ ਉਹਦੇ ਵਿੱਚ ਬੈਠੇ ਨੇ ਆਪਣੇ ਖੇਤ ਮਜ਼ਦੂਰ, ਜਿਹੜੇ ਕਣਕਾਂ ਦੀ ਵਾਢੀ ਕਰਦੇ ਸੀ, ਜਿਹੜੇ ਕਣਕਾਂ ਨੂੰ ਬੋਲਾਂ ਨੂੰ ਉਡਾਉਂਦੇ ਸੀਗੇ, ਉਹ ਕਣਕ ਨੂੰ ਸੰਭਾਲਦੇ ਸੀਗੇ, ਬੋਰੀਆਂ ਭਰਦੇ ਸੀਗੇ, ਸਾਰਾ ਕੁਝ ਕਰਦੇ ਸੀ, ਉਹ ਤਾਂ ਵਿਚਾਰੇ ਊਣੇ ਹੋ ਗਏ। ਉਹਨਾਂ ਨੂੰ ਵੀ ਨੁਕਸਾਨ ਹੋਇਆ। ਉਹ ਭਰਪਾਈ ਜਿਹੜੀ ਹੈਗੀ ਹੈ ਮੌਜੂਦਾ ਸਰਕਾਰ ਨੂੰ ਕਰਨੀ ਚਾਹੀਦੀ ਹੈ। ਉਸੇ ਵੇਲੇ ਭਗਵੰਤ ਮਾਨ ਨੇ ਇਹ ਮੁੱਦਾ ਜਿਹੜਾ ਸੀ ਉਹਨਾਂ ਦਾ ਸੁਣਿਆ, ਗੱਲ ਕੀਤੀ। ਫਿਰ ਉਹਨਾਂ ਨੇ ਬਿਆਨ ਕਰ ਦਿੱਤਾ ਕਿ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੇ ਲਈ ਅਸੀਂ 1 ਮਈ ਨੂੰ ਉਹਨਾਂ ਦੀਆਂ ਜੇਬਾਂ ਭਰਾਂਗੇ ਪੈਸੇ ਨਾਲ, ਜਿਹੜਾ ਪੈਸਾ ਉਹਨਾਂ ਨੂੰ ਅਸੀਂ ਇੱਥੋਂ ਅਨਾਉਂਸ ਕਰਨਾ। ਕਿਉਂਕਿ ਜਿਹੜਾ ਲੇਬਰ ਡੇ ਆ 1 ਮਈ ਨੂੰ ਪੰਜਾਬ ਗੌਰਮੈਂਟ ਨੇ ਛੁੱਟੀ ਵੀ ਐਲਾਨ ਕਰ ਦਿੱਤੀ ਹੈ। ਔਰ ਇਹ ਮਸਲਾ ਵੀ ਅੱਗੇ ਲੈਂਦੇ ਆ। ਬੜਾ ਭਰੋਸੇਯੋਗ ਔਰ ਬੜਾ ਖੁਸ਼ੀ ਨਵਾਂ ਮਾਹੌਲ ਦੇ ਵਿੱਚ ਉਹਨਾਂ ਨੇ ਗੱਲ ਕੀਤੀ, ਜਿਹਦੇ ਵਿੱਚ ਪੰਜਾਬ ਦੇ ਜਿੰਨੇ ਮਜ਼ਦੂਰ ਨੇ, ਖੇਤ ਮਜ਼ਦੂਰ ਜਿਹੜੇ ਦਿਹਾੜੀਦਾਰ ਲੋਕ ਵਿਚਾਰੇ ਨੇ, ਗਰੀਬ ਆ, ਜਿਹੜੇ ਛੋਟੇ ਛੋਟੇ ਮਕਾਨਾਂ 'ਚ ਰਹਿ ਰਹੇ ਆ, ਜਿਨ੍ਹਾਂ ਕੋਲ ਖਾਣ ਲਈ ਦਾਣੇ ਨਹੀਂ ਗੇ, ਜਿਹੜਾ ਉਹਨਾਂ ਕੋਲ ਆਟਾ ਨਹੀਂ ਗਾ, ਦਾਲਾਂ ਨਹੀਂ ਗੀਆਂ। ਹਾਲਾਂਕਿ ਸੈਂਟਰ ਗੌਰਮੈਂਟ ਦਿੰਦੀ ਰਹੀ ਹੈ, ਸਾਰਾ ਕੁਝ ਦਿੰਦੀ ਹੈ, ਪਰ ਉਹ ਦਸੰਬਰ ਤੱਕ ਹੈ, ਉਦੋਂ ਬਾਅਦ ਕੁਝ ਨਹੀਂ। ਪਰ ਪੰਜਾਬ ਗੌਰਮੈਂਟ ਦਾ ਵੀ ਤਾਂ ਕੁਝ ਬਣਦਾ ਸੀ ਨਾ ਕਿ ਉਹਨਾਂ ਦਾ ਸਹਿਯੋਗ ਕਰੇ, ਉਹਨਾਂ ਨੂੰ ਕੁਝ ਨਾ ਕੁਝ ਫਾਇਦਾ ਪਹੁੰਚਾਵੇ। ਉਹ ਇਹਨਾਂ ਨੇ ਕਰ ਦਿੱਤਾ। ਵੈਸੇ ਅਨਾਉਂਸ ਇਹ ਗੱਲ ਬਹੁਤ ਵਧੀਆ ਹੈ ਕਿ ਗਰੀਬ ਦੀ ਵੈਸੇ ਕੋਈ ਬਾਂਹ ਫੜ ਦਿੰਦਾ, ਜਿਹੜਾ ਰੌਲਾ ਆ ਕੇ ਪਾਉਂਦਾ ਉਹਦੇ ਤਾਂ ਸਾਰੇ ਮਿੱਤਰ ਹੁੰਦੇ ਆ। ਉਹ ਆਂਦੇ ਯਾਰ ਇਹ ਕੱਲ੍ਹ ਨੂੰ ਡਾਂਗ ਨਾ ਫਿਰੇ, ਇਹਨੂੰ ਦੇ ਦਿਓ। ਉਹ ਤਕੜੇ ਦਾ 27-20 ਵਾਲੀ ਗੱਲ ਹੁੰਦੀ ਹੈ। ਗਰੀਬ ਨੂੰ ਕੋਈ ਬੰਦਾ ਸਮਝਦਾ, ਉਹਨੂੰ ਕੋਈ ਰੋਟੀ ਖਵਾਉਂਦਾ, ਔਰ ਕੋਈ ਉਹਨੂੰ ਦੁੱਧ ਦਿੰਦਾ ਵੀ ਜਾ ਕੇ ਚਾਹ ਬਣਾ ਲਾ, ਜਾਂ ਗੁੜ ਦਿੰਦਾ ਉਹਨੂੰ ਵੀ ਜਾ ਕੇ ਚਾਹ ਅਤੇ ਮਿੱਠਾ ਖਾ। ਉਹ ਕੋਈ ਕਿਸੇ ਬੰਦੇ ਦੀ ਗੱਲ ਹੁੰਦੀ ਹੈ। ਪਰ ਪੰਜਾਬ ਸਰਕਾਰ ਨੇ ਹੁਣੇ ਅਨਾਉਂਸ ਕਰ ਦਿੱਤਾ, ਐਲਾਨ ਕਰ ਦਿੱਤਾ ਕਿ ਆਉਣ ਵਾਲਾ ਸਮਾਂ ਜਿਹੜਾ ਉਹਨਾਂ ਨੂੰ ਅਸੀਂ ਦੇਵਾਂਗੇ। ਜੇ ਕਿਤੇ ਹੋਰ ਵੀ ਉਹਨਾਂ ਨੂੰ ਕਿਤੇ ਲੋੜ ਪਈ, ਅਸੀਂ ਉਹਨਾਂ ਦੀ ਗੱਲ ਕਰਾਂਗੇ। ਸ਼ਗਨ ਸਕੀਮ ਤਾਂ ਇਹਨਾਂ ਨੇ ਵਧਾ ਦਿੱਤੀ, ਜਿਸ 'ਚ ਕੁੜੀਆਂ ਦੇ ਵਿਆਹ ਹੁੰਦੇ ਸੀ, ਉਹ ਉਹਨਾਂ ਨੇ ਵਧਾ ਦਿੱਤੀ ਹੈ ਸ਼ਗਨ ਸਕੀਮ, ਜਿੱਥੇ ਵਿਚਾਰੇ ਜਿਨ੍ਹਾਂ ਨੂੰ ਲੋੜ ਆ। ਲੋਕਾਂ ਨੂੰ ਵੀ ਥੋੜਾ ਦੇਖਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਲੋੜ ਨਹੀਂ ਹੈਗੀ, ਤੁਸੀਂ ਗਰੀਬ ਨਹੀਂ ਹੈਗੇ ਹੋ, ਤੁਸੀਂ ਸ਼ਗਨ ਕਿਉਂ ਲੈਂਦੇ ਹੋ? ਕਈਆਂ ਦੇ ਤੁਸੀਂ ਬੁਢਾਪਾ ਪੈਨਸ਼ਨ ਕਿਉਂ ਲੈਂਦੇ ਹੋ? ਤੁਸੀਂ ਸਰਕਾਰ ਕੋਲੋਂ ਬੈਨੀਫਿਟ ਕਿਉਂ ਲੈਂਦੇ ਹੋ? ਕਿਉਂਕਿ ਤੁਸੀਂ ਅਮੀਰ ਹੋ। ਕਣਕ ਵੀ ਲੈਂਦੇ, ਦਾਣੇ ਕਿਉਂ ਲੈਂਦੇ ਹੋ? ਮਤਲਬ ਇਹ ਸ਼ਰਮ ਦੀ ਗੱਲ ਹੈ। ਇਹ ਜਿੰਨਾਂ ਲੋਕਾਂ ਵਾਸਤੇ, ਜ਼ਰੂਰਤਮੰਦ ਲੋਕਾਂ ਵਾਸਤੇ, ਉਹਨਾਂ ਤੱਕ ਜਾਣਦੇ ਹੋ। ਇਹ ਕੀ ਭੁੱਖ ਪੈ ਗਈ ਤੁਹਾਨੂੰ ਕਿ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ ਹੋਇਆ, ਜਾ ਕੇ ਫਿਰ ਤੁਸੀਂ ਲਾਈਨ 'ਚ ਖੜੇ ਹੋ ਗਏ? ਗਰੀਬਾਂ ਦਾ ਖਾ ਰਹੇ ਆ, ਜਿਹੜਾ ਉਹਨਾਂ ਦੀ ਵੰਡ-ਵੰਡਾਈ 'ਚ ਹੋਣਾ, ਇਹ ਲੋਕ ਤਕੜੇ ਵੀ ਖਾ ਜਾਂਦੇ ਇਸੇ ਕਰਕੇ। ਕਈਆਂ ਦੀ ਪੈਨਸ਼ਨਾਂ ਲੱਗੀਆਂ, ਕਈਆਂ ਨੇ ਨੀਲੇ ਕਾਰਡ ਬਣਾਏ ਆ, ਫੜੇ ਗਏ ਆ। ਉਹਦੇ 'ਚ ਗੁਰਦਾਸਪੁਰ, ਪਠਾਨਕੋਟ, ਉਹਦੇ 'ਚ ਬਟਾਲਾ, ਉਹਦੇ 'ਚ ਸਰਹੰਦ ਦਾ ਏਰੀਆ, ਉਹਦੇ 'ਚ ਕਈ ਏਰੀਆ 'ਚ। ਕਿੰਨੀ ਸ਼ਰਮ ਦੀ ਗੱਲ ਹੈ। ਬਹੁਤ ਲੋਕ ਫੜੇ ਗਏ। ਜਿੱਦਾਂ ਇੱਕ ਵੀਡੀਓ ਆਈ ਸੀ, ਮਰਸੀਡੀਜ਼ ਗੱਡੀ ਤੇ ਆਇਆ ਸੀ, ਉਹਨੇ ਤੋੜੇ ਕਣਕ ਦੇ ਭਰ ਕੇ ਵਿੱਚ ਰੱਖ ਲਏ ਕਿ ਉਹਨੂੰ ਬਿਲਕੁਲ ਜੀ ਪੁੱਛਿਆ, ਗੱਡੀ ਵੀ ਉਹਦੀ ਨਿਕਲੀ, ਆਰਸੀ ਵੀ ਉਹਦੀ ਨਿਕਲੀ, ਆਂਦਾ ਕਿ ਦੀ ਬਾਹਰ ਦੀ ਗੱਡੀ ਮੈਂ ਉੱਤੇ ਲੱਦ ਕੇ ਲਿਆ ਜਾ। ਬਿਲਕੁਲ ਸਹੀ ਗੱਲ ਹੈ। ਇਹ ਪਰਾਇਆ ਹੱਕ ਖਾਣ ਵਾਲੀ ਗੱਲ ਹੈ। ਇਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਪਰਾਇਆ ਹੱਕ ਨਹੀਂ ਖਾਈਦਾ। ਹੱਕ ਪਰਾਇਆ ਨਾਨਕਾ, ਉਸ ਇੱਕ ਸੂਰ ਇੱਕ ਗਾਏ, ਇੱਕ ਲਈ ਸੂਰ ਹੈ, ਇੱਕ ਲਈ ਗਾਂ। ਜਿਹੜਾ ਹੱਕ ਪਰਾਇਆ ਨਹੀਂ ਕਦੀ ਖਾਣਾ ਚਾਹੀਦਾ। ਇਹ ਫਿਰ ਬੜਾ ਔਖਾ ਹੋ ਕੇ ਨਿਕਲਦਾ। ਬਿਲਕੁਲ, ਜਦੋਂ ਤੁਸੀਂ ਅਮੀਰ ਹੈਗੇ ਹੋ, ਤੁਸੀਂ ਖਾਂਦੇ ਪੀਂਦੇ ਕਰਦੇ ਹੋ, ਫਿਰ ਜਾ ਕੇ ਮੁਫਤ ਦਾ ਰਾਸ਼ਨ, ਸ਼ਗਨਾ ਲੈਣਾ, ਫਿਰ ਜਾ ਕੇ ਬੁਢਾਪਾ ਪੈਨਸ਼ਨ ਲੈਣੀ, ਇੱਦਾਂ ਦੀਆਂ ਚੀਜ਼ਾਂ ਤੁਸੀਂ ਕਿਉਂ ਲੈਂਦੇ ਪਏ ਹੋ? ਜਦੋਂ ਤੁਹਾਡੇ ਕੋਲ ਸਭ ਕੁਝ ਹੈ, ਮਾਲਿਕ ਦਾ ਦਿੱਤਾ ਖਾਣ ਪੀਣ ਨੂੰ, ਕਿਉਂ ਤੁਸੀਂ ਇਹ ਉਹਨਾਂ ਦਾ ਜਿਨ੍ਹਾਂ ਦਾ ਜ਼ਰੂਰਤਮੰਦਾਂ ਦਾ ਹੱਕ ਹੈ, ਕਿਉਂ ਮਾਰਦੇ ਪਏ ਹੋ? ਇਹ ਜਨਤਾ ਨੂੰ ਵੀ ਕੋਈ ਸ਼ਰਮ ਚਾਹੀਦੀ ਹੈ। ਸਾਰਾ ਕੁਝ ਸਰਕਾਰਾਂ ਨੇ ਨਹੀਂ ਕਰਨਾ ਹੁੰਦਾ, ਜਨਤਾ ਨੇ ਵੀ ਕਰਨਾ ਹੁੰਦਾ। ਪਰ ਉਹ ਜਨਤਾ ਕਹਿੰਦੀ ਹੈ ਉਧਰ ਲੀਡਰ ਖਾਣ ਲੱਗੇ ਪਏ ਨੇ ਤਾਂ ਅਸੀਂ ਕਿਉਂ ਪਿੱਛੇ ਰਹਿ ਜਾਈਏ? ਅਸੀਂ ਵੀ ਖਾ ਲਓ, ਜਿੰਨਾ ਲੁੱਟ ਸਕਦੇ ਲੁੱਟ ਲਓ। ਜਨਤਾ ਦੀ ਗੱਲ ਹੈ ਕਿ ਪਰ ਜਿਹੜੇ ਅਧਿਕਾਰੀ ਆ, ਜਿਹੜੇ ਬੈਠੇ ਆ ਥਰੂ ਆਊਟ DC, ਫਿਰ ਉਹਦੇ ਵਿੱਚ SDM,
ਫਿਰ ਉਹਦੇ ਵਿੱਚ ਜਿਹੜੇ ਫੂਡ ਐਂਡ ਸਪਲਾਈ ਦੇ ਲੋਕ ਨੇ ਜਿਹੜੇ ਕਰ ਰਹੇ ਆ, ਜਿਹੜੇ ਕਾਰਡ ਬਣਾਉਂਦੇ ਆ, ਉਹ ਵੈਰੀਫਾਈ ਨਹੀਂ ਕਰਦੇ ਵੀ ਕਿੱਥੋਂ ਆਇਆ, ਕਿਹਦੀ ਗਵਾਹੀ ਹੈਗੀ, ਕੌਣ ਬੰਦਾ ਆਇਆ। ਉਹ ਵੀ ਰਲੀ ਭੁਗਤ ਹੈਗੀ ਆ, ਮਿਲੀ ਭੁਗਤ ਨਾਲ ਚੱਲਦਾ ਸਾਰਾ ਕੁਝ ਹੈਗਾ। ਇਕੱਲੇ ਜਨਤਾ ਨਹੀਂ ਕਰਦੀ, ਜਨਤਾ ਅੱਗੇ ਲੈ ਕੇ ਆਉਂਦੀ ਹੈ, ਉਹ ਤੇ ਲਿਖ ਦਿੰਦੇ ਆ। ਜਿਹੜਾ ਗਰੀਬ ਨੀਡੀ ਆ, ਜਿਹਨੂੰ ਚਾਹੀਦਾ ਉਹਨੂੰ ਪਛਾਣ ਭੇਜ ਦਿੰਦੇ ਆ। ਜਿਸ ਤਰ੍ਹਾਂ ਕਰਜ਼ਾ ਨਹੀਂ ਹੁੰਦਾ ਬੈਂਕਾਂ ਦਾ, ਉਹਦੇ ਵਿੱਚ ਜਿਹੜਾ ਤਾਂ ਬੰਦਾ ਜ਼ੋਰ ਵਾਲਾ ਤਕੜਾ ਹੈਗਾ, ਜਿਹਨੂੰ ਮੈਨੇਜਰ ਜਾਣਦਾ, ਉਹ 2 ਮਿੰਟ ਲੱਗਦੇ, ਕੋਈ ਕਾਗਜ਼ ਨਹੀਂ, ਕੋਈ ਪੱਤਰ ਨਹੀਂ, ਲਿਆਓ ਸਾਈਨ ਕਰੋ, ਓਕੇ। ਜਿਹੜਾ ਬੰਦਾ ਨੀਡੀ ਆ ਉਹਨੂੰ ਆਂਦੇ ਲੈ ਕੇ ਆ ਆਧਾਰ ਕਾਰਡ, ਉਹਨੂੰ ਆਂਦੇ ਆ ਪੈਨ ਕਾਰਡ, ਉਹ ਵਿਚਾਰੇ ਤੇ ਆਪਣਾ ਕੋਈ ਗਵਾਹ ਲੈ ਕੇ ਆ, ਉਹਦੇ 'ਚ ਕੋਈ ਆਪਣਾ ਬੇਸ ਦਿਖਾ ਕਿ ਤੇਰੇ ਕੋਲ ਪੈਸੇ ਕਿੰਨੇ ਆ, ਹੈ ਨਾ, ਉਹਦੇ 'ਚ ਪੈਸਾ ਜਮ੍ਹਾਂ ਕਰਾ ਇੰਨਾ। ਉਹ ਵਿਚਾਰਾ ਗਰੀਬ ਮੁੜ ਕੇ ਆਉਂਦਾ ਹੀ ਨਹੀਂ, ਵੜਦਾ ਹੀ ਨਹੀਂ। ਬਲਕਾਰ ਜੀ, ਕਈ ਐਸੇ ਮਹਾਪੁਰਸ਼ ਬੈਠੇ ਨੇ ਜੋ ਬੈਂਕਾਂ ਤੋਂ ਲੋਨ ਜਦੋਂ ਦਵਾਉਂਦੇ ਨੇ ਨਾ, ਜਦੋਂ ਲੋਨ ਸੈਂਕਸ਼ਨ ਹੋ ਜਾਂਦਾ, ਉਹਦੇ ਤੋਂ ਵੀ ਪਰਸੈਂਟੇਜ ਖਾਂਦੇ ਨੇ। ਫੜੇ ਵੀ ਗਏ ਮਹਾਪੁਰਸ਼ ਬੈਠੇ ਨੇ। ਨਹੀਂ, ਫੜੇ ਗਏ ਮਹਾਪੁਰਸ਼, ਜਿਹੜੇ ਪੈਸਾ ਖਾਦਾ ਜਿਨ੍ਹਾਂ ਨੇ, ਵਿੱਚੋਂ ਹਿੱਸਾ ਲੈਂਦੇ ਆ ਵੀ ਜੇ 1 ਕਰੋੜ ਆ ਤੇ 25 ਲੱਖ ਮੇਰਾ ਹੋਇਆ ਤੇ ਬਾਕੀ 75 ਤੂੰ ਜੇਬ 'ਚ ਪਾ ਦੇ ਚਲੇ ਜਾ, ਤੇ ਬਾਕੀ ਫੇਕ ਆ ਕਾਰਡ, ਕੋਈ ਗੱਲ ਨਹੀਂ, ਆਪੇ ਮਰਨਗੇ। ਪਰ ਉਹਦੇ ਵਿੱਚੋਂ ਅੰਦਰੂਨੀ ਬੈਂਕ ਦੇ ਕਰਮਚਾਰੀ ਆ, ਵਿੱਚੋਂ ਗਵਾਹ ਹੋਰ ਬਾਹਰੋਂ ਜਿਹੜੇ ਆ, ਉਹ 'ਚੋਂ ਕਈ ਬੰਦੇ ਹੈਗੇ ਗਵਾਹ, ਉਹਦੇ 'ਚ ਨਹੀਂ ਕਹਿਣਾ ਚਾਹੀਦਾ। ਸਿੱਧੀਆਂ ਪੱਧਰੀਆਂ ਗੱਲਾਂ ਨੇ। ਹਾਂ, ਪਰ ਅੱਜ ਨਹੀਂ ਕੱਲ ਨਹੀਂ ਫੜੇ ਜਾਂਦੇ ਆ। ਇਹ ਮਹਾਪੁਰਸ਼ ਬੈਠੇ ਨੇ ਨਾ, ਜਿਨ੍ਹਾਂ ਨੇ ਸਾਡੀ ਧਰਤੀ ਨੂੰ ਲੈਂਡ ਆਫ ਕਰਪਸ਼ਨ ਬਣਾ ਕੇ ਰੱਖ ਦਿੱਤਾ ਹੈ, ਉਹਨਾਂ ਮਹਾਪੁਰਸ਼ਾਂ ਅੱਗੇ ਬੇਨਤੀ ਹੈ ਕਿ ਹੁਣ ਬੱਸ ਕਰੋ, ਸਬਰ ਕਰੋ, ਬਹੁਤ ਹੋ ਗਿਆ। ਜਦੋਂ ਸੰਸਾਰ ਤੋਂ ਜਾਣਾ, ਛਾਤੀ ਤੇ ਰੱਖ ਕੇ ਨਾਲ ਥੋੜਾ ਲੈ ਕੇ ਜਾਣਾ, ਇੱਥੇ ਹੀ ਛੱਡ ਕੇ ਜਾਣਾ। ਸਹੀ ਗੱਲ। ਤਾਂ ਕਿਉਂ ਇਹ ਬਦ ਦੁਆਵਾਂ ਲੈਂਦੇ ਹੋ, ਬਦ ਅਸੀਸਾਂ ਲੈਂਦੇ ਹੋ, ਕਿਉਂ ਪੁੱਠੇ ਸਿੱਧੇ ਕੰਮ ਕਰਦੇ ਹੋ? ਸੋ ਆਪਾਂ ਅੱਗੇ ਵਧਦੇ ਹਾਂ ਜੀ। ਅੱਗੇ ਇਹ ਹੈ ਕਿ ਜ਼ਿਮਨੀ ਚੋਣਾਂ ਜਲੰਧਰ ਦੀਆਂ, ਮਾਹੌਲ ਗਰਮਾਇਆ ਹੋਇਆ, 10 ਮਈ ਨੂੰ ਹੋਣੀਆਂ ਨੇ, ਆ ਗਿਆ ਬਸ, ਹੋ ਗਈ ਥੋੜ੍ਹੇ ਦਿਨ। ਹੁਣ ਚੋਣ ਜ਼ਾਬਤਾ ਲੱਗਣ ਦਾ ਸਮਾਂ ਵੀ ਆ ਜਾਣਾ, 13 ਨੂੰ ਰਿਜ਼ਲਟ ਡਿਕਲੇਅਰ ਹੋ ਜਾਣਾ। ਤਾਂ ਹਵਾ ਇਹ ਕਹਿੰਦੀ ਹੈ ਕਿ ਜ਼ਿਆਦਾ ਚਾਂਸਸ ਕਾਂਗਰਸ ਦੇ ਨੇ ਕਿ ਕਾਂਗਰਸ ਇਹ ਸੀਟ ਲੈ ਜਾਏਗੀ, ਕਿਉਂਕਿ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਘਰੋਂ ਖੜੇ ਨੇ, ਔਰ ਰਾਹੁਲ ਗਾਂਧੀ ਉਹਨਾਂ ਨੂੰ ਥਾਪ ਗਏ ਸੀ ਜਦੋਂ ਭਾਰਤ ਜੋੜੋ ਯਾਤਰਾ ਦੇ ਦੌਰਾਨ ਹੀ। ਤਾਂ ਸਿੰਪਥੀ ਲਹਿਰ ਜੋ ਹੈ ਚੌਧਰੀ ਚਰਨ ਸਿੰਘ ਜੀ, ਚੌਧਰੀ ਸੰਤੋਖ ਸਿੰਘ ਜੀ ਦੇ ਉਹਨਾਂ ਦੇ ਵੱਲ ਹੈਗੀ ਆ। ਔਰ ਵੈਸੇ ਵੀ ਪਰਿਵਾਰ ਦੀ ਰੈਪੂਟੇਸ਼ਨ ਬਹੁਤ ਵਧੀਆ ਹੈ, ਸਾਰੇ ਕਹਿੰਦੇ ਨੇ ਕਿ ਲੋਕਾਂ ਦੇ ਨਾਲ ਖੜੇ ਹੋਣ ਵਾਲੇ ਨੇ, ਔਰ ਸਾਫ਼ ਸੁਥਰਾ ਪਰਿਵਾਰ, ਇਹ ਰੈਪੂਟੇਸ਼ਨ ਬਣੀ ਹੋਈ ਹੈ ਉਹਨਾਂ ਦੀ। ਪਰ ਮੇਰਾ ਖਿਆਲ ਹੈ ਜਿੰਨੀ ਚੋਣਾਂ ਇਸ ਵੇਲੇ ਪੂਰਾ ਜਿਹੜਾ ਮੁੱਦਾ ਭਖਿਆ, ਲੋਕ ਆ ਰਹੇ ਆ, ਰੋਡ ਸ਼ੋਅ ਹੋ ਰਿਹਾ, ਰੋਡ ਸ਼ੋਅ ਹੋ ਰਿਹਾ ਜਲੰਧਰ ਦੇ ਵਿੱਚ। ਆਪ ਵੀ ਆ ਰਹੀ ਆ, ਕਾਂਗਰਸ ਵੀ ਆ ਰਹੀ ਆ, ਔਰ ਉੱਚ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਨੇਤਾ ਨੇ ਉਹ ਵੀ ਆ ਰਹੇ ਆ, ਔਰ ਵੜਿੰਗ ਸਾਹਿਬ ਵੀ ਆਏ ਆ, ਔਰ ਸਾਰੇ ਇਹਦੇ 'ਚ ਆ ਰਹੇ ਆ। ਪਰ ਜੇ ਅਸੀਂ ਗੱਲ ਕਰੀਏ ਨਾ ਕਾਂਗਰਸ ਦੀ ਜਾਂ ਦੂਜੀ ਪਾਰਟੀ ਦੀ, ਇਹ ਇੱਕ ਲੋਕ ਮਨਾਂ ਦਾ ਕੁਝ ਨਹੀਂ ਪਤਾ ਲੱਗਦਾ ਕਿਹਨੇ ਕੀ ਕਰਨਾ ਹੈਗਾ। ਜੋ ਵੀ ਹੈਗਾ, ਲੋਕ ਤਾਂ ਖੁਦ ਵਹਿੰਦੇ ਆ ਲੋਕਾਂ ਦਾ ਕੰਮ ਕਰਨ ਦਾ ਸਟਾਈਲ, ਰਾਜਨੀਤਿਕ ਪਾਰਟੀਆਂ ਦਾ। ਜਦੋਂ ਵੀ ਜਿਹੜੀ ਗੱਲ ਹੁੰਦੀ ਆ, ਵੈਸੇ ਚਾਰੇ ਪਾਰਟੀਆਂ ਦਾ ਹਾਲ ਇਹ ਰਿਹਾ ਵਾ, ਜਿਹੜੀਆਂ ਵੀ ਆ ਗਈਆਂ, ਉਹਨਾਂ ਕੋਲ ਆਪਣੀ ਪਾਰਟੀ ਦਾ ਕੈਂਡੀਡੇਟ ਹੀ ਹੈ ਨਹੀਂ। ਨਾ ਤਾਂ ਅਕਾਲੀ ਦਲ ਕੋ ਹੈਗਾ, ਉਹ ਉੱਥੋਂ ਲੈ ਕੇ MLA ਬੰਗਿਆਂ ਤੋਂ, ਜਿਹੜੇ ਇਸ ਵੇਲੇ ਮੌਜੂਦਾ MLA ਸੁਖਵਿੰਦਰ ਕੁਮਾਰ ਜੀ। ਰਹੀ ਗੱਲ ਆਪ ਦੀ, ਆਪ ਕੋ ਵੀ ਆਪਣਾ ਨਹੀਂ ਗਿਆ, ਉਹਨਾਂ ਨੇ ਕਾਂਗਰਸ ਦਾ ਖਿੱਚ ਲਿਆਂਦਾ, ਉਹ ਸੁਸ਼ੀਲ ਰਿੰਕੂ ਜੀ ਉਹਦੇ 'ਚ ਹੈਗੇ ਆ। ਜੇ ਗੱਲ ਕਰੀਏ ਕਾਂਗਰਸ ਦੀ, ਉਹਨਾਂ ਦਾ ਵੀ ਇਹੀ ਹਾਲ ਹੈਗਾ। ਉਹਨਾਂ ਦਾ ਇਹ ਹਾਲ ਹੈ ਕਿ ਇਹ ਲੋਕ ਇਹ ਕਹਿ ਰਹੇ ਆ ਕਿ ਇੱਕੇ ਖਾਨਦਾਨ ਨੂੰ MP ਬਣ ਗਏ, ਬਾਕਾਇਦਾ ਤੌਰ ਤੇ ਇਹੋ ਹੀ ਬਣੀ ਜਾਊਗਾ ਸਾਰਾ ਕੁਝ। ਬਿਲਕੁਲ, ਇਹ ਲੋਕਤੰਤਰ ਆ ਜਾਂ ਪ੍ਰਜਾਤੰਤਰ ਆ ਜਾਂ ਕਿਹੜਾ, ਇਹ ਲੋਕ ਕਹਿ ਰਹੇ ਆ, ਮੀਡੀਆ ਨਹੀਂ ਕਹਿ ਰਿਹਾ, ਜਾਂ ਅਸੀਂ ਵਿਅਕਤੀਗਤ ਤੌਰ ਤੇ ਨਹੀਂ ਆਉਂਦੇ ਵੀ ਇੱਕ ਮਰ ਗਿਆ ਤੇ ਫਿਰ ਦੂਜਾ ਆ ਗਿਆ, ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ। ਬਾਕੀ ਪੰਜਾਬ 'ਚ ਲੋਕ ਵਸ ਰਹੇ ਆ। ਜਿਸ ਤਰ੍ਹਾਂ ਰਾਜ ਸਭਾ ਦੀ ਨੁਮਾਇੰਦਗੀ ਹੁੰਦੀ ਆ, ਉਹਦੇ ਵਿੱਚ ਲੋਕ ਸਭਾ ਦੀ ਨੁਮਾਇੰਦਗੀ ਹੁੰਦੀ ਹੈ, ਇਹਦੇ 'ਚ MP ਬਣਾ ਰਹੇ ਆ। ਉਹ ਇਹ ਨਹੀਂ ਕਹਿੰਦੇ ਵੀ ਰਾਹੁਲ ਗਾਂਧੀ ਜਿਹਨੂੰ ਕਹਿ ਗਿਆ ਤੁਹਾਨੂੰ ਬਣਾ ਦਿਓ, ਇਹ ਨਹੀਂ ਗੱਲ ਹੁੰਦੀ ਕਿ ਸਾਰਾ ਕੁਝ ਹੈਗਾ। ਚਾਰੇ ਪਾਰਟੀਆਂ ਦੀ ਹਾਲਤ ਇਸ ਤਰ੍ਹਾਂ ਦੀ ਹੈਗੀ ਹੈ। ਪਰ ਹੁਣ ਲੋਕਾਂ ਨੇ ਨਖੇੜਾ ਕਰਨਾ ਕਿ ਕਿਸ ਪਾਰਟੀ ਨੂੰ ਅੱਗੇ ਲੈ ਕੇ ਆਉਣਾ, ਕਿਉਂਕਿ ਇੰਡੀਵਿਜੂਅਲ ਇਹ ਨਹੀਂ ਗਾ ਕਿ ਮੈਂ ਕਹਿੰਦਾ ਕਾਂਗਰਸ ਜਿੱਤ ਜਾਣੀ ਹੈ ਤੇ ਮੈਂ ਕਹਿੰਦਾ ਜੀ ਨਹੀਂ ਆਪ ਸਰਕਾਰ ਅੱਗੇ ਆ ਜਾਊਗੀ, ਉਹਨਾਂ ਨੇ ਕੰਮ ਬੜੇ ਕੀਤੇ ਆ। ਨੋਬਡੀ ਕੈਨ ਚੈਲੰਜ ਟੂ ਦੈਮ। ਇਹਦੇ ਵਿੱਚ ਇਹ ਹੈਗਾ ਕਿ ਜੋ ਕੁਝ ਕਰਨਾ ਲੋਕਾਂ ਨੇ ਕਰਨਾ। ਇਸੇ ਕਰਕੇ ਹੈਗਾ ਬੇਸ ਜਿਹੜਾ ਹੈਗਾ, ਜੇ ਅਸੀਂ ਉਹਦੀ ਗੱਲ ਕਰੀਏ, ਦਰਸ਼ਕ ਸਮਝਦਾਰ ਨੇ, ਇਸ ਗੱਲ ਨੂੰ ਸਮਝਦੇ ਆ। ਕਿਸੇ ਵੀ ਪਾਰਟੀ ਕੋ ਆਪਣਾ ਨੇਤਾ ਨਹੀਂ ਰਿਹਾ, ਸਿਰਫ ਕਾਂਗਰਸ ਦਾ ਆਪਣਾ ਨੇਤਾ, ਪਰ ਉਹਨਾਂ ਨੇ ਕਿਹਾ ਘਰੋਂ ਕੱਢ ਕੇ ਲਾਤਾ ਉਸੇ ਤਰ੍ਹਾਂ ਹੀ। ਇਹ ਆਵਾਜ਼ ਲੋਕਾਂ ਦੀ ਆਵਾਜ਼ ਹੈ, ਪਬਲਿਕ ਦੀ ਆਵਾਜ਼ ਹੈ ਕਿ ਜੇ ਰਾਹੁਲ ਗਾਂਧੀ ਕਹਿ ਲਓ ਜੀ ਹੈਗਾ ਇਹਨਾਂ ਦਾ ਆਹ ਮੁੰਡਾ ਬਣਾ ਦਿਓ, ਇਹਨਾਂ ਦੀ ਆਹ ਕੁੜੀ ਬਣਾ ਦਿਓ, ਇਸ ਤਰ੍ਹਾਂ ਗੱਲਾਂ ਨਹੀਂ ਹੁੰਦੀਆਂ। ਲੋਕਤੰਤਰ ਹੈ, ਪ੍ਰਜਾਤੰਤਰ, ਉਹਦੇ ਵਿੱਚ ਲੋਕਾਂ ਨੇ ਆਪ ਜੋ ਨਿਖੇੜਾ ਕਰਨਾ। ਇਸ ਕਰਕੇ ਹੁਣ ਵੇਖੋ ਪਤਾ ਤਾਂ ਲੱਗ ਜਾਣਾ, ਨਾ ਤਾਂ ਮੇਰੀ ਸੋਚ ਤੇ ਗੱਲ ਚੱਲਣੀ, ਤਾਂ ਨਾ ਤੁਹਾਡੀ ਤੇ ਨਾ ਜਿਹੜੀ ਐਗਜ਼ੈਕਟ ਪੋਲ ਹੁੰਦਾ। ਇਹ ਲੋਕਾਂ ਦੀ ਅੰਦਰੂਨੀ ਚੱਲਣੀ ਆ। 92 ਸੀਟਾਂ ਲੈਣ ਨਾਲ ਪਤਾ ਹੈ ਕੀ ਹੋ ਜਾਂਦਾ। ਉਦੋਂ ਬਾਅਦ ਅਗਲੀ ਇਲੈਕਸ਼ਨ ਤੇ ਇਹਨਾਂ ਦਾ ਹੈ ਨਾ ਵੀ ਕਿੱਧਰ ਨੂੰ ਇਹਨਾਂ ਦਾ ਝਾੜੂ ਉਲਟ ਫਿਰਦਾ ਜਾਂ ਸਿੱਧਾ ਫਿਰਦਾ, ਇਹ ਲੋਕ ਕਰਨਗੇ। ਇਹ ਪਰ ਹੈ ਨਾ, ਲੋਕਾਂ ਨੇ ਕਰਨਾ, ਲੋਕਾਂ ਨੇ ਡਿਸਾਈਡ ਕਰਨਾ। ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਨੇ ਕੱਢ ਕੇ ਦੇਣਾ। ਇਹਦੇ ਵਿੱਚੋਂ ਪਾਣੀ ਰਿੜਕੀਆਂ ਕੁਛ ਨਹੀਂ ਨਿਕਲਦਾ ਹੁੰਦਾ। ਬਿਲਕੁਲ ਸਹੀ ਗੱਲ ਹੈ। ਨਵੀਂ ਫਿਲਮ ਰਿਲੀਜ਼ ਹੋਵੇ ਤੇ ਪਾਰਟੀ ਦੀ ਇਲੈਕਸ਼ਨ ਹੋਵੇ,
ਰਿਜ਼ਲਟ ਲੋਕਾਂ ਦੇ ਹੱਥਾਂ 'ਚ ਹੈ। ਹਾਂ ਇਹੀ ਹੈ। ਕਿਹੜੀ ਫਿਲਮ ਨੂੰ ਹਿੱਟ ਕਰਨਾ ਹੈ ਤੇ ਕਿਹੜੀ ਪਾਰਟੀ ਨੂੰ ਹਿੱਟ ਕਰਨਾ ਹੈ, ਲੋਕਾਂ ਦੀ ਸੋਚ ਹੈ। ਤੁਹਾਡੀ ਗੱਲ ਠੀਕ, ਪਤਾ ਨਹੀਂ ਕਿਸ ਵਕਤ ਕਿਹੜੀ ਸੋਚ ਕਿੱਧਰ ਮੋੜਾ ਖਾ ਕਿੱਧਰ ਜਾਵੇ। ਮੋੜਾਉਣਾ ਬਸ ਕੁਝ ਨਹੀਂ। ਸੋ ਕਰਨਾਟਕ ਦੀਆਂ ਚੋਣਾਂ ਵੀ ਹੋਣ ਵਾਲੀਆਂ ਨੇ ਤੇ ਚੋਣਾਂ ਤੇ ਰੱਖਿਆ ਚੋਣਾਂ ਤੇ ਚੋਣਾਂ ਹੋ ਰਹੀਆਂ ਨੇ। ਹਾਂ। ਠਾ ਚੋਣ ਤੇ ਚੋਣ, ਕਿਉਂਕਿ ਸਾਡੇ ਭਾਰਤ ਦੇ ਵਿੱਚ ਇੱਕ ਥਾਂ ਤੋਂ ਚੋਣਾਂ ਮੁੱਕਦੀ ਦੂਜੀ ਥਾਂ ਤੇ ਸ਼ੁਰੂ ਹੋ ਜਾਂਦੀ, ਚੋਣਾਂ ਹੀ ਚੱਲਦੀਆਂ ਰਹਿੰਦੀਆਂ ਨੇ। ਸੋ ਕਰਨਾਟਕ ਦੀਆਂ ਚੋਣਾਂ 'ਚ ਕਹਿੰਦੇ ਨੇ ਕਿ ਇਸ ਵਕਤ ਬੀਜੇਪੀ ਬੜੀ ਘਬਰਾਈ ਹੋਈ ਹੈ। ਉਹਨਾਂ ਨੂੰ ਲੱਗਦਾ ਕਿ ਕਿਤੇ ਸੂਪੜਾ ਸਾਫ਼ ਨਾ ਹੋ ਜਾਏ, ਇਹ ਡਰ ਬਣਿਆ ਹੋਇਆ ਹੈ। ਵੈਸੇ ਘਬਰਾਈ ਵੀ ਹੈ, ਪਰ ਉਹਦੇ ਵਿੱਚ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਕਹਿ ਦਿੱਤਾ ਹੈਗਾ ਕਿ ਅਸੀਂ 100% ਵੋਟਾਂ ਲਵਾਂਗੇ, ਕਿਉਂਕਿ ਅਸੀਂ ਕੰਮ ਕੀਤੇ ਆ ਔਰ ਇਹਦੇ ਵਿੱਚ ਸਾਡਾ ਕੰਮ ਬੋਲਦਾ, ਸਾਡੇ ਕੰਮ ਦੀ ਗੂੰਜ ਉੱਥੇ ਆਲੇ ਦੁਆਲੇ। ਪਰ ਉਹ ਦੂਜੇ ਪਾਸੇ ਜਿਹੜੀ ਕਾਂਗਰਸ ਆ ਉਹ ਕਹਿ ਰਹੀ ਕਿ ਅਸੀਂ, ਰਾਹੁਲ ਗਾਂਧੀ ਨੇ ਕਹਿਤਾ ਕਿ ਅਸੀਂ 1 ਕਰੋੜ ਰੁਪਈਆ ਜਿਹੜਾ ਹੈਗਾ ਲੋਕਾਂ ਦੀ ਪੰਚਾਇਤਾਂ ਨੂੰ ਦੇਵਾਂਗੇ, ਹਰ ਪੰਚਾਇਤ ਨੂੰ ਦੇਵਾਂਗੇ ਪੈਸਾ, ਔਰ ਪੈਸੇ ਨਾਲ ਹੀ ਸਾਰਾ ਕੁਝ ਅਸੀਂ ਵਰਤਾਂਗੇ ਲੋਕਾਂ ਦਾ ਜਿਹੜੇ ਨੀਡੀ ਨੇ, ਔਰ ਉਹਦੇ 'ਚ 10 ਲੱਖ ਬੱਚਿਆਂ ਨੂੰ ਅਸੀਂ ਜੌਬ ਦੇਵਾਂਗੇ। ਇਹਨਾਂ ਨੇ ਬੜਾ ਵੱਡਾ ਮੈਨੀਫੈਸਟੋ ਪੇਸ਼ ਕਰ ਦਿੱਤਾ। ਪਤਾ ਨਹੀਂ ਇਹਨਾਂ ਬਜਟ ਹੈਗਾ ਜਾਂ ਕੀ ਕੁਛ ਹੈਗਾ। ਕਾਂਗਰਸ ਤੇ ਟੱਕਰ ਜਿਹੜੀ ਹੈਗੀ ਹੈ ਇਹਦੇ ਵਿੱਚ ਬੀਜੇਪੀ ਦੀ ਹੈ, ਦੋਵਾਂ ਦੀ। ਬਾਕੀ ਰੀਜਨਲ ਪਾਰਟੀਆਂ ਉਹਦੇ ਵਿੱਚ ਜਦੋਂ ਕੋਈ 2-4 ਜਿੱਤ ਜਾਂਦੇ ਆ, ਉਹਨਾਂ ਨੇ ਉਸ ਪਾਰਟੀ ਦੇ ਨਾਲ ਰਲ ਜਾਣਾ ਜਿਹੜੀ ਪਾਰਟੀ ਬਹੁਤ ਮੱਚ ਆ। ਔਰ ਇਸ ਵੇਲੇ ਇਹ ਇਲੈਕਸ਼ਨ ਦਾ ਜਿਹੜਾ ਡੇਟ ਇੱਕ ਹੀ ਹੈਗਾ, 10 ਮਈ ਹੈ। 10 ਮਈ ਹੈ ਇਲੈਕਸ਼ਨ ਤੋਂ ਰਿਜ਼ਲਟ ਜਿਹੜਾ 1-2 ਦਿਨ ਪਿੱਛੇ ਅੱਗੇ ਹੈਗਾ, ਉਹ ਵਿਧਾਨ ਸਭਾ ਹੈਗੀ ਹੈ, ਇਹ ਜ਼ਿਮਨੀ ਚੋਣ ਹੈਗੀ ਪੰਜਾਬ ਦੀ। ਪਰ ਇਹਦੇ ਵਿੱਚ ਵੀ 9 ਹਲਕੇ ਆ ਜਾਂਦੇ ਆ। 9 ਹਲਕੇ ਜਿੱਥੇ 9 MLA ਜਿੱਤ ਕੇ ਆਏ ਆ, ਉੱਥੋਂ ਇੱਕੋ MP ਬਣਨਾ। ਪੰਜਾਬ ਵਿੱਚ ਵੀ ਬੜੀ ਦੌੜ ਲੱਗੀ ਹੈ। ਪੰਜਾਬ ਵਿੱਚ ਵੀ ਅੱਗਾ ਪਿੱਛਾ ਨਹੀਂ ਵੇਖਦੀ ਜਿਹੜੀ ਗੌਰਮੈਂਟ ਦੀਆਂ ਰਾਜਨੀਤਿਕ ਪਾਰਟੀਆਂ ਉਹ ਆਉਂਦੀਆਂ, ਤੇ ਲੋਕ ਵਿਚਾਰੇ ਸੜਕਾਂ 'ਚ ਲੰਘਣੋਂ ਔਖੇ ਹੋ ਜਾਂਦੇ ਆ। ਫਿਰ ਇਹਦੇ ਵਿੱਚ ਪ੍ਰਦਰਸ਼ਨੀਆਂ ਹੋ ਰਹੀਆਂ ਜਲੰਧਰ 'ਚ, ਜਿਹੜੀਆਂ ਵੀ ਪਾਰਟੀਆਂ, ਜਿਹੜੇ ਬਾਹਰੋਂ ਲੋਕ ਆਉਂਦੇ ਨੇ, ਉਹਨਾਂ ਦੀ ਜਿਹੜੀ ਕੋਈ ਮੰਗਾਂ ਨੇ, ਉਹ ਜਲੰਧਰ ਆ ਕੇ ਕਰਦੇ ਆ, ਮੰਗਦੇ ਆ ਕਿ ਇੱਥੇ ਪਾਰਟੀਆਂ ਜੋ ਹੁੰਦੀਆਂ, ਰੋਡ ਸ਼ੋਅ ਹੁੰਦੇ ਆ, ਅੱਗੇ ਉਹ ਖਲੋਤੇ ਹੁੰਦੇ ਆ। ਚੋਣ ਜਲੰਧਰ ਦੀ ਹੈਗੀ ਆ ਤੇ ਪੂਰਾ ਪੰਜਾਬ ਹੀ ਜਲੰਧਰ 'ਚ ਵੜਿਆ ਹੁੰਦਾ। ਤੁਸੀਂ ਕਦੇ ਵੀ ਲੈ ਕੇ ਜਾਓ, ਸਕੂਟਰ ਤੇ ਜਾਓ, ਕਾਰ ਤੇ ਜਾਓ, ਜਦ 'ਚ ਜਾਓਗੇ ਤੁਹਾਨੂੰ ਲੰਘਣ ਲਈ ਰਾਹ ਨਹੀਂ ਲੱਭੂਗਾ। ਤੁਸੀਂ ਕਿਤੇ ਜ਼ਰੂਰੀ ਕੰਮ ਲਈ ਜਾ ਰਹੇ ਜੇ, ਕੋਈ ਬੱਚਾ ਬਿਮਾਰ ਹੈ, ਕੋਈ ਪਤਾ ਨਹੀਂ ਲੱਗਦਾ। ਲੋਕਾਂ ਨੂੰ ਆਪਣਾ ਬੁਖਾਰ ਚੜਿਆ, ਆਪਣੇ ਰਾਜਨੀਤਿਕ ਬੁਖਾਰ ਚੜਿਆ। ਉਹਨਾਂ ਨੂੰ ਇਹ ਨਹੀਂ ਪਤਾ ਕੋਈ ਬੱਚੇ, ਜਨਾਨੀਆਂ, ਬੁੜੇ ਵਿਚਾਰੇ ਬਿਮਾਰ ਆ, ਸੜਕਾਂ ਖਾਲੀ ਕਰ ਦਈਏ, ਉਹ ਹਟਦੇ ਆ ਤੇ ਕਿਸਾਨ ਧਰਨਾ ਲਾ ਲੈਂਦੇ। ਸਾਡੇ ਦੇਸ਼ ਦੇ ਵਿੱਚ, ਸਾਡੇ ਪੰਜਾਬ ਵਿੱਚ ਧਰਨਿਆਂ ਨਾਲ ਹੀ ਸਾਰਾ ਕੁਝ ਬਣਦਾ। ਇਹ ਨਹੀਂ ਹੈਗਾ ਕੋਈ ਕੰਮ ਕਰ ਲਈਏ, ਲੋਕਾਂ ਨਾਲ ਗੱਲ ਕਰ ਲਈਏ, ਲੋਕਾਂ ਦੀਆਂ ਗੱਲਾਂ, ਲੋੜਾਂ ਪੂਰੀਆਂ ਕਰ ਦਈਏ। ਨਾ ਰਾਜਨੀਤਿਕ ਪਾਰਟੀਆਂ ਨੂੰ ਪਤਾ ਤੇ ਨਾ ਹੀ ਦੂਸਰੇ ਜਿਹੜੀਆਂ ਮੁਖਾਲਫਤ ਕਰ ਰਹੀਆਂ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਪਤਾ। ਇਹ ਗੱਲ ਹੈਗੀ ਪੂਰੇ ਪੰਜਾਬ ਤੇ ਹਿੰਦੁਸਤਾਨ। ਬਿਲਕੁਲ ਸਭ ਜਗ੍ਹਾ ਹੀ ਚੱਲਦਾ ਜੀ। ਸੋ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਮਾਣਹਾਨੀ ਕੇਸ ਤੇ PM ਫੰਡ ਕੇਸ, ਉਹਨਾਂ ਦੀ ਸੁਣਵਾਈ ਤੋਂ ਹਾਈ ਕੋਰਟ ਜਿਹੜਾ ਨਾ ਪਾਸਾ ਵਟਦਾ ਪਿਆ। ਉਹਨਾਂ ਨੇ ਜਵਾਬ ਦੇ ਦਿੱਤਾ ਹਾਈ ਕੋਰਟ ਨੇ। ਇਹਨਾਂ ਦਾ ਕੇਸ ਜਿਹੜਾ ਕੰਸੀਡਰ ਨਹੀਂ ਕੀਤਾ, ਜਿਹਦੇ ਵਿੱਚ ਇਹਨਾਂ ਨੇ ਕੀਤਾ ਹਾਈ ਕੋਰਟ 'ਚ। ਸੂਰਤ ਦੀ ਜਿਹੜੀ ਸੈਸ਼ਨ ਕੋਰਟ ਆ, ਉਹਨਾਂ ਦੇ ਤੇ ਇਹਨਾਂ ਦੇ ਅਗੇਂਸਟ ਕਰ ਦਿੱਤਾ ਸੀ। ਫਿਰ ਬਣਦਾ ਸੀ ਲੋਕਤੰਤਰ ਦੇ ਲਿਹਾਜ਼ ਨਾਲ, ਸੰਵਿਧਾਨ ਦੇ ਅਕੋਰਡਿੰਗ ਇਹਨਾਂ ਨੂੰ ਅਗਲੀ ਕੋਰਟ 'ਚ ਜਾਣਾ ਚਾਹੀਦਾ। ਜਦੋਂ ਅਗਲੀ ਕੋਰਟ 'ਚ ਗਈ ਆ ਤਾਂ ਉਹਨਾਂ ਕੰਸੀਡਰ ਹੀ ਨਹੀਂ ਕੀਤਾ ਇਹਨਾਂ ਦਾ ਕੇਸ। ਫਿਰ ਇਹਨਾਂ ਨੇ ਕਹਿ ਦਿੱਤਾ ਕਿ ਜੇ ਮੈਨੂੰ ਰੈਜ਼ੀਡੈਂਸ ਤੋਂ ਬਾਹਰ ਭੇਜਿਆ, ਜਿਹੜਾ ਸਰਕਾਰੀ ਰਿਹਾਇਸ਼ ਉਹ ਤੋਂ ਬਾਹਰ ਭੇਜਿਆ, ਜੇ ਮੈਨੂੰ ਬਰਖਾਸਤ ਕਰ ਦਿੱਤਾ ਐਜ਼ MP, ਤੇ ਮੈਂ ਉਦੋਂ ਬਾਅਦ ਇੱਕ ਮੁੱਦਾ ਆ ਲੈ ਕੇ ਆ ਰਿਹਾ। ਇਹਦੇ ਮੁੱਦੇ ਦੇ ਵਿੱਚ ਜਿਹੜਾ ਫੰਡ ਹੈਗਾ PM ਫੰਡ, ਉਹਦੇ ਵਿੱਚ ਜਨਤਾ ਪੁੱਛ ਰਹੀ ਹੈ, ਜਨਤਾ ਦੀਆਂ ਏਜੰਸੀਆਂ ਦਾ ਪੈਸਾ ਵੀ ਉਹ 'ਚ ਗਿਆ ਹੈਗਾ। ਉਹ 'ਚ RTI ਪਾਈਆਂ, ਉਹਦਾ ਜਵਾਬ ਵੀ ਕਿਸੇ ਨੂੰ ਨਹੀਂ ਆਇਆ ਜਾਂਦਾ। ਉਹ ਜਵਾਬ ਦਿਓ। ਮੈਂ ਪਾਰਲੀਮੈਂਟ 'ਚ ਹੁੰਦਾ ਤਾਂ ਪਾਰਲੀਮੈਂਟ 'ਚ ਬੋਲਦਾ, ਨਹੀਂ ਤਾਂ ਮੈਂ ਪਬਲਿਕ ਤੱਕ ਗੱਲ ਕਰੂੰਗਾ। ਮੈਂ ਵਿਧਾਨ ਸਭਾ ਦੀਆਂ ਚੋਣਾਂ 'ਚ ਲੋਕਾਂ ਨੂੰ ਪੁੱਛੂੰਗਾ, ਦੱਸੂਗਾ। ਤੇ ਇਹ ਰਾਜਨੀਤਿਕ ਪਾਰਟੀ ਆ ਜਿਹੜੀ ਵਾਗਡੋਰ ਜੀ ਦੇ ਹੱਥ 'ਚ ਆ, ਜਿਹੜੀ ਪੂਰੇ ਤਖਤ ਤੇ ਬੈਠੀ ਦਿੱਲੀ ਤੇ। ਉਹਨਾਂ ਨੇ ਦੇਖੋ ਕੀ ਕੁਝ ਕਰ ਦਿੱਤਾ, ਸਾਰਾ ਪੈਸਾ ਹੜੱਪ ਕਰ ਗਿਆ। ਉਹ ਕਿੱਧਰ ਗਿਆ ਪੈਸਾ? ਉਹ ਤਾਂ ਹੁਣ ਚਾਹੀਦਾ ਹੈਗਾ ਸੈਂਟਰ ਗੌਰਮੈਂਟ ਨੂੰ ਜਵਾਬ ਦੇਣਾ ਚਾਹੀਦਾ। ਉਹ ਆਂਦਾ ਨਹੀਂ ਤਾਂ ਮੈਂ ਫਿਰ ਕੋਰਟ 'ਚ ਜਾਊਂਗਾ। ਪਰ ਉਹ ਭਲੇ ਮਾਨਸ ਨੂੰ ਚਾਹੀਦਾ, ਤੇਰੀ ਆਪਣੀ ਇੰਡੀਵਿਜੂਅਲ ਤਾਂ ਅਜੇ ਤੱਕ ਕੋਈ ਪੁੱਛਗਿੱਛ ਨਹੀਂ ਹੋਈ, ਕਿਸੇ ਕੋਰਟ ਨੇ ਤੈਨੂੰ ਕੰਸੀਡਰ ਨਹੀਂ ਕੀਤਾ, ਕੁਝ ਨਹੀਂ ਕਹਤਾ। ਤੇਰਾ ਇਹ ਮੁੱਦਾ ਥੋੜ੍ਹਾ ਲੈ ਜਾਣਗੇ। PM ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ। ਇਹਦੇ ਵਿੱਚ ਤੇ ਜਾਊਗੀ ਤਾਂ ਪੂਰੀਆਂ ਪਾਰਟੀਆਂ ਗੱਠ ਜੋੜ ਨਾਲ ਕੋਈ ਰੱਖਿਆ ਜਾ ਸਕਦਾ। RTI ਪਾਉਣ ਲਈ ਖੜਕੇ ਸਾਹਿਬ ਪ੍ਰਧਾਨ ਨੇ, ਉਹ ਕਰ ਸਕਦੇ ਹੈਗੇ ਆ। ਉਹ ਤਾਂ ਰਾਹੁਲ ਗਾਂਧੀ ਇਕੱਲਾ ਇਹਦੇ ਵਿੱਚ ਅੱਗੇ ਨਹੀਂ ਆ ਸਕਦਾ। ਜਿਸ 'ਚ ਪ੍ਰਧਾਨ ਆਉਣਗੇ, ਉਹ 'ਚ ਥਰੂਰ ਸਾਹਿਬ ਆ ਜਾਣਗੇ, ਉਹ 'ਚ ਗੁਲਾਮ ਨਬੀ ਆਜ਼ਾਦ ਜੀ ਆਉਣਗੇ, ਸਾਰੇ ਕੰਬਾਈਨ ਹੋ ਕੇ ਆਉਣਗੇ। ਹਾਂ, ਉਹਦੇ 'ਚ ਇਕੱਠੇ ਹੋਣਗੇ ਤਦ, ਨਹੀਂ ਤਾਂ ਇਹ ਗੱਲ ਫਿਰ ਉੱਥੇ ਦੀ ਉੱਥੇ ਹੀ ਠੱਪ ਹੋ ਜਾਣੀ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਕਈ ਟੈਕਨੀਕਲ ਗੱਲਾਂ ਹੁੰਦੀਆਂ ਨੇ। ਇਮੋਸ਼ਨਲ ਹੋ ਕੇ ਠੀਕ ਹੈ ਤੁਸੀਂ ਗੱਲ ਕਰਦੇ ਹੋ, ਪਰ ਕੁਝ ਟੈਕਨੀਕਲ ਗੱਲਾਂ ਨੇ, ਕੁਝ ਲਾਅ ਮੇਕਰਸ ਦੀਆਂ ਗੱਲਾਂ ਨੇ। ਉਹਦੇ ਮੁਤਾਬਿਕ ਤੁਹਾਨੂੰ ਚੱਲਣਾ ਪਏਗਾ, ਪ੍ਰੋਸੈਸ ਨੂੰ ਫੋਲੋ ਕਰਨਾ ਪਏਗਾ, ਤਾਂ ਹੀ ਰਿਜ਼ਲਟਸ ਆਉਣਗੇ। ਨਹੀਂ ਤਾਂ ਉਹ ਗੱਲਾਂ ਤੱਕ ਹੀ ਰਹਿ ਜਾਣੀਆਂ ਨੇ, ਹਵਾ 'ਚ ਹਵਾਈ ਹੋ ਜਾਣੀਆਂ ਨੇ। ਜੇ ਉਹਨਾਂ ਉੱਤੇ ਕੋਈ ਤੁਸੀਂ ਚਾਹੁੰਦੇ ਹੋ ਕੋਈ ਸਟੀਕ ਉਹਦੇ ਉੱਤੇ ਕਾਰਵਾਈ ਹੋਵੇ, ਤਾਂ ਤੁਹਾਨੂੰ ਸਟੀਕ ਪ੍ਰੋਸੈਸ ਅਪਣਾਉਣਾ ਪਏਗਾ। ਰਾਹੁਲ ਗਾਂਧੀ ਬਹੁਤ ਵਧੀਆ ਗੱਲਾਂ ਕਰਦੇ ਨੇ, ਬਹੁਤ ਵਧੀਆ ਮੁੱਦੇ ਲੈ ਕੇ ਆਉਂਦੇ ਨੇ, ਪਰ ਇੱਕ ਪ੍ਰੋਸੈਸ ਹੈ, ਉਸ ਨੂੰ ਅਪਣਾਉਣਾ ਪਏਗਾ। ਲੋਕ ਗੱਲਾਂ ਦੀ ਕਦਰ ਕਰਦੇ ਨੇ, ਪਰ ਜਦੋਂ ਗੱਲਾਂ ਦੇ ਉੱਤੇ ਕਾਰਵਾਈ ਕਰਵਾਉਣੀ ਹੈ
ਤਾਂ ਫਿਰ ਸਾਰੇ ਕਾਗਜ਼ ਪੱਤਰ ਤੇ ਉਹਦੇ ਤਿਆਰ ਕਰਨੇ ਹੀ ਪੈਣੇ ਨੇ ਨਾ, ਤਾਂ ਹੀ ਜਾ ਕੇ ਕਾਰਵਾਈ ਹੋਣੀ ਹੈ। ਸੋ ਇਹ ਟੈਕਨੀਕਲ ਟੀਮਸ ਜਿਹੜੀਆਂ ਨੇ ਉਹਨਾਂ ਦੀਆਂ ਲੀਗਲ ਟੀਮਸ ਨੇ, ਉਹਨਾਂ ਨਾਲ ਮਿਲ ਕੇ ਗੱਲਬਾਤ ਕਰਨ ਜੀ ਤੇ ਆਪਣੀ ਗੱਲ ਨੂੰ ਸਾਹਮਣੇ ਲੈ ਕੇ ਆਉਣ, ਜਨਤਾ ਦੇ ਸਾਹਮਣੇ ਲੈ ਕੇ ਆਉਣ, ਬਹੁਤ ਵਧੀਆ ਰਹੇਗਾ। ਸੋ ਆਪਾਂ ਹੁਣ ਅੱਗੇ ਵਧਦੇ ਹਾਂ ਕਿ ਪਹਿਲਵਾਨਾਂ ਦਾ ਧਰਨਾ, ਤੁਸੀਂ ਧਰਨੇ ਦੀਆਂ ਗੱਲਾਂ ਕੀਤੀਆਂ ਸੀ। ਧਰਨੇ ਤੇ ਧਰਨਾ ਠਾ ਧਰਨਾ ਤੇ ਚੋਣਾਂ ਠਾ ਚੋਣਾਂ ਇਹੀ ਚੱਲਦਾ ਰਹਿੰਦਾ ਸਾਡਾ। ਫਿਰ ਰਿਸ਼ਵਤ ਦੇ ਕੇਸ ਆ ਜਾਂਦੇ ਨੇ, ਮਤਲਬ ਖਲਬਲੀ ਮੱਚੀ ਪਈ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਵੇਲੇ ਨਹੀਂ ਬੈਂਦੇ ਸਭ। ਸੋ ਪਹਿਲਵਾਨਾਂ ਦੇ ਧਰਨੇ ਚੱਲਦੇ ਪਏ ਨੇ, ਉਹ ਜੋ ਯੋਨ ਸ਼ੋਸ਼ਣ ਦੀਆਂ ਗੱਲਾਂ ਹੁੰਦੀਆਂ ਨੇ, ਔਰ ਕਈ ਲੀਡਰਸ ਦੇ ਉੱਤੇ ਵੀ ਗੱਲਾਂ ਲੱਗਦੀਆਂ ਨੇ, ਕਈ ਐਡਮਿਨਿਸਟ੍ਰੇਸ਼ਨ ਵਾਲਿਆਂ ਦੇ ਉੱਤੇ ਵੀ ਲੱਗਦੀਆਂ ਨੇ, ਕੁੜੀਆਂ ਦਾ ਸ਼ੋਸ਼ਣ ਕਰਦੇ ਨੇ, ਇਹ ਗੱਲਾਂ ਸਾਰੀਆਂ ਸਾਹਮਣੇ ਆਉਂਦੀਆਂ ਨੇ। ਸੋ ਧਰਨੇ ਤੇ ਬੈਠੇ ਹੋਏ ਨੇ ਜੰਤਰ ਮੰਤਰ ਦਿੱਲੀ, ਤੇ ਕਈ ਫਿਲਮੀ ਹਸਤੀਆਂ ਵੀ ਹੁਣ ਉਹਨਾਂ ਦੇ ਹੱਕ 'ਚ ਆ ਗਈਆਂ ਨੇ, ਉਹ ਵੀ ਧਰਨੇ ਤੇ ਬਹਿ ਗਈਆਂ ਨੇ, ਪਹਿਲਵਾਨਾਂ ਦਾ ਸਾਥ ਦੇ ਰਹੀਆਂ ਨੇ। ਸੋ ਪੀਟੀ ਊਸ਼ਾ ਕਹਿੰਦੇ ਨੇ ਕਿ ਉਹਨਾਂ ਨੂੰ ਸਾਡੇ ਕੋਲ ਪਹਿਲਾਂ ਆਉਣਾ ਚਾਹੀਦਾ ਸੀ ਧਰਨੇ ਤੇ ਬਹਿਣ ਤੋਂ ਪਹਿਲਾਂ, ਜੋ ਚੀਫ ਨੇ ਇਸ ਸੰਸਥਾ ਦੇ, ਕਿ ਇਹ ਸਾਡੇ ਕੋਲ ਆਏ ਨਹੀਂ ਔਰ ਸਿੱਧਾ ਧਰਨੇ ਤੇ ਬਹਿ ਗਏ ਨੇ। ਉਹ ਇਹ ਵੀ ਗੱਲ ਕਰਦੇ ਨੇ ਕਿ ਸਾਨੂੰ ਇਹਨਾਂ ਨਾਲ ਗੱਲ ਕਰਨ 'ਚ ਕੋਈ ਇਤਰਾਜ਼ ਨਹੀਂ ਹੈ, ਸੰਵਿਧਾਨ ਦੇ ਮੁਤਾਬਿਕ, ਕਾਨੂੰਨ ਦੇ ਮੁਤਾਬਿਕ। ਹੁਣ ਇਹ ਕੀ ਮਸਲਾ ਹੈ, ਕਿੱਦਾਂ ਚੱਲੂਗਾ ਕੰਮ, ਇਹ ਤੁਸੀਂ ਕਲੀਅਰ ਕਰੋ। ਇਹ ਬੜਾ ਪੁਰਾਣਾ ਮੁੱਦਾ ਚੱਲ ਰਿਹਾ, ਬੜੀ ਦੇਰ ਤੋਂ ਪਹਿਲਾਂ ਵੀ ਸੀਗਾ, ਫਿਰ ਇਹਨੂੰ ਥੋੜ੍ਹਾ ਜਿਹਾ ਰੋਕ ਲਿਆ ਗਿਆ। ਫਿਰ ਹੁਣ ਇਸ ਵੇਲੇ ਇਹ ਪੂਰਾ ਸਿਖਰ 'ਤੇ ਆ। ਉਹ ਇਸ ਕਰਕੇ ਕਿ ਇਸ ਵੇਲੇ ਜੰਤਰ ਮੰਤਰ ਆ, ਸ਼ੋਕਾ ਰੋਡ 'ਤੇ ਹੀ ਹੈਗਾ, ਅਗਲੇ ਪਾਸੇ ਤੇ ਪਾਰਲੀਮੈਂਟ ਆ, ਔਰ ਇਹਨਾਂ ਦੀਆਂ ਰੋਜ਼ ਨਿੱਤ ਦਿਹਾੜੀ ਦੀਆਂ ਖਬਰਾਂ ਜਿਹੜੀਆਂ ਪਾਰਲੀਮੈਂਟ 'ਚ ਮੰਤਰੀਆਂ ਤੱਕ, ਮੰਤਰੀ ਮੰਡਲ ਤੱਕ ਪਹੁੰਚਦੀਆਂ। ਔਰ ਉਹਦੇ ਵਿੱਚ ਇਹਨਾਂ ਨੇ ਇੱਕ ਕੇਸ ਵੀ ਦਾਇਰ ਕਰਤਾ ਸੀ ਭੂਸ਼ਣ ਜੀ ਦੇ ਅਗੇਂਸਟ। ਜੀ। ਔਰ ਅੱਜ ਦੀ ਜਿਹੜੀ ਖਬਰ ਹੈਗੀ ਆ ਉਹ ਬੜੀ ਇੰਟਰਸਟਡ ਆ, ਇਸ ਕਰਕੇ ਕਿ ਇਹਨਾਂ ਦੀ ਜਿਹੜਾ ਨਾਲ ਇਹਨਾਂ ਦੀ ਹੈਲਪ ਕਰ ਲਈ ਉਹ ਪਾਰਟੀਆਂ ਨਹੀਂ, ਉਹਦੇ ਵਿੱਚ ਖਿਡਾਰੀ ਆ ਗਿਆ ਤੇ ਫਿਲਮੀ ਹਸਤੀਆਂ ਨਾਲ ਆ ਗਈਆਂ। ਖਿਡਾਰੀ ਤਾਂ ਆਉਣਗੇ ਕਿਉਂਕਿ ਪਹਿਲਵਾਨ ਦਾ ਆਪ ਖੁਦ ਖਿਡਾਰੀ ਆ, ਔਰ ਉਹਦੇ ਵਿੱਚ ਪੰਜਾਬ ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਓਲੰਪੀਅਨ ਨੇ ਔਰ ਹਾਕੀ ਦੇ ਰਹੇ ਨੇ ਕੈਪਟਨ, ਉਹ ਵੀ ਉਹਨਾਂ ਵਿੱਚ ਸ਼ਾਮਲ ਹੋ ਗਏ ਆ। ਉਹਦੇ 'ਚ ਕ੍ਰਿਕਟ ਦੇ ਮੁੰਡੇ ਵੀ ਆ ਗਏ ਆ, ਔਰ ਹੋਰ ਜਿਹੜੇ ਖਿਡਾਰੀ ਆ ਉਹ ਪਹੁੰਚ ਚੁੱਕੇ ਆ, ਔਰ ਉੱਥੇ ਬਹੁਤ ਵੱਡਾ ਜਮਘਟਾ ਬਣ ਗਿਆ। ਔਰ ਇਹਦੇ ਵਿੱਚ ਇਸ ਵੇਲੇ ਜਿਹੜੀ ਸਰਕਾਰ ਆ, ਕੇਂਦਰ ਸਰਕਾਰ ਆ, ਸਾਡੇ ਸੈਂਟਰ ਦੀ ਗੌਰਮੈਂਟ ਆ, ਉਹਨੂੰ ਥੋੜ੍ਹੀ ਜਿਹੀ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਉਹ ਇਸ ਜਗ੍ਹਾ 'ਤੇ ਜਿੱਥੇ ਜਦੋਂ ਵੀ ਕੋਈ ਪ੍ਰਦਰਸ਼ਨ ਕਰਦਾ, ਜੰਤਰ ਮੰਤਰ 'ਚ ਕਰਦੇ ਆ, ਤਾਂ ਪਾਰਲੀਮੈਂਟ ਤੱਕ ਉਹ ਗੂੰਜ ਜਾਂਦੀ ਆ, ਰੌਲਾ ਪੈਂਦਾ। ਉਹਨਾਂ ਨੇ ਅੱਗੇ ਨਾਕੇ ਲਾਤੇ ਆ, ਅੱਗੇ ਨਹੀਂ ਨਿਕਲਣ ਦਿੰਦੇ। ਅਸ਼ੋਕਾ ਰੋਡ ਤੋਂ ਅਗਲੇ ਪਾਸੇ ਇਹ ਹੈਗਾ ਪਾਰਲੀਮੈਂਟ ਸਟਰੀਟ ਕਹਿੰਦੇ ਇਹਨੂੰ, ਜਿੱਥੇ ਜੰਤਰ ਮੰਤਰ ਸ਼ੁਰੂ ਹੁੰਦਾ। ਉਦੋਂ ਬਾਅਦ ਇਹਦੇ ਵਿੱਚ ਪੂਰੀ ਪਬਲਿਕ ਉੱਥੇ ਇਕੱਠੀ ਹੁੰਦੀ ਹੈ, ਜਰਨਲਿਸਟ ਜਾ ਰਹੇ ਆ, ਜਿੰਨੇ ਵੀ ਆਪਣੇ ਚੈਨਲਾਂ ਦੇ ਨੁਮਾਇੰਦੇ ਆ ਉਹ ਉੱਥੇ ਪਹੁੰਚ ਜਾਂਦੇ ਆ। ਰੋਜ਼ ਦਿਹਾੜੀ ਖਬਰਾਂ ਨੇ, ਪ੍ਰਿੰਟ ਮੀਡੀਆ 'ਚ ਵੀ, ਇਲੈਕਟ੍ਰੋਨਿਕਸ ਮੀਡੀਆ ਵਿੱਚ ਵੀ, ਚਾਰੇ ਪਾਸੇ ਗੂੰਜ ਇਹਨਾਂ ਦੀ। ਔਰ ਇਹਦੇ ਵਿੱਚ 10 ਕੁੜੀਆਂ ਸੀਗੀਆਂ ਜਿਨ੍ਹਾਂ ਦਾ ਸ਼ੋਸ਼ਣ ਹੋਇਆ, ਸਰੀਰਕ ਸ਼ੋਸ਼ਣ ਹੋਇਆ। ਉਹਦੇ ਵਿੱਚ ਇੱਕ ਤਾਂ ਕੁੜੀ ਅੰਡਰ ਏਜ ਹੀ ਹੈ। ਹੁਣ ਉਹਦੇ 'ਤੇ ਹੁਣ ਕੇਸ ਅੱਗੇ ਆ ਰਹੇ ਆ, ਪੈਕਸੋ ਕੇਸ ਜਿਹੜੇ ਆ ਉਹ ਵੀ ਨਾਮਜ਼ਦ ਹੋ ਗਏ ਆ, ਜੁਡੀਸ਼ਰੀ ਤੱਕ ਕੇਸ ਪਹੁੰਚ ਗਏ ਆ। ਔਰ ਇਹਦੇ ਵਿੱਚ ਹੁਣ ਦੇਖੋ ਕਿ ਜੁਡੀਸ਼ਰੀ ਕੀ ਅੱਗੇ ਕਹਿੰਦੀ ਆ, ਔਰ ਇਹ ਤੋਂ ਬਾਅਦ ਇਹਨਾਂ ਦੀ ਜਿਹੜੀ ਸਾਰੀ ਸੁਰੱਖਿਆ ਉਹ ਕੌਣ ਕਰੂਗਾ। ਇਹਦੇ ਵਿੱਚ ਇਹ ਵੀ ਕਿਹਾ ਗਿਆ ਇਹਨਾਂ ਨੇ ਕਿ ਇਹਨਾਂ ਨੂੰ ਸਿਕਿਉਰਿਟੀ ਵੀ ਦਿੱਤੀ ਜਾਊਗੀ ਜਿਨ੍ਹਾਂ ਦੇ ਅਗੇਂਸਟ ਚੱਲ ਪਿਆ ਕੇਸ। ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚ ਗਈ ਆ। ਹੁਣ ਦੇਖੋ ਸਰਕਾਰ ਐਕਸ਼ਨ ਕਦੋਂ ਲੈਂਦੀ ਆ। ਉਹ ਤਾਂ ਪਹਿਲਵਾਨ ਸਾਰੇ ਬਹਿ ਗਏ ਉੱਥੇ, ਪਹਿਲਵਾਨ ਜਿਹੜੇ ਸਰਕਾਰ ਵੱਲੋਂ ਨਹੀਂ ਨੁਮਾਇੰਦੇ, ਉਹ ਖੁਦ ਬਖੁਦ ਆਪਣੀ ਉਹਨਾਂ ਦੀ ਇੱਕ ਏਜੰਸੀ ਆ, ਉਹਦੇ ਵਿੱਚ ਉਹਨਾਂ ਦੀ ਐਸੋਸੀਏਸ਼ਨ ਆ, ਉਹਦੇ ਸਾਰੇ ਪ੍ਰਧਾਨ ਆ ਕੇ ਬੈਠ ਗਏ ਆ। ਔਰ ਇਹ ਜਿਹੜੀ ਗੂੰਜ ਇਹਨਾਂ ਦੇ ਪੂਰੇ ਵਿਸ਼ਵ ਵਿੱਚ ਚਲੇ ਗਈ ਹੈ, ਕਿਉਂਕਿ ਸਾਰੇ ਪਹਿਲਵਾਨ ਪੂਰੇ ਹਿੰਦੁਸਤਾਨ 'ਚ ਨਹੀਂ ਬੈਠੇ, ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬ ਤੋਂ ਔਰ ਇੰਡੀਆ ਪੂਰੇ ਹਿੰਦੁਸਤਾਨ 'ਚੋਂ ਸਾਰੇ ਉੱਥੇ ਬੈਠੇ ਆ। ਉਹਨਾਂ ਦੀ ਐਸੋਸੀਏਸ਼ਨ ਦੇ ਵਿੱਚ ਸਾਰੀ ਇਕੱਠ ਹੋ ਗਿਆ। ਹੁਣ ਸਰਕਾਰ ਨੂੰ ਫੌਰੀ ਤੌਰ 'ਤੇ ਡਿਸੀਜਨ ਲੈਣਾ ਪਊਗਾ ਕਿ ਜਿਹੜੇ ਬੰਦਿਆਂ 'ਤੇ ਇਹ ਕੇਸ ਦਾਇਰ ਹੋ ਗਏ ਆ, ਉਹਨਾਂ ਦੇ ਅਗੇਂਸਟ ਕਦੋਂ ਤੱਕ ਕੇਸ ਜਿਹੜਾ ਨਾਮਜ਼ਦ ਹੋ ਕੇ ਕੋਰਟ ਵਿੱਚ ਜਾਊਗਾ, ਤਾਂ ਇਹ ਮੁੱਦਾ ਜਿਹੜਾ ਇੱਕ ਪਾਸੇ ਲੱਗਣਾ। ਨਹੀਂ ਤਾਂ ਦਿਨ ਦਿਹਾੜੇ ਵਧੂਗਾ, ਰੋਜ਼ ਦਿਹਾੜੀ ਰੌਲਾ ਪਊਗਾ। ਔਰ ਇਹਦੇ ਵਿੱਚ ਪੰਜਾਬ ਦੀ ਤਰੱਕੀ ਨਹੀਂ ਰੁਕਣੀ, ਪੂਰੇ ਹਿੰਦੁਸਤਾਨ ਦੀ ਤਰੱਕੀ ਨੂੰ ਜਿਹੜਾ ਠੱਪਾ ਲੱਗ ਜਾਊਗਾ। ਇਸ ਕਰਕੇ ਸਾਰੇ ਚੈਨਲ ਵਾਲੇ ਨੁਮਾਇੰਦੇ, ਪੱਤਰਕਾਰ, ਇਹ ਸਾਰੇ ਸਰਕਾਰ ਨੂੰ ਅਗਵਾ ਕਰ ਰਹੇ ਨੇ, ਸਰਕਾਰ ਨੂੰ ਦੱਸ ਰਹੇ ਆ ਕਿ ਤੁਸੀਂ ਇਸ ਪਾਸੇ ਆ ਜਾਓ, ਤੁਸੀਂ ਇਹਨਾਂ ਨੂੰ ਦੱਸੋ ਕਿ ਕੀ ਕਰਨਾ ਚਾਹੁੰਦੇ ਆ, ਔਰ ਫੌਰੀ ਤੌਰ 'ਤੇ ਡਿਸੀਜਨ ਲਓ। ਜਿਹੜੇ ਗ੍ਰਹਿ ਮੰਤਰੀ ਸਾਹਿਬ ਉਹਨਾਂ ਤੱਕ ਗੱਲ ਬਣਦੀ ਹੈ, ਅਮਿਤ ਸ਼ਾਹ ਜੀ ਦੱਸਣਗੇ ਵੀ ਕੀ ਕਰਨਾ ਅੱਗੇ। ਅਸੀਂ ਦੇਖੀਏ ਜੇ ਬਲਕਾਰ ਜੀ, ਹਰ ਥਾਂ ਦੇ ਉੱਤੇ ਯੌਨ ਸ਼ੋਸ਼ਣ ਹੁੰਦੇ ਨੇ, ਇਹ ਗੱਲ ਕਿੱਥੇ ਨਹੀਂ ਹੁੰਦੇ, ਸਭ ਥਾਂ ਤੇ। ਕਿਹੜਾ ਡਿਪਾਰਟਮੈਂਟ ਹੈ ਜਿੱਥੇ ਨਹੀਂ ਹੁੰਦੇ, ਕਿਹੜਾ ਖੇਤਰ ਹੈ ਜਿੱਥੇ ਨਹੀਂ ਹੁੰਦੇ, ਕਿੱਥੇ ਗੱਲਾਂ ਬਾਹਰ ਆ ਜਾਂਦੀਆਂ ਨੇ, ਕਿਤੇ ਅੰਦਰ ਛੁਪੀਆਂ ਰਹਿੰਦੀਆਂ। ਹਰਿਆਣੇ 'ਚ ਹੋਇਆ, ਸੰਦੀਪ ਸਿੰਘ ਜਿਹੜੇ ਮੰਤਰੀ ਰਹੇ, ਖੇਡ ਮੰਤਰੀ, ਉਹਨਾਂ ਦੇ ਅਗੇਂਸਟ ਚੱਲਿਆ, ਉਹਨਾਂ ਨੂੰ ਬਰਖਾਸਤ ਕਰਤਾ ਉਦੋਂ। ਉਹ ਵੀ ਕੁੜੀ ਕੋਚ ਹੈਗੀ ਆ, ਬੜਾ ਕੁਛ ਇਹਦੇ। ਕੋਈ ਸੋਚ ਸਕਦਾ ਸਟੂਡੈਂਟਸ, ਕੋਈ ਸੋਚ ਸਕਦਾ ਟੀਚਰਸ ਕਰਦੇ ਨੇ ਸਟੂਡੈਂਟਸ ਦੇ ਨਾਲ। ਮਤਲਬ ਇੱਥੋਂ ਤੱਕ ਮਾਮਲਾ ਗਿਰ ਚੁੱਕੇ ਨੇ ਕਿਰਦਾਰ ਤੋਂ ਲੋਕ। ਜੀ। ਮਤਲਬ ਯੌਨ ਸ਼ੋਸ਼ਣ ਆਮ ਗੱਲ ਹੈ, ਕਿਤੇ ਗੱਲ ਬਾਹਰ ਆ ਜਾਂਦੀ, ਉਜਾਗਰ ਹੋ ਜਾਂਦੀ, ਲੋਕਾਂ ਨੂੰ ਪਤਾ ਲੱਗ ਜਾਂਦਾ, ਰੌਲਾ ਪੈ ਜਾਂਦਾ।
ਤੇ ਬਹੁਤੇ ਕੇਸਾਂ 'ਚ ਤਾਂ 99% ਕੇਸਾਂ 'ਚ ਤਾਂ ਲੁਕੀਆਂ ਰਹਿੰਦੀਆਂ ਨੇ, ਗੱਲਾਂ ਬਾਹਰ ਆਉਂਦੀਆਂ ਹੀ ਨਹੀਂ, ਕਿਉਂਕਿ ਉਹ ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਹੈ, ਮਿਲ ਜੁਲ ਕੇ ਸਭ ਚੱਲਦਾ ਹੈ। ਪਰ ਜਿੱਥੇ ਬਾਹਰ ਆ ਜਾਂਦੀ ਹੈ ਰੌਲਾ ਪੈ ਜਾਂਦਾ ਹੈ, ਔਰ ਰੌਲਾ ਪੈਂਦਾ ਹੈ, ਫਿਰ ਉਸ ਤੋਂ ਬਾਅਦ ਇਦਾਂ ਦਾ ਸਾਰਾ ਸੀਨ ਕ੍ਰੀਏਟ ਹੁੰਦਾ ਹੈ। ਮੇਰੇ ਕੋਲ ਟਾਈਮ ਹੋ ਗਿਆ ਹੁਣ, ਟਾਈਮ ਵੀ ਹੋ ਗਿਆ ਹੈ। ਬਸ ਜਾਂਦੇ ਜਾਂਦੇ ਇੰਨੀ ਗੱਲ ਕਰਾਂਗੇ ਕਿ ਇਹ ਜਿਹੜੇ ਨੇ ਨਾ ਇਨਸਾਨ ਦੇ ਅੰਦਰ ਕਮਜ਼ੋਰੀਆਂ ਨੇ, ਇਨਸਾਨ ਦੇ ਅੰਦਰ ਜਿਹਨੂੰ ਕਹਿੰਦੇ ਨੇ ਇਨਸਾਨ ਜਾਨਵਰ ਬਣ ਜਾਂਦਾ ਹੈ, ਇਹ ਜਿਹੜੀਆਂ ਕਮਜ਼ੋਰੀਆਂ ਨੇ ਨਾ, ਇਹਨਾਂ ਦੇ ਉੱਤੇ ਕਿੱਦਾਂ ਕਾਬੂ ਕਰਨਾ ਹੈ, ਇਹ ਜ਼ਰੂਰੀ ਹੈ ਤਾਂ ਕਿ ਇਨਸਾਨ ਦਾ ਕਿਰਦਾਰ ਇਨਸਾਨਾਂ ਵਾਲਾ ਰਵੇ। ਬੰਦਿਆ ਤੂੰ ਬੰਦਾ ਬਣ, ਜਿਵੇਂ ਬਜ਼ੁਰਗ ਸਾਡੇ ਕਹਿੰਦੇ ਨੇ। ਜਾਂਦੇ ਜਾਂਦੇ ਕਿੰਨੀ ਗੱਲ ਟੱਚ ਕਰਦੇ ਆ ਕਿ ਰਿਲੈਕਸ ਹੋਣ ਵਾਸਤੇ, ਮਾਈਂਡ ਨੂੰ ਰਿਲੈਕਸ ਕਰਨ ਵਾਸਤੇ ਯੋਗ ਬਹੁਤ ਜ਼ਰੂਰੀ ਹੈ। ਫਿਜ਼ੀਕਲ ਵਰਕਆਊਟ, ਮੈਂਟਲ ਵਰਕਆਊਟ ਜ਼ਰੂਰੀ ਹੈ। ਤਾਂ ਅਮਰੀਕਾ ਦੇ ਵਿੱਚ ਯੋਗ ਬਹੁਤ ਪਪੂਲਰ ਹੋ ਰਿਹਾ ਹੈ, ਯੋਗ ਅਭਿਆਸ ਲੋਕ ਕਰ ਰਹੇ ਨੇ ਔਰ ਇਸ ਨੂੰ ਕਾਫੀ ਸਮਾਂ ਦੇ ਰਹੇ ਨੇ। ਤੇ ਬੜਾ ਕੁਝ ਉੱਥੇ ਚੱਲ ਰਿਹਾ, ਕਿਉਂਕਿ ਖਿਡਾਰੀ ਜਿਹੜੇ ਵਾਰਮ ਅਪ ਹੁੰਦੇ ਆ, ਸਾਰਾ ਕੁਝ ਖੇਡ ਦੇ ਵਿੱਚ, ਬਾਸਕਟਬਾਲ ਦੇ ਖਿਡਾਰੀ, ਬਾਕੀ ਫੁੱਟਬਾਲ ਦੇ ਖਿਡਾਰੀ, ਹਾਕੀ ਦੇ, ਕ੍ਰਿਕਟ ਦੇ, ਇਹ ਤੋਂ ਪਹਿਲਾਂ ਵਾਰਮ ਅਪ ਹੋਣ ਲਈ ਇਹੀ ਐਕਸਰਸਾਈਜ਼ ਕਰਦੇ, ਯੋਗਾ ਦੀ, ਯੋਗਾ ਅਭਿਆਸ ਕਰਦੇ ਆ। ਕਿਉਂਕਿ ਪ੍ਰਚਲਿਤ ਤਾਂ ਇੰਡੀਆ ਤੋਂ ਹੋਇਆ, ਆਯੁਰਵੈਦ ਦੇ ਜਿਹੜੇ ਉੱਥੇ ਬਾਕੀ ਲੋਕ ਨੇ, ਕੋਚ ਨੇ ਜਾਂ ਜਿਹੜੇ ਡਾਕਟਰ ਨੇ, ਉਹ ਵੀ ਇਸ ਪਾਸੇ ਆ ਗਏ ਆ। ਔਰ ਇਸ ਵੇਲੇ ਬਹੁਤ ਪ੍ਰਫੁੱਲਤ ਹੋ ਗਈ ਹੈ ਜਿਹੜੀ ਯੋਗਾ ਅਭਿਆਸ ਦੀ ਐਕਸਰਸਾਈਜ਼, ਔਰ ਖਾਸ ਕਰਕੇ ਸਕੂਲਾਂ 'ਚ ਵੀ ਹੋ ਗਿਆ, ਕਾਲਜ 'ਚ, ਯੂਨੀਵਰਸਿਟੀਆਂ 'ਚ ਵੀ ਬੱਚੇ ਕਰਦੇ ਆ ਖੁੱਲ੍ਹੇ ਆਮ, ਜਦੋਂ ਮੈਦਾਨ ਵਿੱਚ ਆ ਕੇ। ਔਰ ਮੇਰਾ ਖਿਆਲ ਹੈ ਇਹ ਨਾ ਕੇਵਲ ਅਮਰੀਕਾ ਵਿੱਚ ਹੀ, ਬਾਹਰਲੇ ਬਾਕੀ ਦੇਸ਼ਾਂ ਵਿੱਚ ਵੀ ਚੱਲਿਆ, ਪੰਜਾਬ ਦੇ ਵਿੱਚ ਤਾਂ ਚੱਲਿਆ ਹੈਗਾ। ਔਰ ਇਹਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਨੇ ਵੀ ਇਹਦੇ ਵਿੱਚ ਕਿਹਾ ਸੀ ਵੀ ਇਹ ਪਾਠਸ਼ਾਲਾ 'ਚ ਲਾ ਦਿਓ ਸਾਰੇ। ਬਿਲਕੁਲ, ਇਹਦੇ 'ਚ ਇੱਕ ਚੀਜ਼ ਹੈ ਬਲਕਾਰ ਜੀ ਕਿ ਇਹ ਸਾਡਾ ਬੇਸ ਹੋ ਸਕਦਾ ਹੈ। ਯੈਸ, ਇਹ ਸਾਡਾ ਵਰਕਆਊਟ ਕਰਨ ਵਾਸਤੇ ਸਾਡਾ ਵਾਰਮ ਅਪ ਹੋ ਸਕਦਾ ਹੈ। ਪਰ ਨਾਲ ਦੀ ਨਾਲ ਜਿਹੜੀ ਸਪੋਰਟਸ ਤੁਸੀਂ ਕਰਦੇ ਹੋ, ਉਹਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ ਉਹ ਤਾਂ ਕਰਨੀਆਂ ਹੀ ਪੈਣਗੀਆਂ। ਆਰਮੀ ਨੂੰ ਜਿਹੜੇ ਫੌਜੀ ਨੇ ਉਹਨਾਂ ਨੂੰ ਪੀਟੀ ਕਰਨੀ ਓ ਪੈਣੀ ਹੈ ਫਿਟਨੈਸ ਵਾਸਤੇ। ਜੋ ਉਹਨਾਂ ਦੇ ਖੇਤਰ ਦੀਆਂ ਜ਼ਰੂਰੀ ਐਕਸਰਸਾਈਜ਼ਸ ਨੇ ਉਹ ਤਾਂ ਕਰਨੀਆਂ ਹੀ ਪੈਣੀਆਂ ਨੇ। ਇਹ ਇਨ ਐਡੀਸ਼ਨ, ਇਹ ਇਨ ਐਡੀਸ਼ਨ ਹੋ ਸਕਦਾ ਹੈ। ਹਾਂ, ਇਹਦੇ ਚ ਇਹ ਨਾਲ ਇਨ ਐਡੀਸ਼ਨ ਹੋ ਸਕਦਾ ਹੈ। ਕਿਉਂਕਿ ਅੱਛੀ ਗੱਲ ਹੈ, ਸਾਡੇ ਭਾਰਤੀਆਂ ਲਈ, ਸਾਡੇ ਹਿੰਦੁਸਤਾਨ ਦੇ ਲੋਕਾਂ ਲਈ ਵੱਡੇ ਮਾਣ ਦੀ ਗੱਲ ਆ ਕਿ ਸਾਡੀਆਂ ਜਿਹੜੀਆਂ ਪੈਥੀ ਨੇ, ਐਕਸਰਸਾਈਜ਼ ਨੇ, ਲੋਕ ਉਹਨਾਂ ਨੂੰ ਐਕਸੈਪਟ ਕਰਦੇ, ਬਾਹਰਲੇ ਦੇਸ਼ਾਂ ਵਾਲੇ। ਇਹ ਕੋਈ ਐਵੇਂ ਫਜ਼ੂਲ ਤਾਂ ਗੱਲਾਂ ਹੈ ਨਹੀਂ। ਇਹਨਾਂ ਨੂੰ ਜੇ ਸਾਡੇ ਰਿਗਵੇਦਾਂ ਵਿੱਚ, ਸਾਡੇ ਸਾਰੇ ਵੇਦਾਂ ਵਿੱਚ ਲਿਖਿਆ ਗਿਆ ਤਾਂ ਉਹਨਾਂ ਨੂੰ ਅਪਣਾਇਆ ਤਾਂ ਹੈ ਹਿੰਦੁਸਤਾਨ ਨੇ, ਪਰ ਬਾਹਰਲੇ ਦੇਸ਼ਾਂ ਵਿੱਚ ਵੀ ਲੋਕਾਂ ਨੂੰ ਚੰਗੀ ਲੱਗੀ ਗੱਲ ਹੈ। ਸਾਡੇ ਖਾਣਿਆਂ ਦੀ ਵੀ, ਸਾਡੇ ਰਹਿਣ ਦੀ, ਸਾਡੇ ਗੱਲਾਂ ਕਰਨ ਦੀ, ਤਾਂ ਔਰ ਸਾਡੀਆਂ ਐਕਸਰਸਾਈਜ਼ ਨੂੰ ਲੋਕ ਪਸੰਦ ਕਰਦੇ। ਬਿਲਕੁਲ ਜੀ, ਜੋ ਸਾਡੀ ਇੰਡੀਅਨ ਵਿਜ਼ਡਮ ਹੈ, ਏਸ਼ੀਅਨ ਵਿਜ਼ਡਮ ਹੈ, ਸਾਡੇ ਇੱਧਰ ਭਾਰਤ ਦੇ ਇਲਾਕੇ ਦੀ, ਬਲਕਿ ਪੂਰੀ ਦੁਨੀਆ ਦੀ ਜੋ ਵਿਜ਼ਡਮ ਹੈ ਸਾਹਮਣੇ ਆਉਣੀ ਚਾਹੀਦੀ ਹੈ। ਔਰ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਚੰਗੀਆਂ ਚੀਜ਼ਾਂ ਨੇ, ਸਾਨੂੰ ਸਾਰਿਆਂ ਨੂੰ ਅਪਣਾਉਣੀਆਂ ਚਾਹੀਦੀਆਂ ਨੇ, ਮਿਲ ਜੁਲ ਕੇ ਅਪਣਾਉਣੀਆਂ ਚਾਹੀਦੀਆਂ ਨੇ। ਇਹਨੂੰ ਅਸੀਂ ਕਹਿੰਦੇ ਹਾਂ ਇੱਕ ਕਲਚਰ ਹੋ ਗਿਆ। ਸਾਰੇ ਕਲਚਰ ਦੀਆਂ ਵਧੀਆ ਚੀਜ਼ਾਂ ਅਸੀਂ ਸਭ ਨੇ ਅਪਣਾ ਲਈਆਂ, ਕਾਮਨ ਕਰ ਲਈਆਂ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਜੀ ਜ਼ਰੂਰ ਜੀ। ਸਤਿ ਸ੍ਰੀ ਅਕਾਲ।